श्री वाहिगुरु साहिब जी। कबीर मरता मरता जग मुआ, मर भी ना जानिया कोए। ऐसे मरने जो मरै, बहुर ना मरना होए। कबीर मरता मरता जग मुआ, मर भी ना जानिया कोए। वाहिगुरु जी का खालसा, वाहिगुरु जी की फतेह। परम सत्कारयोग हाजरा हजूर जहरा जहूर सर्ब कला भरपूर। दसां सतगुरां जी दी आत्मिक जोत, धन धन साहिब श्री गुरु ग्रंथ साहिब जी महाराज। गुर संगत जीओ जवाब जी सतगुरु सच्चे पातशाह जी दे चरना कमलों दे विच हाजरियां भर रहे हो। गुरु साहिब जी की महान कृपा बख्शिश होई। अंमृत वेले गुरु साहिब जी के दर्शन करन दा सुभागा समा मिलिया। पवित्र गुरबाणी पढ़न दा जिसनों बख्शे सिफत सलाह, जिसनों मेरे वाहिगुरु परमेश्वर निरंकार ने अपनी सिफत सलाह करन दा समा बख्शिया है। अंमृत वेले उठ के वो गुरबाणी का जाप करते ने, वाहिगुरु की याद विच जुड़ के बैठते ने और सतसंगत दीयां अमोलक घड़ियां जो हुण प्राप्त होईयां ने, साध संगत जी जिहो जी संगत हुंदी है उहो जी बुद्धि दा मन अंदर प्रकाश हुंदा है। जिहो जी बुद्धि है तो उहो जे कर्म होणगे, जिहो जे कर्म ने तो उहो जा भोग है, उहो जा फल है। ते साध संगत जी संगत जिसदी सत संगत है, जिसने दुनिया की संगत कुसंगत छड़ दिती, ते साध संगत जी उसकी जिहड़ी बुद्धि निर्मल हो जाती है। ते तां करके साध संगत जी जदों बुद्ध ही निर्मल हो जाए फिर कर्म शुद्ध होने शुरू हो जाते। महाराज कहते प्रभ दया ते कमल विगास, अंदर अंतशकरण रूपी जिहड़ा कमल रूपी हिरदा है वो साध संगत जी फिर शुद्ध हो जाता। वो प्रकाश उहदे विच ज्ञान का प्रकाश हो जाता। ते तां करके साध संगत जी संगत तो ही मनुख दे मन बुद्ध ते प्रभाव है। इस करके सत संगत सच्ची संगत सतगुरु महाराज की संगत सच नाम सच्चे वाहिगुरु की जिहड़ी संगत है, महाराज कहंदे ने ताही सत संगत कर करके वड्डे तो वड्डे पापी भी पार हो गए। बुद्ध का प्रकाश हो जाता है। ते बुद्ध का प्रकाश हो के ही मनुख कर्म करदा। जिहो जी बुद्धि है विचार ने मन दे, ताही ते गुरु साहिब कहते मना तू वाहिगुरु जी परमेश्वर जी की बाणी की संगत कर, इन्हूं नेड़े नेड़े लैके आ साध संगत जी मन।
ਗੁਰਬਾਣੀ ਦੇ ਨੇੜੇ, ਸਤ ਸੰਗਤ ਦੇ ਨੇੜੇ, ਨਾਮ ਦੇ ਨੇੜੇ ਰੱਖ, ਜਿਸ ਕਰਕੇ ਤੇਰੀ ਬੁੱਧੀ ਨਿਰਮਲ ਹੋ ਜਾਵੇ, ਸ਼ੁੱਧ ਹੋ ਜਾਵੇ। ਇਉਂ ਗੁਰੂ ਸਾਹਿਬ ਜੀ ਨੇ ਆਖਿਆ ਹੈ। ਸਤਿਗੁਰਾਂ ਦੀ ਕਿਰਪਾ ਹੋਈ ਹੈ, ਸਤ ਸੰਗਤ ਦੀਆਂ ਮੋਲਕ ਘੜੀਆਂ ਮਿਲੀਆਂ ਨੇ। ਆਓ ਬ੍ਰਹਮ ਗਿਆਨੀ ਭਗਤ ਕਬੀਰ ਸਾਹਿਬ ਜੀ ਮਹਾਰਾਜ, ਉਹਨਾਂ ਦੇ ਪਾਵਨ ਪਵਿੱਤਰ ਸ਼ਲੋਕਾਂ ਦੀ ਕਥਾ ਆਪ ਜੀ ਸੁਣ ਰਹੇ ਹੋ। ਮਹਾਰਾਜ ਭਗਤ ਕਬੀਰ ਸਾਹਿਬ ਜੀ ਆਪਣੇ ਮੁਖਾਰ ਬਿੰਦ ਤੋਂ ਇਸ ਕਲਯੁਗੀ ਜੀਵਾਂ ਨੂੰ ਉਪਦੇਸ਼ ਬਖਸ਼ਦੇ ਨੇ, ਗੁਰਬਾਣੀ ਦੁਆਰਾ ਸਮਝਾਉਂਦੇ ਨੇ। ਦੁਨੀਆ ਤੇ ਬੜੇ ਅਵਤਾਰ ਹੋਏ ਨੇ, ਮਹਾਤਮਾ ਬੁੱਧ ਵਰਗੇ, ਸ਼ੁਕਰਾਤ ਵਰਗੇ, ਮਸੀਹ ਵਰਗੇ ਹੋਏ ਨੇ। ਆਪਣੇ ਹੁੰਦਿਆਂ ਕੋਈ ਕਲਾਮ ਨਹੀਂ ਲਿਖਿਆ, ਕਿਤੇ ਬਾਅਦ ਵਿੱਚ ਜਾ ਕੇ ਉਹਨਾਂ ਦੇ ਚੇਲਿਆਂ ਨੇ ਉਹਨਾਂ ਦੇ ਕਲਾਮਾਂ ਨੂੰ, ਬਾਣੀ ਨੂੰ ਲਿਖਿਆ। ਪਰ ਜੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਗੱਲ ਕਰੀਏ ਤਾਂ ਸਤਿਗੁਰਾਂ ਨੇ ਆਪਣੇ ਸਰੀਰ ਹੁੰਦਿਆਂ ਹੀ ਇਸ ਪਵਿੱਤਰ ਗੁਰਬਾਣੀ, ਧੰਨ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਬਾਣੀ, ਉਸ ਅਕਾਲੀ ਬਾਣੀ, ਨਿਰੰਕਾਰੀ ਬਾਣੀ ਜਦੋਂ ਮਹਾਰਾਜ ਦੇ ਮੁਖਾਰ ਬਿੰਦ ਤੋਂ ਉਤਰੀ, ਭਗਤਾਂ ਦੇ ਦੁਆਰਾ ਉਤਰੀ, ਤਾਂ ਸਤਿਗੁਰਾਂ ਨੇ ਆਪਣੇ ਸਰੀਰ ਹੁੰਦਿਆਂ ਮਹਾਰਾਜ ਨੇ ਸੰਪੂਰਨ ਕਰਵਾਈ, ਬਾਣੀ ਲਿਖਵਾਈ। ਕਈਆਂ ਜਿਹੜੇ ਦੁਨੀਆ ਦੇ ਧਾਰਮਿਕ ਗ੍ਰੰਥ ਨੇ ਉਹ ਕਿਤੇ ਵੱਧ ਹੈ, ਕਿਤੇ ਘੱਟ ਹੈ, ਕਦੇ ਵਿੱਚੋਂ ਕੋਲੋਂ ਹੀ ਪਾਏ ਨੇ। ਇਉਂ ਕਈਆਂ ਦੀ ਗਿਣਤੀ ਪੂਰੀ ਹੈ, ਕਈ ਸਾਧ ਸੰਗਤ ਜੀ ਸ਼ਲੋਕ ਹੀ ਹੈ ਨਹੀਂ। ਜਦੋਂ ਪੜ੍ਹੀਦਾ ਨਾ ਧਿਆਨ ਨਾਲ ਗ੍ਰੰਥਾਂ ਨੂੰ ਵੇਖੀਦਾ, ਗੁਰੂ ਗ੍ਰੰਥ ਸਾਹਿਬ ਦੀ ਜੇ ਗੱਲ ਕਰੀਏ, ਰਾਈ ਜਿੰਨੀ ਦੀ ਗੱਲ ਛੱਡੋ। ਮਹਾਰਾਜ ਕਹਿੰਦੇ ਸੋਚਣ ਤੱਕ ਵੀ ਨਹੀਂ ਇਹ ਮਹਾਰਾਜ ਨੇ ਨੌਬਤ ਹੀ ਨਹੀਂ ਆਉਣ ਦਿੱਤੀ ਕਿ ਕੱਲ੍ਹ ਨੂੰ ਕੋਈ ਉੱਠ ਕੇ ਕਹਿ ਦੇਵੇ ਜੀ ਮਹਾਰਾਜ ਦੀ ਗੁਰਬਾਣੀ ਤਾਂ ਇੱਦਾਂ ਹੈ, ਇੱਦਾਂ ਹੈ। ਨਹੀਂ, ਗੁਰਬਾਣੀ ਆਪਣੇ ਹੁੰਦਿਆਂ ਲਿਖਵਾਈ। ਸਤਿਗੁਰਾਂ ਨੇ ਇੰਨ ਬਿੰਨ ਗੁਰਬਾਣੀ ਲਿਖਵਾ ਕੇ ਔਰ ਸਾਰਿਆਂ ਸ਼ਲੋਕਾਂ ਦਾ ਹਿਸਾਬ ਕਿਤਾਬ ਕੀਤਾ। ਮਹਾਰਾਜ ਨੇ ਉਸ ਨੂੰ ਕਰਤਾਰਪੁਰੀ ਬੀੜ ਆਖਿਆ। 30 ਰਾਗਾਂ 'ਚ ਬਾਣੀ ਹੈ, 9ਵੇਂ ਪਾਤਸ਼ਾਹ ਤੋਂ ਬਿਨਾਂ ਹੈ। 10ਵੇਂ ਪਾਤਸ਼ਾਹ ਗੁਰੂਦੇਵ ਨੇ ਫਿਰ ਆਪਣੇ ਸਤਿਗੁਰੂ ਪਿਤਾ, ਗੁਰੂ ਪਿਤਾ ਦੀ ਬਾਣੀ ਦਮਦਮਾ ਸਾਹਿਬ ਲਿਖਵਾ ਦਿੱਤੀ, ਸੰਪੂਰਨ ਕਰ ਦਿੱਤਾ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਨੂੰ ਆਪਣਾ ਸ਼ਲੋਕ ਦਰਜ ਕਰਕੇ ਆਪਣੇ ਸਰੀਰ ਹੁੰਦਿਆਂ ਧੀਰਮਲ ਨੇ ਸਰੂਪ ਨਹੀਂ ਨਾ ਦਿੱਤਾ ਸੀ ਮਹਾਰਾਜ ਨੂੰ। ਸਿੰਘ ਕਹਿੰਦੇ ਸੀ ਮਹਾਰਾਜ ਗੁਰਬਾਣੀ ਪੜ੍ਹਾਓ। ਗੁਰੂ ਸਾਹਿਬ ਕਹਿੰਦੇ ਵੀ ਸਰੂਪ ਤੇ ਬਾਬੇ ਧੀਰਮਲ ਕੋਲ ਪਿਆ ਹੈ। 5ਵੇਂ ਪਾਤਸ਼ਾਹ ਮਹਾਰਾਜ ਵਾਲਾ ਲੈ ਆਈ। 25 ਸਿੰਘ ਭੇਜੇ ਮਹਾਰਾਜ ਨੇ। ਜਦੋਂ ਧੀਰਮਲ ਕੋਲ 25 ਸਿੰਘ ਭੇਜੇ ਨੇ, ਬਾਬੇ ਧੀਰਮਲ ਨੂੰ ਜਾ ਕੇ ਆਖਿਆ ਗੁਰੂ ਕਲਗੀਧਰ ਮਹਾਰਾਜ ਨੇ ਵੱਡੇ ਗੁਰੂ ਸਾਹਿਬ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਿਤਾ ਵਾਲਾ ਸਰੂਪ ਮੰਗਵਾਇਆ। ਸਤਿਗੁਰਾਂ ਨੇ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰ, ਸ਼ੁੱਧ ਗੁਰਬਾਣੀ ਪੜ੍ਹਾਉਣੀ ਹੈ। ਇਉਂ ਜਦੋਂ ਸਿੰਘਾਂ ਨੇ ਆਖਿਆ ਨਾ ਧੀਰਮਲ ਨੂੰ ਜਾ ਕੇ, ਧੀਰਮਲ ਕਹਿੰਦਾ ਹੈ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨਾ ਜਿਹੜੇ ਲੋਕ ਉਹਨਾਂ ਨੂੰ ਕਹਿੰਦੇ ਹੈ ਕਿ ਉਹ ਪੂਰੇ ਹੈ, ਉਹ ਸਮਰੱਥ ਹੈ।
ਜਿਹੜਾ ਗੁਰੂ ਸਮਰੱਥ ਹੈ, ਜਿਹੜਾ ਗੁਰੂ ਪੂਰਾ ਹੈ, ਆਪ ਅੰਤਰਜਾਮਤਾ ਨਾਲ ਬਾਣੀ ਨਹੀਂ ਲਿਖ ਸਕਦਾ। ਮੈਂ ਸਰੂਪ ਨਹੀਂ ਦੇਣਾ। ਧੀਰਮਲ ਸਾਧ ਸੰਗਤ ਜੀ ਲਾਲਚੀ ਤੇ ਹੰਕਾਰੀ ਸੀ ਵੀ ਮੈਂ ਸਰੂਪ ਦੇ ਦਿੱਤਾ, ਮੇਰੀ ਮਾਨਤਾ ਹੋਣੀ ਹਟ ਜਾਣੀ ਹੈ। ਕਿਉਂਕਿ ਪੰਜਵੇਂ ਪਾਤਸ਼ਾਹ ਜੀ ਵਾਲਾ ਸਰੂਪ ਇਹਦੇ ਕੋਲ ਸੀ। ਇਉਂ ਸਾਧ ਸੰਗਤ ਜੀ ਨੇ ਭੇਜ ਦਿੱਤਾ ਕਿ ਆਪ ਹੀ ਬਾਣੀ ਰਚ ਲੈ, ਮੈਂ ਨਹੀਂ ਸਰੂਪ ਦੇਣਾ। ਜੇ ਪੂਰਾ ਹੈ, ਜੇ ਸਮਰੱਥ ਹੈ, ਮੇਰੇ ਕੋਲ ਕੀ ਲੈਣ ਆਏ ਹੋ? ਸਿੰਘਾਂ ਨੂੰ ਕਹਿੰਦਾ। ਹੁਣ ਸਿੰਘ ਸਾਧ ਸੰਗਤ ਜੀ ਚੁੱਪ ਖੜੇ ਰਹੇ, ਕੁਝ ਬਚਨ ਹੀ ਨਹੀਂ ਕੀਤਾ। ਮਹਾਰਾਜ ਨੂੰ ਆ ਕੇ ਜਦੋਂ ਦੱਸਿਆ, ਹੇ ਕਲਗੀਧਰ ਪਿਤਾ ਜੀ, ਧੀਰਮਲ ਨੇ ਆਪ ਜੀ ਨੂੰ ਸਰੂਪ ਨਹੀਂ ਦਿੱਤਾ। ਕਹਿੰਦਾ ਇਹ ਮੈਂ ਸਰੂਪ ਨਹੀਂ ਦੇਵਾਂਗਾ। ਹੁਣ ਧੱਕੇ ਨਾਲ ਸਰੂਪ ਲਿਆ ਨਹੀਂ ਸਕਦੇ, ਮਹਾਰਾਜ ਦੀ ਬੇਅਦਬੀ ਨਾ ਹੋ ਜਾਵੇ ਕਿਤੇ। ਤੇ ਨਾਲ ਕਹਿੰਦਾ ਹੈ ਕਿ ਜੇ ਉਹ ਗੁਰੂ ਪੂਰਾ ਹੈ, ਜੇ ਸਮਰੱਥ ਹੈ, ਆਪ ਬਾਣੀ ਰਚ ਲਏ, ਕੀ ਲੋੜ ਪੈ ਗਈ ਇਹ ਸਰੂਪ ਲੈਣ ਦੀ। ਮਹਾਰਾਜ ਨੇ ਫਿਰ ਸਾਧ ਸੰਗਤ ਜੀ ਉਹ ਸਿੰਘਾਂ ਦੀ ਜਦੋਂ ਇਉਂ ਬੇਨਤੀ ਨੂੰ ਸੁਣਿਆ ਨਾ, ਗੁਰੂ ਕਲਗੀਧਰ ਪਾਤਸ਼ਾਹ ਨੇ ਸੋਚਿਆ, ਵਿਚਾਰਿਆ, ਜੇ ਮੈਂ ਮੁਖਾਰ ਬਿੰਦ ਤੋਂ ਬਾਣੀ ਨਹੀਂ ਉਚਾਰਾਂਗਾ, ਸਿੱਖ ਕਿਤੇ ਸਾਡੇ ਸਰੂਪ ਤੇ ਸ਼ੰਕਾ ਨਾ ਕਰਨ। ਕਿਉਂਕਿ ਗੁਰੂ ਤੇ ਪੂਰਾ ਹੈ ਨਾ, ਗੁਰੂ ਤੇ ਪਰਮੇਸ਼ਰ ਹੀ ਨਾ। ਤੇ ਜਨਮਤ ਗੁਰਮਤ ਬ੍ਰਹਮ ਪਛਾਣਿਓ, ਗੁਰੂ ਤਾਂ ਪ੍ਰਗਟ ਹੋਣ ਤੋਂ ਹੀ ਬ੍ਰਹਮ ਪਛਾਣਿਓ, ਬ੍ਰਹਮ ਪਰਮੇਸ਼ਰ ਹੀ ਹੈ। ਤੇ ਜਦੋਂ ਫਿਰ ਕਲਗੀਧਰ ਪਾਤਸ਼ਾਹ ਨੇ ਉਹ ਸੋਚਿਆ, ਵਿਚਾਰਿਆ, ਮਹਾਰਾਜ ਬਾਬਾ ਦੀਪ ਸਿੰਘ ਨੂੰ ਕਹਿੰਦੇ ਵੀ ਬਾਬਾ ਜੀ ਲੈ ਆਓ ਕਲਮ ਦਵਾਤ ਸਿਆਹੀ ਸਭ ਕੁਝ ਇਕੱਠਾ ਕਰੋ। ਫਿਰ ਭਾਈ ਮਣੀ ਸਿੰਘ ਨੂੰ ਆਖਿਆ ਤੁਸੀਂ ਗੁਰਬਾਣੀ ਨੂੰ ਲਿਖਣਾ। ਤਾਂ ਫਿਰ ਭਾਈ ਮਣੀ ਸਿੰਘ ਤਿਆਰ ਹੋ ਕੇ ਔਰ 48 ਸਿੰਘ ਉਸ ਵੇਲੇ ਗੁਰੂ ਸਾਹਿਬ ਦੇ ਸਨਮੁਖ ਆ ਗਏ। ਮਹਾਰਾਜ ਫਿਰ ਆਪਣੀ ਅੰਤਰਜਾਮਤਾ ਅਨੁਭਵ ਦੇ ਨਾਲ ਇੱਕ ਓੰਕਾਰ ਤੋਂ ਲੈ ਕੇ 18 ਦਸ 20 ਤੱਕ ਵੱਡੇ ਗੁਰੂ ਸਾਹਿਬਾਂ ਦੀ ਬਾਣੀ, ਭਗਤਾਂ ਦੀ ਬਾਣੀ, ਭੱਟਾਂ ਦੀ ਬਾਣੀ, ਗੁਰਦੇਵ ਗੁਰੂ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ, ਮਹਾਰਾਜ ਚੌਂਕੜਾ ਲਾ ਕੇ ਬਹਿ ਗਏ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਕਲਗੀਆਂ ਵਾਲੇ ਚੌਂਕੜਾ ਲਾ ਕੇ ਬੈਠੇ। ਮਹਾਰਾਜ ਕਹਿੰਦੇ ਲਿਖੋ ਭਾਈ ਮਣੀ ਸਿੰਘ ਜੀ। ਫਿਰ ਮਹਾਰਾਜ ਦੀ ਬਾਣੀ। ਹੁਣ ਸਾਧ ਸੰਗਤ ਜੀ ਇਉਂ ਜਦੋਂ ਫਿਰ ਗੁਰੂ ਕਲਗੀਧਰ ਪਿਤਾ ਜੀ ਨੇ ਬਾਣੀ ਆਪਣੀ ਕੰਠੋਚਾਰਨ ਕੀਤੀ, ਮੁਖਾਰ ਬਿੰਦ ਤੋਂ ਉਚਾਰਨ ਕੀਤੀ, ਆਪਣੀ ਅਨੁਭਵ ਦੇ ਨਾਲ, ਆਪਣੇ ਅਨੁਭਵ ਦੇ ਦੁਆਰਾ। ਤੇ ਉਸ ਵੇਲੇ ਫਿਰ ਸਾਧ ਸੰਗਤ ਜੀ ਸਾਰੀ ਬਾਣੀ ਮਹਾਰਾਜ ਨੇ ਮੁਖਾਰ ਬਿੰਦ ਤੋਂ ਉਚਾਰ ਕੇ ਲਿਖਵਾਈ। ਤੇ ਹੋਇਆ ਕੀ ਹੈ, ਸਵੇਰ ਤੋਂ ਲੈ ਕੇ ਦੁਪਹਿਰ ਤੱਕ ਦਾ ਸਮਾਂ ਬਾਣੀ ਲਿਖਾਉਂਦੇ ਨੇ। ਤੇ ਸਾਧ ਸੰਗਤ ਜੀ ਦੁਪਹਿਰ ਤੋਂ ਲੈ ਕੇ ਸ਼ਾਮਾਂ ਤੱਕ ਬਾਣੀ ਦੀ ਆਪ ਕਥਾ ਕਰਦੇ ਹੈ। ਉਥੋਂ ਤੁਰੇ ਨੇ ਸੀਨਾ ਬਸੀਨਾ ਅਰਥ, ਜਿਸ ਨੂੰ ਟਕਸਾਲੀ ਅਰਥ, ਸੰਪਰਦਾਈ ਅਰਥ ਕਹਿੰਦੇ ਨੇ। ਬਾਬਾ ਦੀਪ ਸਿੰਘ ਸਾਹਿਬ ਜੀ, ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਔਰ 48 ਸਿੰਘ ਜਿਨ੍ਹਾਂ ਨੇ ਗੁਰੂਦੇਵ ਦੇ ਮੁਖੋਂ ਕਥਾ ਸੁਣੀ, ਉਹ ਤੇ ਮੁਕਤ ਹੋ ਗਏ, ਬਦੇ ਮੁਕਤ ਹੋ ਗਏ, ਸੱਚਖੰਡ ਦੇ ਵਾਸੀ ਹੋ ਗਏ, ਬ੍ਰਹਮ ਵਾਸੀ ਹੋ ਗਏ, ਬੈਕੁੰਠ ਧਾਮ ਦੇ ਵਾਸੀ ਹੋ ਗਏ। ਮਹਾਰਾਜ ਨੇ ਡਿਊਟੀ ਲਾਤੀ ਬਾਬਾ ਦੀਪ ਸਿੰਘ ਸਾਹਿਬ ਦੀ, ਭਾਈ ਮਣੀ ਸਿੰਘ ਦੀ। ਗੁਰਮੁਖੋ
ਆਜੋ ਸ਼ੁੱਧ ਗੁਰਬਾਣੀ ਤੇ ਅਰਥ ਮੈਂ ਜਿਹੜੇ ਤੁਹਾਨੂੰ ਪੜ੍ਹਾਏ ਨੇ ਇਹ ਤੁਸੀਂ ਅੱਗੇ ਸੀਨਾ ਬਸੀਨਾ ਤੋਰਨੇ, ਸਿੰਘਾਂ ਨੂੰ ਗੁਰਬਾਣੀ ਪੜ੍ਹਾਉਣੀ। ਉਥੋਂ ਫਿਰ ਇਹ ਸ਼ੁੱਧ ਗੁਰਬਾਣੀ ਦੀ ਅਰਥਾਂ ਦੀ ਟਕਸਾਲ ਚੱਲੀ, ਜਿਹਨੂੰ ਦਮਦਮੀ ਟਕਸਾਲ ਕਿਹਾ ਜਾਂਦਾ ਹੈ। ਸ਼੍ਰੀ ਦਮਦਮਾ ਸਾਹਿਬ ਤੋਂ ਚੱਲੀ ਹੋਈ ਮਹਾਰਾਜ ਦੇ ਪਹਿਲੇ ਮੁਖੀ ਗੁਰੂ ਕਲਗੀਧਰ ਪਾਤਸ਼ਾਹ ਟਕਸਾਲ ਦੇ ਦਮਦਮੀ ਟਕਸਾਲ ਦੇ ਬਾਨੀ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੇ ਆਪ ਮਹਾਰਾਜ ਨੇ ਉਹ ਦਮਦਮੀ ਬੀੜ ਲਿਖਵਾਈ। ਅੱਜ ਜਿਹੜੀ ਗੁਰਤਾ ਗੱਦੀ ਤੇ ਸੁਭਾਏਮਾਨ ਹੈ, ਅੱਜ ਜਿਹੜੇ ਸਰੂਪ ਗੁਰਤਾ ਗੱਦੀ ਤੇ ਬੈਠੇ ਨੇ, ਇਸ ਪਵਿੱਤਰ ਗੁਰਬਾਣੀ ਨੂੰ ਮੁਖਾਰ ਬਿੰਦ ਤੋਂ ਉਚਾਰ ਕੇ ਅਰਥਾਂ ਦੇ ਸਮੇਤ ਗੁਰਸਿੰਘਾਂ ਨੂੰ ਪੜ੍ਹਾਇਆ, ਭਜਨ ਕੀਤਾ। ਅੱਗੇ ਤੁਸੀਂ ਇਹ ਅਰਥਾਂ ਦੀ ਟਕਸਾਲ ਤੋਰਨੀ, ਉੱਥੋਂ ਚੱਲੀ ਸ਼੍ਰੀ ਦਮਦਮੀ ਟਕਸਾਲ। ਪਹਿਲੇ ਮੁਖੀ ਪਹਿਲੇ ਬਾਨੀ ਮਹਾਰਾਜ ਕਲਗੀਧਰ ਸੁਆਮੀ ਨੇ, ਮਹਾਰਾਜ ਨੇ ਚਲਾਈ ਹੈ, ਤੇ ਤਾਂ ਉਹ ਮਹਾਰਾਜ ਹੁਣ ਗੁਰੂ ਕਲਗੀਧਰ ਪਿਤਾ ਜੀ। ਸੋ ਗੁਰਮੁਖੋ, ਦੁਨੀਆ ਤੇ ਧਾਰਮਿਕ ਗ੍ਰੰਥ ਬਹੁਤ ਹੈ, ਪਰ ਕੋਈ ਧਾਰਮਿਕ ਗ੍ਰੰਥ ਸਾਧ ਸੰਗਤ ਜੀ ਕਿਸੇ ਗੁਰਪੀਰ ਅਵਤਾਰ ਨੇ ਆਪਣੇ ਸਰੀਰ ਹੁੰਦਿਆਂ ਨਹੀਂ ਲਿਖਿਆ। ਕਈ ਸਾਲਾਂ ਬਾਅਦ, ਕੋਈ 100 ਸਾਲ ਬਾਅਦ, ਇੱਥੋਂ ਤੱਕ ਸਾਧ ਸੰਗਤ ਜੀ 3-3 ਹਜ਼ਾਰ ਸਾਲ ਬਾਅਦ ਲਿਖੇ ਗਏ। ਉਹਦੇ ਵਿੱਚ ਮਿਲਾਵਟਾਂ ਵੀ ਬੜੀਆਂ ਹੋਈਆਂ। ਹੁਣ ਸਾਧ ਸੰਗਤ ਜੀ ਉਹਨਾਂ ਦੇ ਵੱਖੋ ਵੱਖਰੇ ਭਾਗ ਵੀ ਬਹੁਤ ਬਣੇ। ਜਿਹੜਾ ਰਿਗਵੇਦ ਹੈ ਨਾ, 4 ਵੇਦ ਹੈ, ਰਿਗਵੇਦ ਦੇ ਕਈ ਭਾਗ ਨੇ ਸਾਧ ਸੰਗਤ ਜੀ। ਰਿਗਵੇਦ ਹੈ, 4 ਵੇਦਾਂ 'ਚ ਰਿਗਵੇਦ, ਯਜੁਰਵੇਦ, ਸਾਮਵੇਦ, ਅਥਰਵਣ ਵੇਦ। ਸਾਧ ਸੰਗਤ ਜੀ, ਇਹ ਜਿਹੜੇ ਵੇਦ ਨੇ, ਇਹਨਾਂ ਦੇ ਕਈ ਵੱਖੋ ਵੱਖਰੇ ਭਾਗ ਬਣੇ। ਗੁਰੂ ਗ੍ਰੰਥ ਸਾਹਿਬ ਤਾਂ ਵਾਹਿਗੁਰੂ ਤਾਂ ਹੀ ਆਖਿਆ ਨਾ ਮਹਾਰਾਜ ਨੇ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਮੈਂ ਕਹਿਆ ਸਭ ਹੁਕਮਾਓ ਜੀਓ। ਇਹ ਮੇਰੀ ਬਾਣੀ ਨਹੀਂ ਹੈ, ਧੁਰ ਕੀ ਬਾਣੀ ਆਈ। ਅੱਛਾ, ਹੁਣ ਥੋੜਾ ਧਿਆਨ ਦਿਓ ਇੱਥੇ। ਇਹ ਨਹੀਂ ਆਖਿਆ ਮੈਂ ਧੁਰ ਕੀ ਬਾਣੀ ਲਿਖਵਾਈ ਹੈ ਜਾਂ ਮੈਂ ਬਾਣੀ ਲਿਖਵਾ ਰਿਹਾ। ਜਿਹੜੀ ਭਗਤਾਂ ਦੀ ਬਾਣੀ, 15 ਮਹਾਤਮਾ ਬ੍ਰਹਮ ਗਿਆਨੀਆਂ ਦੀ ਬਾਣੀ, ਗੁਰੂ ਸਾਹਿਬਾਂ ਦੀ ਬਾਣੀ, ਭੱਟਾਂ ਦੀ ਬਾਣੀ, 4 ਗੁਰਸਿੱਖਾਂ ਦੀ ਬਾਣੀ, ਉਹ ਮੁਖਾਰ ਬਿੰਦ ਤੋਂ ਉਤਰੀ, ਉਸ ਨੂੰ ਆਖਿਆ ਧੁਰ ਕੀ ਬਾਣੀ ਆਈ। ਆਈ ਹੈ ਬਾਣੀ। ਮਹਾਰਾਜ ਕਹਿੰਦੇ ਮੈਂ ਉਚਾਰਿਆ? ਕਹਿੰਦੇ ਨਹੀਂ, ਉਚਾਰਿਆ ਨਹੀਂ, ਬਾਣੀ ਆਈ ਹੈ, ਉਤਰੀ ਹੈ ਬਾਣੀ। ਉਹ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ। ਫਿਰ ਸਮਝਿਓ, ਦੁਨੀਆ ਦੇ ਧਾਰਮਿਕ ਗ੍ਰੰਥ ਕਈ ਸਾਲ ਬਾਅਦ ਲਿਖੇ ਗਏ, ਉਹਨਾਂ ਦੇ ਚੇਲਿਆਂ ਨੇ ਲਿਖੇ। ਸ਼ੁਕਰਾਤ ਵਰਗੇ, ਈਸਾ ਮਸੀਹ ਵਰਗੇ, ਮਹਾਤਮਾ ਬੁੱਧ ਵਰਗੇ, ਕੁਰਾਨ ਸ਼ਰੀਫ ਵਰਗੇ ਜਿਹੜੇ ਗ੍ਰੰਥ ਲਿਖੇ ਗਏ ਨੇ, ਉਹ ਕਈ ਸਾਲ ਬਾਅਦ ਲਿਖੇ ਗਏ। ਪਰ ਗੁਰੂ ਗ੍ਰੰਥ ਸਾਹਿਬ ਤਾਂ ਮਹਾਰਾਜ ਦੇ ਹੁੰਦੇ ਆਪਣੀ ਹਾਜ਼ਰੀ 'ਚ ਲਿਖੇ ਮਹਾਰਾਜ ਨੇ। 10ਵੇਂ ਪਾਤਸ਼ਾਹ ਜੀ ਨੇ ਸਰੂਪ ਮਹਾਰਾਜ ਨੇ ਲਿਖਵਾਇਆ, ਬਾਣੀ ਆਈ ਗੁਰਦੇਵ ਦੀ। ਤਾਂ ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੇ ਸਰੀਰ ਹੁੰਦਿਆਂ, ਔਰ 10 ਪਾਤਸ਼ਾਹੀਆਂ ਦੀ ਜੋਤ ਤਾਂ ਕਿਹਾ ਜਾਂਦਾ। 10ਵੇਂ ਪਾਤਸ਼ਾਹ 10ਵੇਂ ਥਾਵੇਂ ਤੇ ਆ ਕੇ ਸੰਪੂਰਨਤਾ ਕੀਤੀ ਮਹਾਰਾਜ ਨੇ। ਐਸੇ ਦੀਨ ਦਇਆਲ ਸਤਿਗੁਰੂ ਕਲਗੀਆਂ ਵਾਲੇ ਮਹਾਰਾਜ ਭਗਤਾਂ ਦੀ ਬਾਣੀ ਲਿਖਾ ਰਹੇ ਨੇ। ਹੁਣ ਕਬੀਰ ਸਾਹਿਬ ਦੀ ਬਾਣੀ ਲਿਖਾਉਂਦੇ ਨੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਭਾਈ ਮਣੀ ਸਿੰਘ ਸਾਹਿਬ ਤੋਂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਭਾਈ ਗੁਰਦਾਸ ਤੋਂ ਲਿਖਵਾਉਂਦੇ ਐ ਸਾਧ ਸੰਗਤ ਜੀ। ਤੇ ਐਸੇ ਪੂਰਨ ਬ੍ਰਹਮ ਗਿਆਨੀ ਮਹਾਤਮਾ
ਆਓ ਕੀ ਮਹਾਰਾਜ ਉਪਦੇਸ਼ ਬਖਸ਼ਦੇ ਨੇ, ਕੀ ਸਮਝਾਉਂਦੇ ਐ। ਆਪਣੇ ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੋ ਜੀ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਮਰਤਾ ਮਰਤਾ ਜਗ ਮੁਆ। ਸਾਧ ਸੰਗਤ ਜੀ, ਇੱਕ ਵਾਰ ਕੀ ਹੋਇਆ ਕਿ ਕਬੀਰ ਜੀ ਕਾਂਸ਼ੀ ਵਿੱਚ ਰਹਿੰਦੇ ਸਨ। ਉੱਥੇ ਨਾ ਕੋਈ ਬਿਮਾਰੀ, ਮਰੀ ਦੀ ਬਿਮਾਰੀ ਪੈ ਗਈ। ਉਹ ਸਾਧ ਸੰਗਤ ਜੀ ਜਦੋਂ ਮਰੀ ਦੀ ਬਿਮਾਰੀ ਪਈ, ਉਹਦੇ ਨਾਲ ਜਦੋਂ ਕਈਆਂ ਲੋਕਾਂ ਨੂੰ ਮਰਦਿਆਂ ਵੇਖਿਆ, ਕਾਂਸ਼ੀ ਦੇ ਲੋਕਾਂ ਨੂੰ ਮਰਦਿਆਂ ਵੇਖਿਆ, ਉਸ ਵੇਲੇ ਸਾਧ ਸੰਗਤ ਜੀ ਇਹ ਬਚਨ ਉਚਾਰਦੇ ਹਨ। ਕਬੀਰ ਮਰਤਾ ਮਰਤਾ ਜਗ ਮੁਆ। ਮਹਾਰਾਜ ਭਗਤ ਕਬੀਰ ਸਾਹਿਬ ਕਹਿੰਦੇ ਨੇ ਕਿ ਇਹ ਬਿਮਾਰੀ ਨਾਲ ਸਾਰਾ ਜਿਹੜਾ ਸੰਸਾਰ ਹੈ ਮਰ ਰਿਹਾ ਹੈ। ਮਰਤਾ ਮਰਤਾ ਜਗ ਮੂਆ। ਬਿਮਾਰੀ ਕਰਕੇ ਕੋਈ ਸਾਧ ਸੰਗਤ ਜੀ ਬਚਨ ਕਰਦੇ ਐ, ਦੁਰਘਟਨਾ ਹੋ ਜਾਣੀ, ਕੋਈ ਕਾਰਨ ਬਣ ਜਾਂਦਾ। ਮਹਾਰਾਜ ਕਹਿੰਦੇ ਸੰਸਾਰ ਤਾਂ ਜਗ ਮੂਆ ਮਰ ਰਿਹਾ ਹੈ। ਮਰ ਭੀ ਨਾ ਜਾਣਿਆ ਕੋਏ। ਮਹਾਰਾਜ ਦੀਨ ਦੁਨੀਆ ਦੇ ਮਾਲਕ ਦੱਸਦੇ ਐ, ਮਰ ਭੀ ਨਾ ਜਾਣਿਆ ਕੋਏ। ਆਖਣ ਲੱਗੇ ਨੇ ਅਸਲ ਮਰਨਾ ਤੇ ਕੋਈ ਵੀ ਨਹੀਂ ਜਾਣਦਾ। ਮਹਾਰਾਜ ਕਹਿੰਦੇ ਬਿਮਾਰੀ ਨਾਲ ਤੇ ਸਾਰੇ ਮਰ ਰਹੇ ਐ। ਗੁਰੂ ਸਾਹਿਬ ਕਹਿੰਦੇ ਅਸਲ ਮਰਨਾ ਥੋੜ੍ਹਾ ਕੋਈ ਜਾਣਦਾ। ਕਹਿੰਦੇ ਜੀ ਕਿਵੇਂ ਫਿਰ ਮਰੀਦਾ, ਅਸਲ ਮਰਨਾ ਕਿਵੇਂ ਹੈ? ਉਹ ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਭਗਤ ਕਬੀਰ ਜੀ ਬਚਨ ਉਚਾਰਦੇ ਹਨ। ਕਬੀਰ ਮਰਤਾ ਮਰਤਾ ਜਗ ਮੁਆ। ਮਹਾਰਾਜ ਕਹਿੰਦੇ ਮੌਤ ਦਾ ਮਾਰਿਆ ਹੋਇਆ ਤਾਂ ਸੰਸਾਰ ਮਰ ਹੀ ਰਿਹਾ, ਪਰ ਅਸਲ ਵਿੱਚ ਮਹਾਰਾਜ ਕਹਿੰਦੇ ਜਿਹੜਾ ਜੀਵਤ ਭਾਵ ਤੋਂ ਮਰ ਗਿਆ ਉਹ ਅਸਲ ਵਿੱਚ ਮਰਨਾ ਹੁੰਦਾ ਆ। ਮਹਾਰਾਜ ਕਹਿੰਦੇ ਮਰ ਭੀ ਨਾ ਜਾਣਿਆ ਕੋਏ। ਉਹ ਤੇ ਕੋਈ ਜਾਣਦਾ ਹੀ ਨਹੀਂ ਹੈ ਕਿ ਜੀਵਤ ਭਾਵ ਤੋਂ ਕਿਵੇਂ ਮਰਨਾ ਆ, ਭਾਵ ਕਿ ਸੰਸਾਰ ਵੱਲੋਂ ਕਿਵੇਂ ਮਰਨਾ ਆ। ਉਹ ਤੇ ਭਾਈ ਕੋਈ ਜਾਣਦਾ ਹੀ ਨਹੀਂ ਹੈ। ਗੁਰੂ ਸਾਹਿਬ ਕਹਿੰਦੇ ਇਹ ਮੌਤ ਦਾ ਮਾਰਿਆ ਹੀ ਸੰਸਾਰ ਮਰ ਰਿਹਾ, ਵਿਸ਼ਿਆਂ ਵਿੱਚ ਲੱਗਣੇ ਕਰਕੇ ਹੀ ਮਰ ਰਿਹਾ। ਕਹਿੰਦੇ ਜੀ ਮੈਂ ਤਾਂ ਕੰਮ ਕਰਕੇ ਮਰ ਗਿਆ, ਕਮਾਈਆਂ ਕਰਕੇ ਮਰ ਗਿਆ, ਧੰਦੇ ਕਰ ਕਰਕੇ ਹੀ ਸੰਸਾਰ ਮਰ ਰਿਹਾ। ਅਸਲ ਵਿੱਚ ਜਿਹੜਾ ਮਰਨਾ ਆ ਮਰ ਪੇ ਨਾ ਜਾਣਿਆ ਕੋਈ। ਉਹ ਤੇ ਜਾਣਿਆ ਹੀ ਨਹੀਂ ਹੈ ਕਿ ਅਸਲ ਮਰਨਾ ਕਿਵੇਂ ਹੈ। ਮਰ ਭੀ ਨਾ ਜਾਣਿਆ ਕੋਏ। ਮਹਾਰਾਜ ਭਗਤ ਕਬੀਰ ਸਾਹਿਬ ਜੀ ਆਖਣ ਲੱਗੇ ਨੇ, ਮਹਾਰਾਜ ਕਹਿੰਦੇ ਜਿਹੜਾ ਜੀਵਤ ਭਾਵ ਤੋਂ ਮਰਨਾ ਆ ਅਸਲ ਵਿੱਚ ਉਹੀ ਮਰਨਾ ਹੁੰਦਾ ਆ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜਦੋਂ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਬਿਰਾਜਮਾਨ ਸੀ, ਉਦੋਂ ਗੁਰਸਿੱਖਾਂ ਨੇ ਇਹੀ ਸਵਾਲ, ਆ ਜਿਹੜਾ ਬਚਨ ਤੁਸੀਂ ਸੁਣਿਆ ਨਾ ਕਬੀਰ ਮਰਤਾ ਮਰਤਾ ਜਗ, ਇਹ ਪਹਿਲਾਂ ਵੀ ਆ ਚੁੱਕਿਆ। ਉਹ ਸਾਧ ਸੰਗਤ ਜੀ ਪਿਛਲੇ ਰਾਗਾਂ 'ਚ ਆਇਆ। ਅਤੇ ਜਦੋਂ ਗੁਰਸਿੱਖਾਂ ਨੇ ਸਵਾਲ ਕੀਤਾ ਸੀ ਮਹਾਰਾਜ ਕਬੀਰ ਸਾਹਿਬ ਜੀ ਮਹਾਰਾਜ ਨੇ ਨਾ ਬਚਨ ਉਚਾਰਿਆ, ਕਬੀਰ ਮਰਤਾ ਮਰਤਾ ਜਗ ਮੂਆ ਮਰ ਭੇ ਨਾ ਜਾਣਿਆ ਕੋਏ। ਐਸੇ ਮਰਨੇ ਜੋ ਮਰੈ ਬਹੁਰ ਨਾ ਮਰਨਾ ਹੋਏ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਬੀਰ ਸਾਹਿਬ ਜੀ ਕਿਹੜੀ ਮੌਤ ਦੀ ਗੱਲ ਕਰਦੇ ਹੈ ਕਿ ਕਿਹੜਾ ਮਰਨਾ ਕਹਿੰਦੇ ਚਾਹੀਦਾ। ਫਿਰ ਸਾਧ ਸੰਗਤ ਜੀ ਆਖਣ ਲੱਗੇ ਮਹਾਰਾਜ ਹੇ ਵੱਡੇ ਗੁਰੂਦੇਵ ਜੀ ਪਿਤਾ ਜੀ ਕਿਹੜੇ ਮਰਨੇ ਕਰਕੇ ਦੁਬਾਰਾ ਮਰਨਾ ਨਹੀਂ ਹੁੰਦਾ। ਇਹ ਸਵਾਲ ਕੀਤਾ ਸੀ ਉਸ ਵੇਲੇ। ਤਾਂ ਮਹਾਰਾਜ ਨੇ ਪਹਿਲਾਂ ਉਹ ਵਾਰ ਦੇ ਵਿੱਚ ਬਚਨ ਆਉਂਦਾ ਸਾਧ ਸੰਗਤ ਜੀ। ਅਤੇ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਫਿਰ ਸਾਧ ਸੰਗਤ ਜੀ ਭਗਤ ਕਬੀਰ ਸਾਹਿਬ ਜੀ ਦਾ ਇਹ ਜਿਹੜਾ ਬਚਨ ਨਾ ਉਹ ਉਚਾਰਿਆ ਪਹਿਲਾਂ। ਸ਼ਲੋਕ ਮਹੱਲਾ ਤੀਜਾ ਸਾਧ ਸੰਗ ਇਹ ਬਿਹਾਗੜੇ ਰਾਗ ਦੇ ਵਿੱਚ ਆਉਂਦਾ ਆ। ਜਿਹੜੇ ਬਿਹਾਗੜੇ ਦੀ ਵਾਰ ਆਉਂਦੀ ਹੈ ਨਾ ਸਾਧ ਸੰਗਤ ਜੀ ਉਹਦੇ ਵਿੱਚ ਬਚਨ ਆਇਆ। ਅਤੇ ਜਦੋਂ ਬਿਹਾਗੜੇ ਦੀ ਵਾਰ ਵਿੱਚ ਬਚਨ ਆਇਆ ਪਹਿਲਾਂ ਸਤਿਗੁਰਾਂ ਜੀ ਨੇ ਮਹਾਰਾਜ ਨੇ ਬ੍ਰਹਮ ਗਿਆਨੀ ਭਗਤ ਕਬੀਰ ਜੀ ਦਾ ਸ਼ਲੋਕ ਉਚਾਰਿਆ। ਭਗਤ ਕਬੀਰ ਜੀ ਦਾ ਸ਼ਲੋਕ ਉਚਾਰ ਕੇ ਫਿਰ ਮਹੱਲਾ ਤੀਜਾ ਆਪਣਾ ਮਹਾਰਾਜ ਨਿਰਣਾ ਕਰਕੇ ਦੱਸਦੇ ਹੈ। ਮਹਾਰਾਜ ਕਹਿੰਦੇ ਗੁਰਮੁਖੋ ਤੁਸੀਂ ਭਗਤ ਕਬੀਰ ਜੀ ਦਾ ਬਚਨ ਸਮਝ ਨਹੀਂ ਸਕੇ। ਕਹਿੰਦੇ ਮਹਾਰਾਜ ਫਿਰ ਖੋਲ੍ਹ ਕੇ ਸਮਝਾਓ।
ਕਿਹੜਾ ਮਰਨਾ ਕਹਿ ਰਹੇ ਨੇ ਕਬੀਰ ਸਾਹਿਬ ਜੀ ਮਹਾਰਾਜ, ਕਿਹੜਾ ਮਰਨਾ ਕਰਕੇ ਦੁਆਰਾ ਮਰਨਾ ਨਹੀਂ ਹੁੰਦਾ। ਕਿਉਂਕਿ ਗੁਰੂ ਸਾਹਿਬ ਜੀ ਨੇ ਇੱਥੇ ਸਾਧ ਸੰਗਤ ਜੀ ਗੁੱਝਾ ਭੇਦ ਰੱਖ ਦਿੱਤਾ। ਇਸ ਨੂੰ ਆ ਜਿਹੜਾ ਬਚਨ ਨਾ ਮਹਾਰਾਜ ਭਗਤ ਕਬੀਰ ਜੀ ਦਾ ਸ਼ਲੋਕ ਹੈ 29ਵਾਂ, ਇਹਨੂੰ ਸਾਧ ਸੰਗਤ ਜੀ ਬ੍ਰਹਮ ਗਿਆਨੀ ਆਤਮਿਕ ਗਿਆਨੀ ਹੀ ਸਮਝ ਸਕਦਾ ਸੀ। ਇਸੇ ਕਰਕੇ ਜੇ ਗੁਰਸਿੱਖਾਂ ਨੇ ਸਵਾਲ ਕੀਤਾ, ਮਹਾਰਾਜ ਉਹ ਭਗਤ ਕਬੀਰ ਜੀ ਮਹਾਰਾਜ ਨੇ ਇਹ ਜਿਹੜਾ ਬਚਨ ਉਚਾਰਿਆ ਉਹਦੇ ਬਾਬਤ ਦੱਸੋ ਫਿਰ। ਤੇ ਮਹਾਰਾਜ ਗੁਰੂ ਧੰਨ ਗੁਰੂ ਅਮਰਦਾਸ ਪਿਤਾ ਜੀ ਨੇ ਬਿਹਾਗੜੇ ਦੀ ਵਾਰ 'ਚ, ਕਿਉਂਕਿ ਮੈਂ ਫੇਰ ਰੱਖਦਾ 555 ਅੰਗ ਤੇ ਇਹ ਬਚਨ ਪਹਿਲਾਂ ਵੀ ਆ ਚੁੱਕਿਆ ਆ ਗੁਰਬਾਣੀ ਦੇ ਵਿੱਚ। ਬਿਹਾਗੜੇ ਦੀ ਵਾਰ ਦੇ ਵਿੱਚ ਇਹੀ ਸ਼ਲੋਕ ਮਹਾਰਾਜ ਭਗਤ ਕਬੀਰ ਜੀ ਦਾ ਪਹਿਲਾਂ ਵੀ ਆਇਆ। ਤਾਂ ਮਹਾਰਾਜ ਫਿਰ ਦੱਸਦੇ ਹਨ, ਕਬੀਰ ਮਰਤਾ ਮਰਤਾ ਜਗ ਮੂਆ। ਮਹਾਰਾਜ ਕਹਿੰਦੇ ਮੌਤ ਦਾ ਮਾਰਿਆ ਹੋਇਆ ਤੇ ਜਗ ਮੂਆ ਮਰ ਹੀ ਰਿਹਾ। ਮਹਾਰਾਜ ਕਹਿੰਦੇ ਕੰਮ ਧੰਦੇ ਕਰਕੇ ਸੰਸਾਰਕ ਵਿਹਾਰਕ ਕਾਮ ਜਿਹੜੇ ਕੰਮ ਨੇ ਉਹ ਕਰ ਕਰਕੇ ਤੇ ਮਹਾਰਾਜ ਕਹਿੰਦੇ ਮਰ ਰਿਹਾ ਸੰਸਾਰ। ਇਸੇ ਕਰਕੇ ਗੁਰੂਦੇਵ ਦੱਸਦੇ ਹਨ, ਮਰ ਭੀ ਨਾ ਜਾਣਿਆ ਕੋਏ। ਮਹਾਰਾਜ ਕਹਿੰਦੇ ਪਰ ਅਸਲ ਮਰਨਾ ਕਿਸੇ ਨੇ ਜਾਣਿਆ ਹੀ ਨਹੀਂ ਹੈ ਵੀ ਮਰਨਾ ਕੀ ਹੈ। ਐਸੇ ਮਰਨੇ ਜੋ ਮਰੈ। ਦੀਨ ਦੁਨੀਆ ਦੇ ਮਾਲਕ ਸਤਿਗੁਰੂ ਜੀ ਕਹਿੰਦੇ ਐਸੇ ਮਰਨੇ ਜੋ ਮਰੈ। ਜਿਹੜਾ ਭਾਈ ਜੀਵਤ ਭਾਵ ਤੋਂ ਮਰ ਗਿਆ, ਸੰਸਾਰ ਵੱਲੋਂ ਮਰ ਗਿਆ, ਜਿਨ੍ਹਾਂ ਦਾ ਮਨ ਬੁੱਧ ਚਿੱਤ ਇਹ ਜਿਹੜਾ ਹੈ ਨਾ ਸਾਧ ਸੰਗਤ ਜੀ ਦੁਨੀਆ ਵੱਲੋਂ ਮਰ ਗਿਆ, ਅਸਲ ਵਿੱਚ ਉਹ ਮਰਨਾ ਹੁੰਦਾ ਹੈ। ਗੁਰੂਦੇਵ ਕਹਿੰਦੇ ਜਿਹੜਾ ਭਾਈ ਇਉਂ ਮਰ ਗਿਆ ਬਹੁਤ ਨਾ ਮਰਨਾ ਹੋਏ। ਮਹਾਰਾਜ ਕਹਿੰਦੇ ਫਿਰ ਦੁਬਾਰਾ ਮਰਨਾ ਨਹੀਂ ਹੋਊਗਾ। ਜਦੋਂ ਸੰਸਾਰ ਵੱਲੋਂ ਹੀ ਮਰ ਗਿਆ, ਸੰਸਾਰ ਵੱਲੋਂ ਸੰਬੰਧ ਹੀ ਕੱਟ ਦਿੱਤਾ, ਫਿਰ ਉਹ ਮਰਦੇ ਕਿੱਥੇ ਹੈ? ਜਿਨ੍ਹਾਂ ਨੇ ਸੰਸਾਰ ਨਾਲ ਬਿਰਤੀ ਜੋੜੀ ਹੈ, ਜਿਨ੍ਹਾਂ ਦੀ ਮਨ ਦੀ ਪ੍ਰਵਿਰਤੀ ਸੰਸਾਰ ਨਾਲ ਹੀ ਲੱਗੀ ਏ। ਮਹਾਰਾਜ ਕਹਿੰਦੇ ਭਾਈ ਉਹ ਤੇ ਫਿਰ ਮਰਦੇ ਜੰਮਦੇ ਰਹਿੰਦੇ ਹੈ। ਕਿਉਂਕਿ ਸੰਸਾਰ ਵਿੱਚ ਤੇ ਇਹ ਜਗ ਕਾਜਲ ਕੀ ਕੋਠਰੀ ਹੈ ਨਾ, ਇਹਦੇ ਵਿੱਚ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਪਾਪ ਅਵਿਦਿਆ ਗਿਆਨਤਾ ਹੀ ਹੈ। ਇਸੇ ਕਰਕੇ ਜਿਨ੍ਹਾਂ ਦੀ ਬਿਰਤੀ ਭਾਈ ਗਿਆਨ ਕਰਕੇ ਨਾਮ ਦਾ ਅਭਿਆਸ ਕਰਕੇ ਦੇਖੋ, ਜਿਨ੍ਹਾਂ ਨੇ ਇਹ ਜਾਣ ਲਿਆ ਕਿ ਸੰਸਾਰ ਦੀ ਰਚਨਾ ਝੂਠੀ ਹੈ। ਮਹਾਰਾਜ ਇੱਕ ਤਾਂ ਸਾਧ ਸੰਗਤ ਜੀ ਜਾਣਨਾ, ਔਰ ਇੱਕ ਨੇ ਨਾਮ ਦਾ ਅਭਿਆਸ ਕਰਕੇ ਉਸ ਨੂੰ ਉਹ ਥਾਂ 'ਤੇ ਪਹੁੰਚ ਗਏ ਕਿ ਸੰਸਾਰ ਹੁਣ ਜਦੋਂ ਝੂਠਾ ਲੱਗਣ ਲੱਗ ਜੇ। ਸਾਧ ਸੰਗਤ ਜੀ ਇਹ ਨਾਮ ਦਾ ਅਭਿਆਸ ਕਰਕੇ ਜਦੋਂ ਨਾਮ ਦਾ ਅਭਿਆਸੀ ਹੋਵਾਂਗੇ ਨਾ, ਉਦੋਂ ਸੁਰਤ ਉੱਚੀ ਉੱਠਦੀ ਹੈ। ਉਦੋਂ ਸਾਧ ਸੰਗਤ ਜੀ ਤੀਨ ਵਿਆਪੇ ਜਗਤ ਕੋ, ਹੁਣ ਤੇ ਜਗਤ ਵਿੱਚ 3 ਗੁਣ ਵਿਆਪਦੇ ਨਾ ਮਾਇਆ ਦੇ। ਤਾਂ ਹੀ ਤੇ ਹੁਣ ਰੱਬ ਵੱਲੋਂ ਮਰੇ ਹੋਏ ਆ, ਦੁਨੀਆ ਵੱਲੋਂ ਜਿਉਂ ਰਹੇ ਆ। ਮਹਾਰਾਜ ਕਹਿੰਦੇ ਜਦੋਂ ਨਾਮ ਦਾ ਅਭਿਆਸ, ਤਾਂ ਹੀ ਤੇ ਬਾਣੀ ਨਹੀਂ ਪੜ੍ਹਦੇ ਸੁਣਦੇ, ਸਾਧਨਾ ਕਰਨੀ ਕਠਿਨ ਹੈ ਨਾ। ਜਿਹੜਾ ਭਾਈ ਵਾਹਿਗੁਰੂ ਪਰਮੇਸ਼ਰ ਦਾ ਨਾਮ ਦਾ ਅਭਿਆਸੀ ਬਾਣੀ ਪੜ੍ਹਨ ਵਾਲਾ ਹੋ ਜੇ, ਉਹ ਦੁਨੀਆ ਦੇ ਕਿਸੇ ਕੰਮ ਦਾ ਨਹੀਂ ਰਹਿੰਦਾ। ਤਾਂ ਕਰਕੇ ਤੇ ਸਾਧ ਸੰਗਤ ਜੀ ਕਬੀਰ ਸਾਹਿਬ ਜੀ ਦੇ ਮਾਤਾ ਜੀ ਨੇ ਆਖਿਆ ਸੀ, ਹਮਰੇ ਕੁਲ ਕੌਣੇ ਰਾਮ ਕਹਿਓ, ਜਬ ਇਹ ਮਾਲਾ ਲਈ ਨਪੂਤੇ ਤਬ ਤੇ ਸੁਖ ਨਾ ਪਇਓ। ਕਹਿੰਦੇ ਜਦੋਂ ਮੇਰੇ ਪੁੱਤਰ ਨਪੂਤੇ ਨੇ ਮਾਲਾ ਚੱਕ ਲਈ ਨਾ, ਮੇਰੇ ਕਿਸੇ ਕੰਮ ਦਾ ਹੁਣ ਰਿਹਾ ਨਹੀਂ ਹੈ। ਕਹਿੰਦੇ ਦੁਨੀਆ ਤੇ ਕਹਿੰਦੀ ਹੈ ਕਿ ਕੰਮ ਕਰ ਕਰੇ ਜੋ ਜਨਨੀ ਗਰਭ ਪਾਲਤੀ। ਧੰਨ ਗੁਰੂ ਰਾਮਦਾਸ ਪਿਤਾ ਕਹਿੰਦੇ ਜਿਵੇਂ ਜਨਨੀ ਮਾਂ ਗਰਭ ਨੂੰ ਪਾਲਦੀ ਹੈ, ਬੱਚਾ ਹੁੰਦਾ ਨਾ ਛੋਟਾ ਜਿਹਾ ਪੇਟ 'ਚ, ਮਹਾਰਾਜ ਕਹਿੰਦੇ ਜਿਉਂ ਜਨਨੀ ਗਰਭ ਪਾਲਤੀ ਸੁੱਤ ਕੀ ਕਰ ਆਸਾ। ਗੌੜੀ ਰਾਗ 'ਚ ਬਚਨ ਆਖਿਆ ਮਹਾਰਾਜ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਚੌਥੇ ਗੁਰੂਦੇਵ ਨੇ, ਸੁੱਤ ਕੀ ਕਰ ਆਸਾ, ਪੁੱਤਰ ਦੀ ਆਸਾ ਕਰਦੀ ਹੈ। ਕਿਉਂਕਿ ਵੱਡਾ ਹੋਏ ਧਾਨ ਖਾਟ ਦੇ ਕਰ ਭੋਗ ਬਿਲਾਸਾ। ਵੱਡਾ ਹੋ ਕੇ ਮਾਇਆ ਲੈ ਕੇ ਆਓ ਕਹਿੰਦੇ, ਕਰ ਭੋਗ ਬਿਲਾਸਾ। ਉਸ ਮਾਇਆ ਦੇ ਨਾਲ ਭੋਗ ਪਦਾਰਥ ਖੁਸ਼ੀਆਂ ਬਿਲਾਸ ਖੇੜੇ ਮਾਣਾਂਗੇ। ਮਹਾਰਾਜ ਕਹਿੰਦੇ ਨੇ ਉਹ ਰੱਬ ਵੱਲੋਂ ਮਰੇ ਹੋਏ ਨੇ। ਮਹਾਰਾਜ ਕਹਿੰਦੇ ਜਿਹੜੇ ਰੱਬ ਵੱਲੋਂ ਮਰੇ ਨੇ, ਨਾਮ ਗਿਆਨ ਤੋਂ ਹੀਣੇ ਹੈ, ਗੁਰਮੰਤਰ ਹੀਣੇ ਸਿਆ, ਜੋ ਪ੍ਰਾਣੀ ਤਰਗੰਤ ਜਨਮ ਭ੍ਰਸ਼ਟ ਨੇ, ਭ੍ਰਸ਼ਟਿਆ ਹੋਇਆ ਜਨਮ ਹੈ। ਨਾਮ ਵੱਲੋਂ ਗੁਰੂ ਵੱਲੋਂ ਜਿਹੜੇ ਮਰੇ ਨੇ, ਮਹਾਰਾਜ ਕਹਿੰਦੇ ਉਹ ਸੰਸਾਰ ਤੇ ਮਰ ਰਿਹਾ, ਪਰ ਜਿਹੜਾ ਜੀਵਤ ਭਾਵ ਤੋਂ ਮਰ ਗਿਆ, ਆਪ ਗਵਾਈਐ ਤਾਂ ਸੋਹ ਪਾਈਐ। ਆਪਾ ਭਾਵ ਗਵਾ ਦਿੱਤਾ ਜਿਸਨੇ ਨਾਮ ਗਿਆਨ ਕਰਕੇ ਸਤ ਸੰਗਤ ਦੇ ਦੁਆਰਾ
ਇਹ ਜਾਣ ਲਿਆ ਕਿ ਸੰਸਾਰ ਤਾਂ ਨਾਸ਼ਵੰਤ ਹੈ, ਸੰਸਾਰ ਦੀ ਜਿਹੜੀ ਰਚਨਾ ਇਹ ਤੇ ਝੂਠੀ ਏ। ਇਸੇ ਕਰਕੇ ਮਹਾਰਾਜ ਕਹਿੰਦੇ, ਸਤਿਗੁਰੂ ਧੰਨ ਗੁਰੂ ਅਮਰਦਾਸ ਪਿਤਾ ਜੀ ਕਹਿੰਦੇ, ਭਗਤ ਜੀ ਕਹਿ ਰਹੇ ਐ, ਇਹ ਮੈਂ ਦੋਵਾਂ ਸ਼ਬਦਾਂ ਦੀ ਬਚਨਾਂ ਦੀ ਕਥਾ ਕਰ ਰਿਹਾ ਕਿ ਮਹਾਰਾਜ ਨੇ ਕੀ ਆਖਿਆ ਤੇ ਭਗਤ ਜੀ ਨੇ ਕੀ ਆਖਿਆ, ਕਿਉਂਕਿ ਬਚਨ ਇੱਕ ਹੀ ਆਇਆ। ਬਿਹਾਗੜੇ ਰਾਗ 'ਚ ਵੀ ਇਹੀ ਮਹਾਰਾਜ ਦਾ ਬਚਨ ਸ਼ਲੋਕ ਆਇਆ। ਹੁਣ ਭਗਤ ਕਬੀਰ ਜੀ ਦੇ ਸ਼ਲੋਕਾਂ ਦੀ ਕਥਾ ਹੋ ਰਹੀ ਹੈ, ਤਾਂ ਵੀ ਇਹ ਸ਼ਲੋਕ, ਇਹ 2 ਵਾਰ ਸ਼ਲੋਕ ਆ ਚੁੱਕਾ ਆ ਸਾਧ ਸੰਗਤ ਜੀ ਗੁਰਬਾਣੀ ਦੇ ਵਿੱਚ। ਤੇ ਮਹਾਰਾਜ ਸਤਿਗੁਰੂ ਜੀ ਧੰਨ ਗੁਰੂ ਅਮਰਦਾਸ ਪਿਤਾ ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਭਾਈ ਜਿਹੜਾ ਜੀਵਤ ਭਾਵ ਤੋਂ ਮਰ ਗਿਆ ਉਹ ਮਰਨਾ ਹੁੰਦਾ ਆ। ਜਿਹੜਾ ਜੀਵਤ ਭਾਵ ਤੋਂ ਮਰ ਗਿਆ, ਆਪ ਗਵਾਈ ਹੈ ਆਪਣੇ ਆਪ ਨੂੰ, ਆਪਾ ਭਾਵ ਹੀ ਗਵਾ ਦਿੱਤਾ, ਗੁਰੂ ਸਾਹਿਬ ਦੇ ਅਨੁਸਾਰੀ ਹੋ ਗਿਆ। ਤਾਂ ਮਹਾਰਾਜ ਕਹਿਣ ਲੱਗੇ, ਭਾਈ ਉਹਨਾਂ ਨੂੰ ਫਿਰ ਦੁਆਰਾ ਮਰਨਾ ਨਹੀਂ ਹੁੰਦਾ, ਉਹ ਤੇ ਮੁਕਤੀ ਹੋ ਗਏ ਨਾ। ਪ੍ਰਭ ਕੀ ਆਗੇ ਆਤਮ ਹਿਤਾਵੈ, ਜੀਵਨ ਮੁਕਤ ਸਊ ਕਹਾਵੈ। ਉਹ ਤੇ ਜਿਉਂਦੇ ਹੀ ਮੁਕਤ ਹੈ, ਫਿਰ ਮਰਨਾ ਕਿਵੇਂ ਹੋਵੇ? ਮਰਨ ਮੁਕਤ ਕਿਨ ਪਾਈ, ਮਰ ਕੇ ਮੁਕਤੀ ਥੋੜੋ ਪਾਈ ਹੈ ਕਿਸੇ ਨੇ। ਇਹ ਤੇ ਜਿਉਂਦਿਆਂ ਹੀ ਮੁਕਤੀ, ਮਹਾਰਾਜ ਗੁਰਬਾਣੀ ਜਿਉਂਦੇ ਮੁਕਤੀ ਕਰਦੀ ਹੈ। ਹਾਂ, ਮਰ ਕੇ ਵੀ ਮੁਕਤੀ ਕਰ ਸਕਦੀ ਹੈ ਗੁਰਬਾਣੀ, ਦੋਵਾਂ ਪੱਖਾਂ 'ਚ ਹੀ ਚੱਲਦੀ ਹੈ। ਜਿਹ ਜਾਈਏ ਤਹਾਂ ਸੁਹੇਲੇ। ਪਰ ਜਿਸ ਨੇ ਦੁਨੀਆ 'ਤੇ ਆ ਕੇ ਆਪਣੀ ਸੁਰਤੀ ਨਾਮ ਪਰਮੇਸ਼ਰ ਗਿਆਨ ਵਿੱਚ ਲਾ ਲਈ, ਮਹਾਰਾਜ ਦੱਸਦੇ ਹੈ ਕਿ ਭਾਈ ਉਹ ਜੀਵਤ ਭਾਵ ਤੋਂ ਮਰ ਗਏ, ਆਪਾ ਭਾਵ ਉਹਨਾਂ ਨੇ ਗਵਾ ਦਿੱਤਾ। ਅੰਦਰੋਂ ਸਾਧ ਸੰਗਤ ਜੀ ਦੁਨੀਆ ਦੇ ਪਦਾਰਥਾਂ ਦੀ, ਪਰਿਵਾਰ ਦੀ, ਮੋਹ ਦੀ, ਮਾਇਆ ਦੀ ਅਟੈਚਮੈਂਟ ਹੀ ਨਹੀਂ ਰਹੀ, ਇਸ ਕਰਕੇ ਉਹ ਜੀਵਤ ਭਾਵ ਤੋਂ ਮਰ ਗਏ। ਬਹੁਰ ਨਾ ਮਰਨਾ ਹੋਏ। ਮਹਾਰਾਜ ਕਹਿੰਦੇ ਫਿਰ ਦੁਆਰਾ ਮਰਨਾ ਨਾ ਹੋਏ, ਮਰਨਾ ਨਹੀਂ ਹੋਊਗਾ। ਇਹ ਜਦੋਂ ਸਾਧ ਸੰਗਤ ਜੀ ਉਸ ਵੇਲੇ ਗੁਰਸਿੱਖਾਂ ਨੇ ਬਚਨ ਕੀਤਾ ਕਿ ਮਹਾਰਾਜ ਜੀ, ਹੇ ਸਤਿਗੁਰੂ ਗੁਰਦੇਵ ਪਿਤਾ ਜੀ, ਭਗਤ ਕਬੀਰ ਜੀ ਮਹਾਰਾਜ ਨੇ ਸ਼ਲੋਕ ਉਚਾਰਿਆ ਹੋਇਆ ਏ। ਹੁਣ ਇਹ ਦੱਸੋ ਵੀ ਕਿਹੜੇ ਜੀਵ ਮਰਨ ਦੀ ਮਹਾਰਾਜ ਗੱਲ ਕਰਦੇ ਐ। ਤਾਂ ਉਸ ਵੇਲੇ ਗੁਰੂਦੇਵ ਨੇ ਆਖਿਆ ਸੀ, ਕਿਆ ਜਾਣਾ ਕਿਵ ਮਰ ਹੈ ਕਿ ਕੈਸਾ ਮਰਨਾ ਹੋਏ। ਮਹੱਲਾ ਤੀਜੇ ਦੇ ਸਰਲੇਖ ਹੇਠ ਬਚਨ ਉਚਾਰਿਆ। ਮਹਾਰਾਜ ਗੁਰੂ ਅਮਰਦਾਸ ਪਿਤਾ ਜੀ ਕਹਿੰਦੇ, ਦੁਨੀਆ ਤੋਂ ਕਿਵੇਂ ਜਾਣਾ, ਕਿਵੇਂ ਮਰਨਾ ਕਿਵੇਂ ਹੋਣਾ, ਇਹ ਤੇ ਭਾਈ ਇਹਦੇ ਵਿੱਚ ਨਾ ਪਾਓ। ਮਹਾਰਾਜ ਕਹਿੰਦੇ, ਜੇਕਰ ਸਾਹਿਬ ਮਨੋਂ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਜੇ ਤੈਨੂੰ ਵਾਹਿਗੁਰੂ ਪਰਮੇਸ਼ਰ ਨਹੀਂ ਭੁੱਲੇਗਾ, ਉਹਦੀ ਯਾਦ ਨਹੀਂ ਭੁੱਲੇਗੀ, ਤਾਂ ਸਹਿਲਾ ਸੌਖਾ ਮਰਨਾ ਹੋ ਜੂਗਾ, ਸੌਖੀ ਤੇਰੀ ਜਾਨ ਨਿਕਲ ਜੂਗੀ। ਮਹਾਰਾਜ ਕਹਿੰਦੇ ਨੇ, ਔਖਾ ਬੜਾ ਹੈ। ਜਿੰਦਨ ਮਾਣੀ ਕੱਟੀਏ ਹੱਡਾਂ ਕੂ ਕੜਕਾਏ। ਹੱਡ ਕੜਕਦੇ ਨੇ। ਕਿੱਥੇ ਆਤਮਾ ਜਿੰਦ ਕਿੱਥੇ ਛੱਡਦੀ ਹੈ ਸਰੀਰ ਨੂੰ, ਪਰਿਵਾਰ ਨੂੰ। ਤਾਂ ਹੀ ਮਹਾਰਾਜ ਨੇ, ਗੁਰੂਦੇਵ ਨੇ ਆਖਿਆ, ਸੱਚੇ ਪਾਤਸ਼ਾਹ ਜੀ ਨੇ ਤਾਂ ਹੀ ਬਚਨ ਕੀਤਾ ਹੈ, ਹੱਥ ਮਰੋੜੈ ਤਾਨ ਕਪੇ ਸਿਆਹੋ ਹੋਵਾ ਸੇਤ। ਹੱਥ ਮੁੜ ਜਾਂਦੇ ਐ। ਸੱਚੇ ਪਾਤਸ਼ਾਹ ਕਹਿੰਦੇ, ਤਨ ਕਪੇ, ਤਨ ਕੰਬਣ ਲੱਗ ਜਾਂਦਾ ਜਦੋਂ ਜਿੰਦ ਨਿਕਲਦੀ ਹੈ। ਸਿਆਹੋ ਹੋਵਾ ਸੇਤ, ਮਹਾਰਾਜ ਦਾ ਬਚਨ ਹੈ। ਸਾਧ ਸੰਗਤ ਜੀ, ਗੁਰਦੇਵ ਕਹਿੰਦੇ, ਇਉਂ ਫਿਰ ਹਾਲਤ ਹੁੰਦੀ ਹੈ ਉਸ ਵੇਲੇ ਜਦੋਂ ਮੌਤ ਆਉਂਦੀ ਹੈ। ਤੇ ਜੇਕਰ ਸਾਹਿਬ ਮਨੋਂ ਨਾ ਵਿਸਰੈ, ਜੇ ਤੂੰ ਦੁਨੀਆ ਤੇ ਰਹਿੰਦਾ ਵਾਹਿਗੁਰੂ ਪਰਮੇਸ਼ਰ ਨੂੰ ਯਾਦ ਕਰਦਾ ਰਿਹਾ, ਮਨੋਂ ਨਹੀਂ ਭੁੱਲਿਆ ਸੀ ਤੈਨੂੰ ਕਿਤੇ ਵਾਹਿਗੁਰੂ, ਅੰਮ੍ਰਿਤ ਧਾਰੀ ਹੋ ਕੇ ਬਾਣੀ ਨਾਮ ਦਾ ਅਭਿਆਸੀ ਹੋਇਆ, ਤਾਂ ਸਹਿਲਾ ਮਰਨਾ ਹੋਏ। ਮਰਨਾ ਸੌਖਾ ਹੋ ਜਾਂਦਾ ਹੈ। ਮਰਨੇ ਤੇ ਜਗਤ ਡਰੈ। ਮਹਾਰਾਜ ਗੁਰੂ ਅਮਰਦਾਸ ਪਿਤਾ ਕਹਿੰਦੇ, ਬਿਹਾਗੜੇ ਦੀ ਵਾਰ 'ਚ, ਮਰਨ ਤੋਂ ਜਗਤ ਡਰਦਾ ਹੈ। ਮਹਾਰਾਜ ਕਹਿੰਦੇ, ਜੀਵਿਆ ਲੋੜੇ ਸਭ ਕੋਏ। ਸਾਰੇ ਚਾਹੁੰਦੇ ਹੈ ਕਿ ਜਿਉਂਦੇ ਰਹੀਏ, ਜੀਵਨ ਚਾਹੁੰਦੇ ਹੈ। ਮਹਾਰਾਜ ਕਹਿੰਦੇ ਨੇ, ਗੁਰ ਪ੍ਰਸਾਦੀ ਜੀਵਤ ਮਰੈ, ਹੁਕਮੈ ਬੂਝੈ ਸੋਏ। ਵਾਹਿਗੁਰੂ ਪਰਮੇਸ਼ਰ ਗੁਰੂ ਸਾਹਿਬ ਜੀ ਦੀ ਕਿਰਪਾ, ਪ੍ਰਸਾਦੀ ਉਪਦੇਸ਼ ਦੇ ਨਾਲ, ਕਿਰਪਾ ਦੇ ਨਾਲ ਜੀਵਤ ਮਰੈ। ਮਹਾਰਾਜ ਕਹਿੰਦੇ, ਗੁਰਸਿੱਖੋ ਭਗਤ ਜੀ, ਆ ਜੀਵਤ ਮਰਨ ਦੀ ਗੱਲ ਕਰ, ਜਿਉਂਦੇ ਜਿਉਂਦੇ ਮਰ ਜਾਣਾ, ਜਿਉਂਦੇ ਜਿਉਂਦੇ ਮਰ ਜਾਣ। ਤਨ ਤੇ ਮਨ ਗੁਰੂਦੇਵ ਦਾ ਜਾਣਨਾ, ਉਹ ਜੀਵਤ ਭਾਵ ਤੋਂ ਮਰਿਆ ਹੋਇਆ। ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ, ਜੀਵਨ ਦੀ ਆਸ ਨਹੀਂ ਰਹਿਣੀ। ਤਾਂ ਮਹਾਰਾਜ ਕਹਿੰਦੇ ਨੇ, ਹੁਕਮੈ ਬੂਝੈ ਸੋਏ। ਉਹ ਜਿਸ ਨੇ ਹੁਕਮ ਨੂੰ ਬੁੱਝ ਲਿਆ, ਜਾਣ ਲਿਆ,
ਉਹ ਸਾਧ ਸੰਗਤ ਜੀ ਉਹਦੇ ਤੇ ਕਿਰਪਾ ਹੁੰਦੀ, ਉਹ ਜੀਵਤ ਭਾਵ ਤੋਂ ਮਰਦਾ। ਜਿੰਨੇ ਵੀ ਗੁਰਸਿੱਖ ਗੁਰੂ ਸਿੱਖ ਪੰਥ ਦੇ ਵਿੱਚ ਹੋਏ, ਗੁਰੂ ਘਰ ਮਹਾਰਾਜ ਦੇ ਵੇਲੇ ਹੋਏ, ਗੁਰੂ ਘਰ ਦੇ ਜਿੰਨੇ ਅਨੰਨ ਸੇਵਕ ਹੋਏ, ਜਿਹੜੇ ਮੁਕਤ ਹੋਏ ਨਾ, ਉਹ ਪਹਿਲਾਂ ਦੁਨੀਆ ਵੱਲੋਂ ਮਰੇ ਹੋਏ ਸੀ। ਫਕੀਰ ਬਣਨਾ, ਸਿੱਖ ਬਣਨਾ, ਮੁਰਦਾ ਹੋਏ ਮੁਰੀਦ, ਮਰਨਾ ਪੈਂਦਾ ਹੈ ਪਹਿਲਾਂ, ਦੁਨੀਆ ਵੱਲੋਂ ਮਰਨਾ ਪੈਂਦਾ। ਊਂ ਨਹੀਂ ਮਰਨਾ ਵੀ ਫਾਹਾ ਲੈ ਲਓ ਜਾ ਕੇ, ਨਾ, ਦੁਨੀਆ ਵੱਲੋਂ ਮਰਨਾ ਪੈਂਦਾ। ਪੀਰ ਮੁਰੀਦਾਂ ਪਿਰਹੜੀਓ ਨਿਭੈ ਨਾਲੇ, ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ, ਨੇਹੋਂ ਕਵਲ ਜਲ ਜਾਣੀਐ ਖਿੜ ਮੋਹ ਵਿਖਾਲੇ। ਕਹਿੰਦੇ ਨੇ ਮਹਾਰਾਜ ਕਹਿੰਦੇ ਨੇ ਚੱਕਵੀ ਸੂਰਜ ਹੇਤ ਹੈ, ਮਹਾਰਾਜ ਕਹਿੰਦੇ ਚੱਕਵੀ ਸੂਰਜ ਹੇਤ ਹੈ ਖਿੜ ਮੋਹ ਦਿਖਾਲੇ। ਆਖਦੇ ਨੇ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਮੋਰ ਬਬੀਹੇ ਬੋਲਦੇ ਵੇਖ ਬੱਦਲ ਕਾਲੇ, ਪਿਆਰ ਹੈ ਨਾ, ਪ੍ਰੇਮ ਹੈ ਨਾ, ਨਾਰ ਪਧਾਰ ਪਿਆਰ ਹੈ ਮਾਂ ਪੁੱਤ ਸੰਭਾਲੇ, ਪੀਰ ਮਰੀਦਾਂ ਪਿਰਹੜੀਓ ਨਿਭੈ ਨਾਲੇ। ਪੀਰਾਂ ਦੇ ਨਾਲ, ਸਤਿਗੁਰੂ ਦੇ ਨਾਲ, ਪਰਮੇਸ਼ਰ ਦੇ ਨਾਲ ਮੁਰੀਦ ਦੀ ਨਿਭਦੀ ਕਿਵੇਂ ਹੈ? ਉਹ ਨਿਭੈ ਨਾਲੇ, ਅੰਤ ਤੱਕ ਨਿਭਦੀ ਹੈ, ਅੰਤ ਤੱਕ। ਜੀਵਤ ਮਰੇ ਹੁਕਮੈ ਬੂਝੈ ਸੋਏ, ਜਿਸਨੇ ਹੁਕਮ ਨੂੰ ਬੁੱਝ ਲਿਆ ਦੁਨੀਆ ਵੱਲੋਂ ਮਰ ਗਿਆ। ਜਦੋਂ ਮਹਾਰਾਜ ਨੇ ਆਖਿਆ ਸੀ ਮੈਨੂੰ ਸੀਸ ਚਾਹੀਦਾ, ਭਾਈ ਦਇਆ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਨੂੰ ਨਮਸਕਾਰ ਕਰਕੇ ਉੱਠੇ। ਮਹਾਰਾਜ ਕਹਿੰਦੇ ਵੱਢਣਾ ਹੈ ਸੀਸ, ਮੈਂ ਕੱਟਣਾ ਹੈ। ਕਹਿੰਦੇ ਮਹਾਰਾਜ ਤੁਹਾਡਾ ਹੀ ਹੈ ਤਨ ਮਨ, ਤਨ ਮਨ ਤੇ ਤੁਹਾਡਾ ਹੀ ਹੈ। ਮਰਿਆ ਹੋਇਆ ਸੀ ਨਾ ਦੁਨੀਆ ਵੱਲੋਂ, ਮਰਿਆ ਸੀ ਦੁਨੀਆ ਵੱਲੋਂ ਤੇ ਸੀਸ ਅਰਪਣ ਕਰ ਦਿੱਤਾ, ਕਰ ਦਿੱਤਾ ਅਰਪਣ ਸੀਸ। ਸੰਮਣ ਤੇ ਮੁਸਣ ਦਾ ਪ੍ਰਸੰਗ ਆਉਂਦਾ ਹੈ, ਜਿਹੜਾ ਬਚਨ ਪੜ੍ਹਦੇ ਆ ਨਾ, ਸੰਮਣ ਜੋ ਇਸ ਪ੍ਰੇਮ ਕੀ ਦਮ ਕਿਉ ਹੋਤੀ ਸਾਟ, ਚੌ ਬੋਲੇ ਪੰਜਵੇਂ ਪਾਤਸ਼ਾਹ ਜੀ ਨੇ ਉਚਾਰੇ। ਸੰਮਣ ਜੋ ਇਸ ਪ੍ਰੇਮ ਕੀ, ਸੰਮਣ ਮੁਸਣ ਪਿਓ ਪੁੱਤਰ ਸਨ। ਇਹ ਸਾਧ ਸੰਗਤ ਜੀ ਪ੍ਰੇਮ ਕੀਤਾ ਦੁਨੀਆ ਵਾਹਿਗੁਰੂ ਪਰਮੇਸ਼ਰ ਨਾਲ, ਗੁਰੂ ਅਰਜਨ ਦੇ ਪਿਤਾ ਨਾਲ। ਪ੍ਰੀਤ ਪ੍ਰੇਮ ਤਨ ਖਚ ਰਹਿਆ, ਬੀਚ ਨਾ ਰਾਈ ਹੋਤ। ਰਾਈ ਜਿੰਨਾ ਵੀ ਸਾਧ ਸੰਗਤ ਜੀ ਫਰਕ ਨਹੀਂ ਸੀ ਰੱਖਿਆ, ਤੇ ਦੁਨੀਆ ਵੱਲੋਂ ਮਰ ਗਏ ਸੀ, ਦੁਨੀਆ ਵੱਲੋਂ। ਤੇ ਸਾਧ ਸੰਗਤ ਜੀ ਪੁੱਤਰ ਨੇ ਪਿਓ ਨੂੰ ਆਖਿਆ ਸੀ ਬਾਪੂ, ਇਹ ਇਤਿਹਾਸ ਹੈ ਨਾ, ਇਹ ਚੌਧਰੀ ਨੂੰ ਕਿਸੇ ਨੂੰ ਸ਼ਾਹੂਕਾਰ ਨੂੰ ਮਾਇਆ ਰੱਖ ਦਿੱਤੀ, ਉਹ ਮੁੱਕਰ ਗਿਆ। ਹੁਣ ਸਿੱਖ ਕਹਿੰਦੇ ਵੀ ਮਾਇਆ ਤੇ ਸਾਡੀ ਹੈ, ਹੱਕ ਤੇ ਸਾਡਾ ਹੈ। ਹੋਇਆ ਕੀ ਹੈ ਤੇ ਰਾਤ ਨੂੰ ਚੋਰੀ ਕਰ ਲਈ, ਚੋਰੀ ਨਹੀਂ ਕਹਿ ਸਕਦੇ, ਆਪਣਾ ਹੱਕ ਲੈਣ ਲਈ ਚਲੇ। ਉਹ ਮਹਾਰਾਜ ਦਾ ਲੰਗਰ ਕਰਨਾ ਸੀ, ਗੁਰੂ ਅਰਜਨ ਦੇਵ ਪਾਤਸ਼ਾਹ ਸੰਗਤ ਨੇ ਆਉਣਾ ਸੀ, ਇਹ ਮੁੱਕਰ ਗਿਆ, ਕਿਸੇ ਨੇ ਉਂਗਲ ਲਾਤੀ। ਹੁੰਦੇ ਐ ਨਿੰਦਿਆ ਚੁਗਲੀ ਵਾਲੀ ਈਰਖਾ ਬਥੇਰੇ। ਤੇ ਸਾਧ ਸੰਗਤ ਜੀ ਸਿੱਖ ਕਹਿੰਦੇ ਵੀ ਪਿਓ ਪੁੱਤ ਦੋਵੇਂ ਸਿੱਖ ਸੀ ਮਹਾਰਾਜ ਦੇ, ਤਾਂ ਨਾਮ ਆਇਆ ਗੁਰਬਾਣੀ ਚ, ਗੁਰੂ ਗ੍ਰੰਥ ਸਾਹਿਬ ਪਿਤਾ ਚ। ਸੰਮਣ ਜੋ ਇਸ ਪ੍ਰੇਮ ਕੀ ਦਮ ਕਿਉ ਹੋਤੀ ਸਾਟ। ਕਹਿੰਦੇ ਬਾਪੂ ਮਾਇਆ ਹੁਣ ਉਹਦੇ ਕੋਲ ਰਹਿ ਗਈ, ਹੱਕ ਹੈ ਆਪਣਾ ਮਾਇਆ, ਕੀ ਕਰੀਏ। ਛੱਤ ਪਾੜ ਕੇ ਲੰਘ ਆ ਗਏ, ਉਹ ਚੌਧਰੀ ਸ਼ਾਹੂਕਾਰ ਦੇ ਘਰੇ ਆ ਗਏ, ਜਿੱਥੇ ਮਾਇਆ ਰੱਖੀ ਸੀ। ਹੁਣ ਸਿੱਖ ਦੀ ਮਾਇਆ ਹੈ, ਗੁਰੂ ਸਾਹਿਬ ਦੇ ਪੂਰੇ ਸਿੱਖ ਦੀ ਮਾਇਆ ਹੈ। ਸਾਧ ਸੰਗਤ ਜੀ ਜੀਵਤ ਭਾਵ ਤੋਂ ਮਰਨਾ ਕਿਵੇਂ ਹੈ, ਇਹ ਮਹਾਰਾਜ ਦੱਸਦੇ ਆ ਬਾਣੀ ਚ। ਮਾਇਆ ਚੱਕ ਲਈ, ਉਧਰੋਂ ਅੰਮ੍ਰਿਤ ਵੇਲਾ ਹੋ ਚੁੱਕਾ ਸੀ। ਸਾਧ ਸੰਗਤ ਜੀ ਜਦੋਂ ਅੰਮ੍ਰਿਤ ਵੇਲਾ ਹੋ ਚੁੱਕਾ ਸੀ, ਉਸ ਵੇਲੇ ਸਾਧ ਸੰਗਤ ਜੀ ਕਹਿੰਦੇ ਅੰਮ੍ਰਿਤ ਵੇਲਾ ਹੋ ਗਿਆ, ਹੁਣ ਚਾਨਣ ਹੋਵੇਗਾ, ਜਲਦੀ ਜਲਦੀ ਨਿਕਲ ਜਾਈਏ। ਮਾਇਆ ਤੇ ਚੱਕ ਲਈ, ਮਾਇਆ ਚੱਕ ਕੇ ਜਦੋਂ ਸਾਧ ਸੰਗਤ ਜੀ ਉਹ ਜਿੱਧਰੋਂ ਦੀ ਛੱਤ ਪਾੜੀ ਸੀ, ਉਹ ਮੋਗਰੇ ਥਾਈ ਨਾ ਲੰਘਣ ਲੱਗੇ, ਲੰਘਿਆ ਨਾ ਗਿਆ। ਹੁਣ ਪਿਓ ਦਾ ਸਰੀਰ ਸਾਧ ਸੰਗਤ ਜੀ ਬਜ਼ੁਰਗ ਹੋਣ ਕਰਕੇ ਸਰੀਰ 'ਚ ਫਰਕ ਸੀ, ਉਹ ਤੇ ਲੰਘ ਗਿਆ।
ਪੁੱਤਰ ਦਾ ਸੀਸ ਦੇ ਬਾਹਰ ਆ ਗਿਆ ਪਰ ਧੜ ਨਹੀਂ ਆਇਆ। ਜਦੋਂ ਧੜ ਨਹੀਂ ਨਾ ਆਇਆ, ਮਾਇਆ ਹੱਥ ਵਿੱਚ ਫੜੀ ਹੋਈ ਹੈ। ਇਹ ਕਹਿੰਦਾ ਬਾਪੂ ਆ ਮਾਇਆ ਲੈ ਜਾ। ਕਹਿੰਦੇ ਪੁੱਤਰ ਤੂੰ ਬਾਹਰ ਨਹੀਂ ਆਉਂਦਾ। ਮਹਾਰਾਜ ਇੱਥੇ ਕਬੀਰ ਜੀ ਦਾ ਬਚਨ ਆਉਣਾ ਨਾ, ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਏ। ਰੱਬ ਜਦੋਂ ਪਰਖ ਕਰਦਾ ਝੂਠਾ ਬੰਦਾ ਨਹੀਂ ਟਿਕਦਾ, ਜੋ ਮਰ ਜੀਵਾ ਹੋਏ। ਅੱਜ ਸ਼ਲੋਕ ਦੀ ਮੈਂ ਕਥਾ ਕਰ ਰਹੀ ਹਾਂ, ਇਸ ਦਾ ਹੀ ਇਹ ਭਾਵ ਹੈ, ਜੋ ਮਰ ਜੀਵਾ ਹੋਏ। ਜਿਹੜੇ ਮਰ ਕੇ ਜਿਉਂਦੇ, ਮਰ ਕੇ ਜਿਉਣਾ, ਜਿਉਂ ਕੇ ਤਾਂ ਸਾਰੇ ਮਰਦੇ ਐ, ਮਰਦਾ ਮਰਦਾ ਜਗ ਮੂਆ। ਦੇਖੋ ਮਹਾਰਾਜ ਕੀ ਪਰਮ ਉਪਦੇਸ਼ ਬਖਸ਼ਦੇ ਨੇ ਸ਼ਲੋਕਾਂ 'ਚ। ਮਰਤਾ ਮਰਤਾ ਜਗ ਮੂਆ, ਮਰ ਮਰ ਕੇ ਤਾਂ ਸਾਰੀ ਮਰਦੇ ਐ, ਜਿਉਂ ਕੇ ਤਾਂ ਸਾਰੇ ਮਰਦੇ ਐ। ਮਰ ਕੇ ਜਿਉਣਾ ਕਹਿੰਦੇ ਹੈ ਉਲਟ ਗੱਲ, ਕਮਾਲ ਦੀ ਗੱਲ ਨਹੀਂ ਹੋਗੀ। ਮਰ ਕੇ ਜਿਉਣਾ ਕਹਿੰਦਾ ਬਾਪੂ ਜੀ, ਪਿਤਾ ਜੀ ਸਵਾਮੀ ਨੇ ਘਰੇ ਆਉਣਾ ਹੈ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਪਿਤਾ ਨੇ ਘਰੇ ਆਉਣਾ ਹੈ। ਤੂੰ ਸੰਸਾਰਕ ਪਿਤਾ ਹੈ, ਮੋਹ ਹੈ ਤੈਨੂੰ ਪਤਾ ਹੈ। ਮਾਇਆ ਚੱਕ ਲੈ, ਫੜ ਲੈ ਮਾਇਆ। ਤੇ ਤੂੰ ਪੁੱਤਰ ਫਿਰ ਕੀ ਕਰੇਂਗਾ? ਤੇ ਕਹਿਣ ਲੱਗੇ ਪਿਤਾ ਜੀ ਸਿਰ ਤਾਂ ਬਾਹਰ ਆ ਗਿਆ, ਮੇਰਾ ਧੜ ਨਹੀਂ ਆਉਂਦਾ। ਕਮਾਲ ਦੀ ਗੱਲ ਹੈ। ਜਦੋਂ ਪਰਮੇਸ਼ਰ ਸਾਧ ਸੰਗਤ ਜੀ ਪਰਖ ਕਰਦਾ ਨਾ, ਔਰ ਬਹੁਤ ਵਿਧੀਆਂ ਬਣਾ ਦਿੰਦਾ, ਉਦੋਂ ਫਿਰ ਬਹੁਤ ਢੰਗ ਤਰੀਕੇ ਸਭ ਵਿਦ ਜਾ ਕੇ ਹਾਸ। ਤਾਂ ਹੀ ਤੇ ਗੁਰਬਾਣੀ ਕਹਿੰਦੀ ਹੈ, ਰੱਬ ਨੂੰ ਕੌਣ ਸਮਝੇ ਦੱਸੋ, ਕਿਹੜਾ ਜਾਣੇ ਅਕਾਲ ਪੁਰਖ ਨੂੰ, ਕੌਣ ਜਾਣੇ। ਕੌਣ ਜਾਣੇ ਚਲਦ ਤੇਰੇ ਅੰਧਿਆਰੇ ਮਹਿਦੀਪ, ਹਰ ਕੀ ਗਤ ਨਹਿ ਕਉ ਜਾਣੈ। ਵਾਹਿਗੁਰੂ ਨੂੰ ਕੌਣ ਜਾਣੇ, ਕਰਤੇ ਕੀਮਤ ਕਰਤਾ ਜਾਣੇ, ਕਹਿ ਜਾਣੇ ਗੁਰ ਸੂਰਾ। ਕੌਣ ਜਾਣੇ ਗੁਰੂ ਸਾਹਿਬ ਨੂੰ। ਪਰਚਾ ਪਾਤਾ ਕਿੰਨਾ ਕੁ ਪ੍ਰੇਮ ਕਰਦਾ। ਐਵੇਂ ਥੋੜੀ ਗੁਰੂ ਗ੍ਰੰਥ ਸਾਹਿਬ ਪਿਤਾ ਚ ਨਾਮ ਆ ਗਿਆ। ਸੰਮਣ ਜੋ ਇਸ ਪ੍ਰੇਮ ਕੀ, ਦਮ ਕੇ ਹੋਤੀ ਸਾਠ। ਚੌ ਬੋਲੇ, ਇਹ ਚੌ ਬੋਲੇ ਬਾਣੀ ਹੈ। ਹਾਂ ਪੜਾਂਗੇ ਤਾਂ ਫੇਰ ਹੀ ਪਤਾ ਲੱਗੂਗਾ ਨਾ। ਊਂ ਸਾਨੂੰ ਕੀ ਪਤਾ ਵੀ ਚੌ ਬੋਲੇ ਕੀ ਹੁੰਦੇ ਆ। ਕਈਆਂ ਨੇ ਤੇ ਨਾਮ ਹੀ ਪਹਿਲੀ ਵਾਰ ਸੁਣਿਆ ਵੀ ਚੌ ਬੋਲੇ। ਇਹ ਵੀ ਕੋਈ ਬਾਣੀ ਆਉਂਦੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਆਉਂਦੀ ਹੈ 1363 ਟੰਗ ਤੇ। ਚੌ ਬੋਲੇ, ਚਾਰ ਜਾਣੇ ਬੋਲੇ, ਜਮਾਲ ਤੇ ਪਤੰਗ ਤੇ ਸੰਮਣ ਤੇ ਮੂਸਣ। ਇਹਨਾਂ ਦੀ ਪ੍ਰੇਮ ਦੀ ਗੱਲ ਮਹਾਰਾਜ ਗੁਰਬਾਣੀ 'ਚ ਆਪ ਕਰਦੇ ਆ ਪੰਜਵੇਂ ਸਵਾਮੀ ਜੀ। ਬਾਪੂ ਧੜ ਨਹੀਂ ਬਾਹਰ ਆਉਂਦਾ, ਕਹਿੰਦਾ ਕੀ ਕਰਾਂ, ਸਿਰ ਵੱਢ ਲੈ, ਮੇਰਾ ਸੀਸ ਵੱਢ ਕੇ ਲੈ ਜਾ, ਕੋਈ ਪਹਿਚਾਣ ਨਹੀਂ ਸਕੂਗਾ ਵੀ ਕਿਹਦਾ ਹੈ। ਉਹ ਤੜਕਾ ਹੋ ਰਿਹਾ ਕਿਤੇ ਭਾਨੀ ਨਾ, ਇਹ ਨਿੰਦਿਆ ਨਾ ਕਰਨ। ਉਹ ਗੁਰੂ ਅਰਜਨ ਸਾਹਿਬ ਦੇ ਸਿੱਖ ਚੋਰੀਆਂ ਕਰਦੇ ਐ। ਹਾਂ ਕਿਸੇ ਨੇ ਸੱਚ ਕਿਹਨੇ ਜਾਣਨਾ, ਕਿਸੇ ਨੇ ਸੱਚ ਥੋੜੀ ਜਾਣਨਾ ਹੈ ਵੀ ਆਪਣੀ ਮਾਇਆ ਲੈਣ ਆਏ ਸੀ, ਆਪਣਾ ਹੱਕ ਲੈਣ ਆਏ ਸੀ। ਕਿਸੇ ਨੇ ਜਾਣਨਾ ਥੋੜੀ ਹੈ। ਬਾਪੂ ਸੀਸ ਕੱਟ ਲੈ, ਸੀਸ ਕੱਟ ਲੈ, ਤੜਕਾ ਹੋ ਰਿਹਾ ਜਲਦੀ ਕਰ। ਕਿਸੇ ਨੇ ਵੇਖ ਲਿਆ ਪੰਜਵੇਂ ਪਾਤਸ਼ਾਹ ਦੀ ਨਿੰਦਿਆ ਹੋਊਗੀ, ਗੁਰੂਦੇਵ ਨੂੰ ਦਾਗ ਲੱਗੇਗਾ। ਅੱਜ ਕਈ ਪਾ ਕੇ ਗਾਤਰੇ ਸ਼ਰਾਬਾਂ ਵਰਤਾਉਂਦੇ ਫਿਰਦੇ ਐ, ਪਲੇਟਾਂ ਚੱਕਦੇ ਫਿਰਦੇ ਐ ਸਾਧ ਸੰਗਤ ਜੀ, ਮਾਸਾਂ ਦੀਆਂ, ਮੀਟਾਂ ਦੀਆਂ। ਤਾਂ ਗੁਰੂ ਨੂੰ ਦਾਗ ਨਹੀਂ ਲੱਗਦਾ। ਉਸ ਵੇਲੇ ਦੇ ਸਿੱਖਾਂ ਦਾ ਤੇ ਅੱਜ ਦੇ ਸਿੱਖਾਂ ਦਾ ਬੜਾ ਅੰਤਰ ਹੈ। ਪਰ ਅੱਜ ਵੀ ਬਹੁਤ ਨੇ ਪ੍ਰੇਮ ਵਾਲੇ, ਇੱਦਾਂ ਨਹੀਂ ਹੈ ਕਿ ਹੈ ਨਹੀਂ। ਹਰ ਜੁਗ ਜੁਗ ਭਗਤ ਉਪਾਇਆ, ਹੈਣ ਵਿਰਲੇ ਨਾਹੀ ਘਣੇ ਫੈਲ ਫੱਕੜ ਸੰਸਾਰ। ਇਹ ਸਾਧ ਸੰਗਤ ਜੀ ਕਹਿੰਦਾ, ਪੁੱਤਰ ਕਹਿੰਦਾ ਆਪਣੇ ਪਿਓ ਨੂੰ, ਪਿਤਾ ਜੀ ਮਹਾਰਾਜ ਦੀ ਨਿੰਦਿਆ ਹੋਵੇਗੀ, ਗੁਰੂਦੇਵ ਤੇ ਦਾਗ ਲੱਗੇਗਾ। ਉਹ ਪੰਜਵੇਂ ਪਾਤਸ਼ਾਹ ਦੇ ਸਿੱਖ ਚੋਰ ਨੇ, ਮਾਇਆ ਚੱਕਦੇ ਫਿਰਦੇ ਐ ਸ਼ਾਹੂਕਾਰ ਦੇ ਘਰ 'ਚ। ਚੋਰ ਹੈ ਮਹਾਰਾਜ ਦੇ ਸਿੱਖ, ਸਿਰ ਵੱਢ ਲੈ। ਜਦੋਂ ਹੁਣ ਕਬੀਰ ਕਸੌਟੀ ਰਾਮ ਕੀ ਅੱਗੇ ਸ਼ਲੋਕ ਆਉਣਾ ਹੈ, ਕਥਾ ਹੋਣੀ ਇਸੇ ਅੰਗਤੀ 366 ਅੰਗਤੀ ਕਥਾ ਆ ਰਹੀ ਹੈ ਇਹ ਅੱਜ ਦੀ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਕਬੀਰ ਸਾਹਿਬ ਜੀ ਮਹਾਰਾਜ ਕਹਿੰਦੇ, ਜਦੋਂ ਰੱਬ ਦੀ ਪਰਖ ਕਸੌਟੀ ਪੈਂਦੀ ਹੈ ਨਾ, ਝੂਠਾ ਟਿਕੈ ਨਾ ਕੋਏ। ਝੂਠਾ ਨਹੀਂ ਟਿਕਦਾ,
ਸੱਚਾ ਪ੍ਰੇਮ ਸੀ ਮਹਾਰਾਜ ਪੰਜਵੇਂ ਪਾਤਸ਼ਾਹ ਦੇ ਨਾਲ, ਅਕਾਲ ਪੁਰਖ ਦੇ ਨਾਲ। ਮਹਾਰਾਜ ਜੇ ਤੁਹਾਡਾ ਭਾਣਾ ਇਦਾਂ ਹੀ ਹੈ ਨਾ, ਦਿੱਤਾ ਵੀ ਤੂੰ ਸੀ, ਹੁਣ ਜੇ ਤੂੰ ਇਦਾਂ ਹੀ ਲੈ ਰਿਹਾ ਤੇ ਲੈ ਲਾ। ਗਿਆਨ ਸੀ ਨਾ, ਅੰਦਰੋਂ ਮਰਿਆ ਹੋਇਆ ਸੀ, ਜੀਵਤ ਭਾਵ ਤੋਂ ਮਰਿਆ ਸੀ ਬਾਪੂ। ਸੰਮਣ ਜੋ ਇਸ ਪ੍ਰੇਮ ਕੀ ਦਮ ਕੇ ਹੋਤੀ ਸਾਟ। ਸੱਚੇ ਪਾਤਸ਼ਾਹ ਕਹਿੰਦੇ ਰਾਵਣ ਹੋਤੇ ਸੋ ਰੰਕ ਨੇ ਜਿਨ ਸਿਰ ਦੀਨੇ ਕਾਟ। ਇਹ ਹੋਇਆ ਕੀ ਫਿਰ, ਪਿਓ ਨੇ ਸਿਰ ਵੱਢ ਲਿਆ ਆਪਣੇ ਪੁੱਤਰ ਦਾ, ਜੀਵਤ ਭਾਵ ਤੋਂ ਮਰਿਆ ਸੀ। ਮਹਾਰਾਜ ਕਹਿੰਦੇ ਨੇ ਗੁਰ ਪ੍ਰਸਾਦੀ ਜੀਵਤ ਮਰੈ ਹੁਕਮੈ ਬੂਝੈ ਸੋਏ। ਨਾਨਕ ਐਸੀ ਮਰਨੀ ਜੋ ਮਰੈ ਤਾਂ ਸਦ ਜੀਵਨ ਹੋਏ। ਉਹ ਗੱਲ ਭਗਤ ਕਬੀਰ ਜੀ ਕਹਿੰਦੇ ਹਨ। ਕਬੀਰ ਮਾਨਸ ਜਨਮ ਦੁਲੰਭ ਹੈ। ਨਹੀਂ ਮਰ ਪੀ ਨਾ ਜਾਣਿਆ ਕੋਈ, ਐਸੇ ਮਰਨੇ ਜੋ ਮਰੇ। ਐਸੇ ਮਰਨੇ ਜੋ ਮਰੈ। ਮਹਾਰਾਜ ਕਹਿੰਦੇ ਜਿਹੜਾ ਜੀਵਤ ਭਾਵ ਤੋਂ ਮਰ ਗਿਆ, ਭਾਵ ਦੁਨੀਆ ਵੱਲੋਂ ਮਰ ਗਿਆ। ਜਿਵੇਂ ਸਾਧ ਸੰਗ ਜੀ ਫਿਰ ਕੀ ਹੋਇਆ, ਉਹਨੇ ਆਪਣੇ ਪੁੱਤਰ ਦਾ ਸਿਰ ਵੱਢ ਲਿਆ, ਘਰ ਲੈ ਗਿਆ ਤੇ ਧੜ ਉੱਥੀ ਸਰ ਸਾਧ ਸੰਗ ਜੀ ਪਿਆ ਰਿਹਾ। ਜਦੋਂ ਧੜ ਉੱਥੇ ਪਿਆ ਰਿਹਾ, ਥੱਲੇ ਡਿੱਗ ਗਿਆ ਧੜ। ਜਦੋਂ ਸ਼ਾਹੂਕਾਰ ਨੇ ਸਾਧ ਸੰਗਤ ਜੀ ਵੇਖਿਆ ਤੜਕੇ ਕਿ ਧੜ ਕਿਹਦਾ ਪਿਆ ਏ, ਪਰ ਉਹ ਸੀਸ ਹੈ ਨਹੀਂ, ਸਿਰ ਹੈ ਨਹੀਂ। ਫਿਰ ਸਾਧ ਸੰਗਤ ਜੀ ਨੇ ਕੀ ਕੀਤਾ, ਸੋਚਿਆ ਵੀ ਮੈਂ ਪੈਸੇ ਨਹੀਂ ਸੀ ਦਿੱਤੇ, ਜਿਹੜਾ ਹੱਕ ਮਾਰਿਆ ਸੀ ਨਾ ਗੁਰੂ ਕੇ ਸਿੱਖਾਂ ਦਾ, ਇਸ ਕਰਕੇ ਘਰੇ ਆ ਗਿਆ। ਕਹਿਣ ਲੱਗਿਆ ਮੇਰੀ ਮਾਇਆ ਲੈ ਲਓ, ਜਿਹੜੀ ਆਪਣੀ ਮਾਇਆ ਲੈ ਲਓ, ਧੜ ਚੱਕ ਲਓ। ਸਾਧ ਸੰਗਤ ਜੀ ਇਹ ਫਿਰ ਬਾਪੂ ਇਹਦਾ ਪਿਤਾ ਸਾਧ ਸੰਗਤ ਜੀ ਸੰਮਣ ਮੁਸਣ ਦੋਵੇਂ ਪਿਓ ਪੁੱਤਰ ਸਨ। ਫਿਰ ਸਾਧ ਸੰਗਤ ਜੀ ਦਾ ਪਿਤਾ ਨਾ ਧੜ ਘਰ ਲੈ ਆਇਆ। ਹੁਣ ਧੜ ਸਾਧ ਸੰਗਤ ਜੀ ਰੱਖ ਦਿੱਤਾ ਚੁਬਾਰੇ ਵਿੱਚ ਲਿਜਾ ਕੇ। ਸਾਧ ਸੰਗਤ ਜੀ ਧੜ ਤੇ ਸੀਸੂਥੀ ਰੱਖ ਦਿੱਤਾ ਵੀ ਮਹਾਰਾਜ ਨੇ ਆਉਣਾ ਏ। ਪਹਿਲਾਂ ਸੰਗਤ ਨੇ ਪ੍ਰਸ਼ਾਦਾ, ਗੁਰੂ ਸਾਹਿਬ ਜੀ ਨੇ ਪ੍ਰਸ਼ਾਦਾ ਛਕਣਾ, ਸੰਗਤ ਨੇ ਭੋਜਨ ਛਕਣਾ ਆ, ਬਾਅਦ 'ਚ ਸੰਸਕਾਰ ਕਰ ਦੇਵਾਂਗੇ, ਕੋਈ ਗੱਲ ਨਹੀਂ। ਇਹ ਭਾਵਨਾ ਲੈ ਕੇ ਨਾ ਸਾਧ ਸੰਗਤ ਜੀ ਧੜ ਤਾਂ ਚੱਕ ਲਿਆ ਆ। ਤੇ ਸ਼ਾਹੂਕਾਰ ਕਹਿਣ ਲੱਗਿਆ ਵੀ ਮਾਇਆ ਲੈ ਲਓ। ਉਹ ਕਹਿੰਦੇ ਹੁਣ ਮਾਇਆ ਦੀ ਲੋੜ ਨਹੀਂ ਹੈ। ਸੱਚ ਵੀ ਨਹੀਂ ਦੱਸਿਆ ਵੀ ਮਾਇਆ ਤੇ ਲੈ ਲਈ ਅਸੀਂ। ਕਹਿੰਦੇ ਨਹੀਂ ਹੁਣ ਮਾਇਆ ਦੀ ਲੋੜ ਨਹੀਂ, ਸਾਡਾ ਸਰ ਗਿਆ। ਇਉਂ ਸਾਧ ਸੰਗਤ ਜਦੋਂ ਇਉਂ ਆਖਿਆ ਨਾ, ਉਸ ਵੇਲੇ ਸਾਧ ਸੰਗਤ ਜੀ ਪੰਜਵੇਂ ਪਾਤਸ਼ਾਹ ਘਰ ਆ ਗਏ। ਮਹਾਰਾਜ ਜਦੋਂ ਲਾਹੌਰ ਗਏ, ਧੰਨ ਗੁਰੂ ਅਰਜਨ ਦੇਵ ਸਵਾਮੀ ਜੀ ਜਦੋਂ ਆਪ ਗੁਰੂਦੇਵ ਪੰਜਾਂ ਗੁਰਸਿੱਖਾਂ ਦੇ ਨਾਲ ਮਹਾਰਾਜ ਘਰੇ ਆ ਗਏ। ਹੁਣ ਤੁਹਾਨੂੰ ਪਤਾ ਏ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ। ਰਾਮ ਰਾਜੇ ਸੱਚੇ ਪਾਤਸ਼ਾਹ ਕਹਿੰਦੇ ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਆਪ ਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਗੁਰੂਦੇਵ ਗੁਰੂ ਅਰਜਨ ਦੇਵ ਮਹਾਰਾਜ ਸਵਾਮੀ ਜੀ ਆਏ। ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਸਾਧ ਸੰਗਤ ਜੀ ਇਹਦੇ ਪਿਤਾ ਨੇ ਫਿਰ ਕੀ ਕੀਤਾ, ਸਾਰੀ ਤਿਆਰੀ ਕਰ ਲਈ, ਭੋਜਨ ਪਾਣੀ ਤਿਆਰ ਹੋ ਗਿਆ। ਗੁਰੂ ਸਾਹਿਬ ਜੀ ਭੋਜਨ ਛਕ ਰਹੇ ਨੇ। ਮਹਾਰਾਜ ਭੋਜਨ ਛਕਦੇ ਛਕਦੇ ਕਹਿੰਦੇ ਉਹ ਭਾਈ ਗੁਰਸਿੱਖਾ ਤੇਰਾ ਪੁੱਤਰ ਨਹੀਂ ਜੇ ਦਿਸਦਾ। ਉਹ ਕਹਿੰਦਾ ਮਹਾਰਾਜ ਸੁੱਤਾ ਪਿਆ ਏ। ਗੁਰੂ ਸਾਹਿਬ ਕਹਿੰਦੇ ਹੁਣ ਤੇ ਸੇਵਾ ਦਾ ਸਮਾਂ ਹੋ ਗਿਆ, ਕਿੱਥੇ ਸੁੱਤਾ ਪਿਆ ਹੈ, ਆਵਾਜ਼ ਮਾਰ ਕੇ ਲੈ ਕੇ ਆ। ਗੁਰੂਦੇਵ ਤੰਤਰਜਾਮੀ ਜਾਣਦੇ ਐ। ਇਹ ਕਹਿਣ ਲੱਗਿਆ ਮਹਾਰਾਜ ਉਹ ਹੁਣ ਮੇਰੀ ਆਵਾਜ਼ ਨਾਲ ਥੋੜੋ ਉੱਠਣਾ ਕਿਤੇ, ਮਹਾਰਾਜ ਸਦਾ ਦੀ ਨੀਂਦ ਸੁੱਤਾ ਹੋਇਆ ਏ ਉਹ ਤੇ। ਗੁਰੂ ਸਾਹਿਬ ਕਹਿੰਦੇ ਆਵਾਜ਼ ਤੇ ਮਾਰ, ਅੱਖਾਂ ਭਰ ਆਈਆਂ। ਉਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਤਾਂ ਹੀ ਆਖਿਆ ਨਾ ਮਿਰਤਕ ਕਉ ਜੀ ਵਾਲਣ ਹਾਰ। ਜੇ ਗੁਰੂ ਚਾਹੇ ਪ੍ਰਭ ਭਾਵੈ ਬਿਨ ਸਾਸ ਤੇ ਰਾਖੈ, ਪ੍ਰਭ ਭਾਵੈ ਬਿਨ ਹਰ ਗੁਣ ਭਾਖੈ। ਜੇ ਸੱਚੇ ਪਾਤਸ਼ਾਹ ਚਾਹੁਣ ਭਾਈ ਬਿਨਾ ਉਹ ਸਾਹਾਂ ਤੋਂ ਰੱਖ ਲੈਣਗੇ ਸੱਚੇ ਪਾਤਸ਼ਾਹ, ਬਿਨਾ ਸਾਹਾਂ ਤੋਂ ਪ੍ਰਭ ਭਾਵੈ। ਇਹ ਪ੍ਰਭੂ ਭਾਵੇ ਹੈ, ਦੁਨੀਆ ਭਾਵੇ ਨਹੀਂ ਹੈ, ਜਾਂ ਡਾਕਟਰ ਭਾਵੇ ਨਹੀਂ ਹੈ। ਇਹ ਸਾਧ ਸੰਗਤ ਜੀ ਇਹ ਨਹੀਂ ਡਾਕਟਰ ਭਾਵੇ ਨਹੀਂ ਵੀ ਡਾਕਟਰ ਚਾਹੇ, ਇਹ ਗੁਰੂ ਚਾਹੇ ਹੈ, ਪਰਮੇਸ਼ਰ ਚਾਹੇ ਹੈ, ਪ੍ਰਭੂ ਭਾਵੇ ਹੈ। ਜਾਂ ਮਹਾਰਾਜ ਕਹਿਣ ਲੱਗੇ ਆਪਣੇ ਪੁੱਤਰ ਨੂੰ ਆਵਾਜ਼ ਮਾਰ ਲੈ। ਕਹਿੰਦਾ ਮਹਾਰਾਜ ਜੀ ਉੱਥੇ ਆਵਾਜ਼ ਕਿਤੇ ਥੋੜੋ ਜਾਣੀ ਏ, ਮੇਰੀ ਅੱਖਾਂ ਭਰ ਆਈਆਂ। ਸਤਿਗੁਰੂ ਜੀ ਸੱਚੇ ਪਾਤਸ਼ਾਹ ਜੀ ਮੇਰੀ ਉਹ ਆਵਾਜ਼ ਨਾਲ ਕਿਤੇ ਉੱਠਣਾ, ਜੇ ਆਪ ਕਿਰਪਾ ਕਰੋ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਤੇ ਕਿ ਹੇ ਗੁਰਸਿੱਖਾ ਤੂੰ ਆਵਾਜ਼ ਤੇ ਮਾਰਨਾ। ਸਤਿਗੁਰੂ ਸੱਚੇ ਪਾਤਸ਼ਾਹੀ ਦਾ ਬਚਨ ਮੰਨ ਕੇ ਹੁਕਮੈ ਬੂਝੈ ਸੋਏ। ਹੁਕਮ ਨੂੰ ਮੰਨ ਕੇ ਜਦੋਂ ਆਵਾਜ਼ ਮਾਰੀ, ਸਾਧ ਸੰਗਤ ਜੀ ਕਲਾ ਵਰਤ ਗਈ। ਮਹਾਰਾਜ ਦਾ ਬਚਨ ਹੈ ਮਿਰਤਕ ਕੋ ਜੀ ਵਾਲਣ ਹਾਰ, ਮਿਰਤਕ ਕੋ ਪਾਇਓ ਤਨ ਸਾਸਾ ਬਿਸ਼ਰਤ ਆਨ ਮਲਾਇਆ। ਪਸ਼ੂ ਪ੍ਰੇਤ ਮੁਗਧ ਭਏ ਸਰੋਤੇ ਹਰ ਨਾਮਾ ਮੁਖ ਗਾਇਆ।
ਜਦੋਂ ਗੁਰੂ ਸਾਹਿਬ ਦੀ ਆਗਿਆ ਮੰਨ ਕੇ, ਹੁਕਮ ਮੰਨ ਕੇ ਆਵਾਜ਼ ਮਾਰੀ ਨਾ, ਸਾਧ ਸੰਗਤ ਜੀ ਪੌੜੀਆਂ ਤੋਂ ਥੱਲੇ ਉਤਰਦਾ ਹੋਇਆ ਇਹਦਾ ਪੁੱਤਰ ਮਹਾਰਾਜ ਦੇ ਚਰਨੀ ਆ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰੱਖ ਲਿਆ। ਰਾਖ ਲਈਏ ਗੁਰ ਪੂਰੇ ਆਪ, ਬਚਨ ਆਉਂਦਾ ਗੁਰੂ ਅਰਜਨ ਦੇ ਮਹਾਰਾਜ ਦਾ ਗੌੜੀ ਰਾਗ 'ਚ। ਸਾਧ ਸੰਗਤ ਜੀ ਗੁਰੂ ਸਾਹਿਬ ਕਹਿੰਦੇ ਨੇ ਜੀਵਤ ਭਾਵ ਤੋਂ ਮਰਨਾ ਹੀ ਅਸਲ ਮਰਨਾ ਹੁੰਦਾ ਆ। ਇਹ ਗੱਲ ਇਹ ਸ਼ਬਦ ਖੋਲ ਕੇ ਸਮਝਾਇਆ ਸੀ ਗੁਰੂ ਅਮਰਦਾਸ ਪਿਤਾ ਜੀ ਨੇ ਬਿਹਾਗੜੇ ਦੀ ਵਾਰ ਦੇ ਵਿੱਚ। ਇੱਥੇ ਭਗਤ ਕਬੀਰ ਸਾਹਿਬ ਜੀ ਬਚਨ ਉਚਾਰਨ ਕਰਦੇ ਐ, ਬਚਨ ਉਚਾਰ ਕੇ ਸਮਝਾਉਂਦੇ ਹਨ। ਐਸੇ ਮਰਨੇ ਜੋ ਮਰੈ, ਜਿਹੜਾ ਭਾਈ ਜੀਵਤ ਭਾਵ ਵੱਲੋਂ ਮਰ ਗਿਆ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਉਹ ਮਰਨਾ ਆ ਭਾਈ, ਬਹੁਰ ਨਾ ਮਰਨਾ ਹੋਏ। ਫਿਰ ਸਾਧ ਸੰਗਤ ਜੀ ਫਿਰ ਦੁਬਾਰਾ ਮਰ ਨਹੀਂ ਹੁੰਦਾ। ਮਹਾਰਾਜ ਕਹਿੰਦੇ ਜਿਹੜਾ ਇੱਕ ਵਾਰ ਜੀਵਤ ਭਾਵ ਤੋਂ ਮਰ ਗਿਆ, ਦੁਨੀਆ ਵੱਲੋਂ ਮਰ ਗਿਆ, ਰੱਬ ਵੱਲੋਂ ਜਿਉਂਦਾ ਹੋ ਗਿਆ ਉਹ। ਇਸ ਕਰਕੇ ਉਹ ਬੈਕੁੰਠ ਧਾਮ ਦਾ ਵਾਸੀ ਹੈ, ਮੁਕਤੀ ਦਾ ਵਾਸੀ ਹੈ, ਮੁਕਤੀ ਪਦ ਪਾ ਲਿਆ ਉਸਨੇ। ਪਰ ਜਿਹੜਾ ਵਾਹਿਗੁਰੂ ਵੱਲੋਂ ਮਰਿਆ ਹੋਇਆ, ਜੀਵਤ ਭਾਵ ਤੋਂ ਨਹੀਂ ਮਰਿਆ, ਆਪਾ ਭਾਵ ਨਹੀਂ ਗਵਾਇਆ, ਦੁਨੀਆ ਵੱਲੋਂ ਜਿਉਂਦਾ ਫਿਰਦਾ, ਰੱਬ ਵੱਲੋਂ ਮਰਿਆ ਹੋਇਆ ਏ, ਤਾਂ ਮਹਾਰਾਜ ਕਹਿੰਦੇ ਉਹ ਫਿਰ ਮਰਦੀ ਰਹਿੰਦੇ ਨੇ। 84 ਲੱਖ ਜੂਨ ਦੇ ਗੇੜੇ 'ਚ ਪੈ ਕੇ ਜਮ ਜਮ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ। ਦੇਖੋ ਮਹਾਰਾਜ ਕਹਿੰਦੇ ਬਹੁਤ ਸਜਾਏ ਪਿਆ ਦੇਸ਼ ਲੰਮੇ, ਬੜਾ ਲੰਮਾ ਦੇਸ਼ ਹੈ ਮਹਾਰਾਜ ਕਹਿੰਦੇ। ਇਉਂ ਗੁਰੂਦੇਵ ਦੱਸਦੇ ਐ ਫਿਰ ਦੁਬਾਰਾ ਮਰਨਾ ਨਹੀਂ ਪੈਂਦਾ। ਕਬੀਰ ਮਾਨਸ ਜਨਮ ਦੁਲੰਭ ਹੈ, ਉਹ ਭਾਈ ਜੰਮਣ ਮਰਨ ਤੋਂ ਰਹਿਤ ਹੋ ਜਾਂਦੇ ਐ। ਫਿਰ ਗੁਰੂ ਸਾਹਿਬ ਜੀ ਨੇ, ਭਗਤ ਜੀ ਨੇ, ਸਾਧ ਸੰਗਤ ਜੀ ਮਨੁੱਖਾ ਜਨਮ ਦੀ ਦੁਰਲਭਤਾ ਦੱਸਦੇ ਹੋਏ ਬਚਨ ਉਚਾਰਨ ਕਰਦੇ ਐ ਕਿ ਭਾਈ ਜਿਹੜਾ ਮਨੁੱਖਾ ਜਨਮ ਹੈ ਇਹ ਕਿੰਨਾ ਅਮੋਲਕ ਹੈ, ਕਿੰਨਾ ਮਹਾਰਾਜ ਕਹਿੰਦੇ ਇਹ ਦੁਰਲੱਭ ਹੈ। ਤਾਂ ਭਗਤ ਜੀ ਬਚਨ ਉਚਾਰਦੇ ਨੇ ਕਬੀਰ ਮਾਨਸ ਜਨਮ ਦੁਲੰਭ ਹੈ। ਮਹਾਰਾਜ ਕਹਿੰਦੇ ਜਿਹੜਾ ਭਾਈ ਮਨੁੱਖਾ ਜਨਮ ਹੈ ਬੜਾ ਹੀ ਦੁਰਲੱਭ ਹੈ, ਇਹ ਬੜਾ ਕਠਿਨ ਕਰਕੇ ਮਹਾਰਾਜ ਕਹਿੰਦੇ ਪ੍ਰਾਪਤ ਹੋਇਆ, ਕਠਿਨਾਈ ਨਾਲ ਪ੍ਰਾਪਤ ਹੋਇਆ। ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰੈ ਦੇਵ। ਮਹਾਰਾਜ ਕਹਿੰਦੇ ਇਹ ਦੇਹੀ ਨੂੰ ਤੇ ਦੇਵਤੇ ਲੋਚਦੇ ਐ, ਸੋ ਦੇਹੀ ਭਜ ਹਰ ਕੀ ਸੇਵ। ਆ ਤੈਨੂੰ ਦੇਹ ਮਿਲੀ ਐ, ਮਹਾਰਾਜ ਕਹਿੰਦੇ ਭਜ ਹਰ ਕੀ ਸੇਵ, ਹਰੀ ਦੀ ਸੇਵਾ, ਭਗਤੀ ਰੂਪੀ ਸੇਵਾ ਕਰਿਆ ਕਰ। ਮਹਾਰਾਜ ਦੱਸਦੇ ਐ ਸੋ ਦੇਹੀ ਭਜ ਹਰ ਕੀ ਸੇਵ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਭਾਈ ਮਾਨਸ ਜਨਮ ਬੜਾ ਹੀ ਅਮੋਲਕ ਹੈ। ਕਿਤੇ ਮੈਂ ਪਿਛਲੀ ਕਥਾ 'ਚ ਵੀ ਬਚਨ ਕੀਤਾ ਕਿ ਸਾਧ ਸੰਗਤ ਜੀ ਪਸ਼ੂ ਨੇ ਆ ਕੇ ਸਤ ਸੰਗਤ ਕੀਤੀ ਹੈ ਕਿ ਪਸ਼ੂ ਬਾਣੀ ਪੜ੍ਹਦਾ ਵੇਖਿਆ, ਸੇਵਾ ਕਰਦਾ ਵੇਖਿਆ। ਮਨੁੱਖ ਜਨਮੀ 'ਚ ਕਰ ਸਕਦੇ ਆ ਨਾ ਮਹਾਰਾਜ ਦੀ ਸੇਵਾ ਭਗਤੀ। ਸਾਧ ਸੰਗਤ ਜੀ ਦੇਖੋ ਮਨੁੱਖ ਜਨਮ 'ਚ ਹੀ ਸੁੱਖ ਭੋਗਿਆ ਜਾਂਦਾ ਨਾ, ਕਿਤੇ ਪਸ਼ੂ ਸੁੱਖ ਭੋਗਦਾ ਵੇਖਿਆ ਆ। ਸਾਧ ਸੰਗਤ ਜੀ ਉਹ ਤੇ ਕਿੱਲੇ ਨਾਲ ਬੰਨੇ ਹੋਏ ਨੇ, ਉਹ ਤੇ ਸਾਧ ਸੰਗਤ ਜੀ ਬਸ ਸੁੱਕੀ ਰੋਟੀ ਖਾ ਕੇ ਗੁਜ਼ਾਰਾ ਕਰ ਬੈਂਦੇ ਨੇ। ਤੂੰ ਕਿੰਨੇ ਅੰਮ੍ਰਿਤਮਈ ਭੋਜਨ ਛਕਦਾ ਏ। ਇਹ ਮਹਾਰਾਜ ਕਹਿੰਦੇ ਮਨੁੱਖਾ ਜਨਮ ਕਰਕੇ ਹੀ ਹੈ, ਚੰਗੇ ਸੋਹਣੇ ਕੱਪੜੇ ਪਾਉਣਾ ਆ। ਹੋਰ ਤਾਂ ਜੂਨੀਆਂ ਤੇ ਨੰਗੇ ਰਹਿੰਦੇ ਆ, ਵੇਖੋ ਕੁੱਤਾ ਕੋਈ ਪਜਾਮਾ ਪਾਈ ਫਿਰਦਾ ਹੈ, ਉਹ ਤੇ ਨੰਗੇ ਆ ਨਾ। ਸਾਧ ਸੰਗਤ ਜੀ, ਸਾਧ ਸੰਗਤ ਜੀ ਮਨੁੱਖਾ ਜਨਮ ਵਿੱਚ ਹੀ ਅਸੀਂ ਸੁੰਦਰ ਕੱਪੜੇ ਪਾ ਸਕਦੇ ਹਾਂ। ਤਾਂ ਹੀ ਮੇਰੇ ਗੁਰੂਦੇਵ ਪੰਜਵੇਂ ਪਾਤਸ਼ਾਹ ਜੀ ਨੇ ਅਸ਼ਟਪਦੀ ਵਿੱਚ ਦੱਸਿਆ ਮਹਾਰਾਜ ਨੇ, ਜੈ ਪ੍ਰਸਾਦ ਬਸੈ ਸੁਖ ਮੰਦਰ, ਤਸੈ ਧਿਆਏ ਸਦਾ ਮਨ ਅੰਦਰ, ਜੈ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆੜ ਪਹਿਰ ਸਿਮਰੋ ਤਿਸ ਰਸਨਾ, ਜੈ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਏ ਧਿਆਵਣ ਜੋਗ। ਅੱਛਾ ਅੱਗੇ ਕੀ ਕਹਿੰਦੇ, ਜਿਹ ਪ੍ਰਸਾਦ ਪਾਟ ਪਟੰਬਰ ਹਟਾਵੇ। ਮਹਾਰਾਜ ਕਹਿੰਦੇ ਜਿਸ ਵਾਹਿਗੁਰੂ ਦੀ ਕਿਰਪਾ ਨਾਲ ਪਾਟ ਪਟੰਬਰ ਕਹਿੰਦੇ ਨੇ ਕੱਪੜੇ ਨੂੰ, ਰੇਸ਼ਮੀ ਕੱਪੜ ਹੰਡਾਉਂਦਾ ਏ, ਉਸ ਵਾਹਿਗੁਰੂ ਦੇ ਕਰਕੇ। ਕਬੀਰ ਜੀ ਕਹਿੰਦੇ ਗੁੱਜਾ ਸ਼ਲੋਕ ਦੱਸਦੇ ਐ, ਮਹਾਰਾਜ ਸਾਰੀ ਗੱਲ ਨਵੇੜਤੀ ਕਿ ਤੇਰਾ ਜਨਮ ਬੜਾ ਦੁਰਲੱਭ ਹੈ। ਕਬੀਰ ਮਾਨਸ ਜਨਮ ਦੁਲੰਭ ਹੈ, ਬੜਾ ਹੀ ਦੁਰਲੱਭ ਹੈ ਤੇਰਾ। ਮਹਾਰਾਜ ਕਹਿੰਦੇ ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਤੂੰ ਬਣਿਆ, ਕਈ ਜਨਮ ਪੰਖੀ ਸਰਪ ਹੋਇਓ ਸੱਪ ਬਣਿਆ। ਕਈ ਇੱਕ ਜਨਮ ਨਹੀਂ ਕਈ ਜਨਮ ਆਖਿਆ ਗੁਰੂ ਅਰਜਨ ਸਾਹਿਬ ਜੀ ਨੇ ਬਾਣੀ 'ਚ। ਕਈ ਜਨਮ ਹੈਵਰ ਬ੍ਰਿਖ ਜੋਇਓ, ਬ੍ਰਿਖ ਬਲਦ ਬਣਿਆ, ਬ੍ਰਿਖ ਦਰਖਤ ਬਣਿਆ, ਜੋਇਓ ਜੋਤਿਆ ਤੈਨੂੰ ਬਲਦਾ। ਮਹਾਰਾਜ ਕਹਿੰਦੇ ਜਦੋਂ ਬਲਦ ਦੀ ਜੂਨੀ 'ਚ ਸੀ ਨਾ, ਬ੍ਰਿਖ ਜੋਇਓ,
ਜੋੜਿਆ ਤੈਨੂੰ। ਤੇ ਬ੍ਰਿਖ ਨਾਮ ਦਰਖਤ ਦਾ ਵੀ ਹੈ। ਮਹਾਰਾਜ ਕਹਿੰਦੇ ਦਰਖਤਾਂ ਦੀ ਜੂਨੀ ਭੋਗੀ ਹੈ ਤੂੰ, ਕਈ ਜਨਮ ਹੈ ਬਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇ ਸੰਜਰੀਆ। ਹੁਣ ਤੂੰ ਮਹਾਰਾਜ ਕਹਿੰਦੇ ਇਹ ਜਿਹੜਾ ਅਵਸਰ ਹੈ ਨਾ ਮਿਲਿਆ ਤੈਨੂੰ, ਸੱਚੇ ਪਾਤਸ਼ਾਹ ਕਹਿੰਦੇ ਲੰਘਾ ਨਾ, ਹਰ ਬਿਨ ਕੌਣ ਸਹਾਈ ਮਨ ਕਾ। ਉਹ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਫਿਰ ਤੇਰਾ ਕੌਣ ਸਹਾਈ ਹੈ। ਜਿੰਨਾ 'ਚ ਲੱਗਿਆ ਫਿਰਦਾ ਦੁਨੀਆ, ਇਹ ਸਹਾਇਤਾ ਕਰਨ ਵਾਲਾ ਨਹੀਂ ਹੈ। ਇਹ ਇਹਨਾਂ ਦੇ ਕਰਕੇ ਤੂੰ ਮਨੁੱਖਾ ਜਨਮ ਅਜਾਈ ਗਵਾ ਰਿਹਾ। ਇਉਂ ਕਬੀਰ ਜੀ ਦੱਸਦੇ ਨੇ ਮਹਾਰਾਜ ਜੀ, ਕਹਿੰਦੇ ਬੜਾ ਦੁਰਲੱਭ ਜਨਮ ਹੈ ਭਾਈ ਤੇਰਾ। ਇੱਕ ਵਾਰ ਜੇ ਕਿਤੇ ਮਨੁੱਖਾ, ਧਿਆਨ ਦਿਓ ਥੋੜਾ ਇੱਧਰ, ਇੱਕ ਵਾਰ ਜੇ ਮਨੁੱਖਾ ਦੇਹੀ ਛੁੱਟ ਗਈ ਨਾ, ਦੁਬਾਰੇ ਨਹੀਂ ਮਿਲਣੀ। ਜੇ ਤਾਂ ਗੁਰੂ ਸਾਹਿਬ ਦੇ ਅਨੁਸਾਰੀ ਹੋ ਕੇ ਨਾਮ ਗਿਆਨ ਭਜਨ ਕੀਤਾ, ਫਿਰ ਤਾਂ ਤੈਨੂੰ ਅਗਲਾ ਜਨਮ ਤਾਂ ਮਿਲ ਸਕਦਾ ਆ, ਜੇ ਤੇਰੀ ਬਿਰਤੀ ਵਾਹਿਗੁਰੂ ਬ੍ਰਹਮਾਕਾਰ ਬਿਰਤੀ ਹੋਊਗੀ। ਇਹ ਥੋੜਾ ਧਿਆਨ ਦਿਓ ਇੱਥੇ, ਕਿਉਂਕਿ ਜਿਹੋ ਜੀ ਕਿਸੇ ਦੀ ਵਾਸਨਾ ਹੁੰਦੀ ਹੈ ਉਹੋ ਜਿਹਾ ਹੀ ਅਗਲਾ ਜਨਮ ਹੁੰਦਾ ਆ। ਜਿਤ ਲਾਗੋ ਮਨ ਵਾਸਨਾ ਅੰਤ ਸਾਈ ਪ੍ਰਗਟਾਨੀ, ਮਹਾਰਾਜ ਦਾ ਬਚਨ ਹੈ। ਤੇ ਜੇ ਤਾਂ ਤੇਰੀ ਬਿਰਤੀ ਬ੍ਰਹਮਾਕਾਰ ਰਹੀ ਤਾਂ ਫਿਰ ਤੂੰ ਅਗਲਾ ਜਨਮ ਵਿੱਚ ਵੀ ਤੇਰਾ ਭਜਨ ਵਾਹਿਗੁਰੂ ਪਰਮੇਸ਼ਰ ਦਾ ਕਰੇਗਾ। ਸਾਧ ਸੰਗਤ ਜੀ, ਜੇ ਤੇਰੀ ਬਿਰਤੀ ਸੰਸਾਰਕਾਰ ਰਹੀ ਤਾਂ ਮਹਾਰਾਜ ਕਹਿੰਦੇ ਨੇ ਜਿਹੋ ਜੀ ਫਿਰ ਬਿਰਤੀ ਹੋਊਗੀ ਉਹ ਜੀ ਫਿਰ ਤੈਨੂੰ, ਜਿਵੇਂ ਮਹਾਰਾਜ ਕਹਿੰਦੇ ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੋਨ ਵਲ ਵਲ ਉਤਰੈ। ਮਹਾਰਾਜ ਕਹਿੰਦੇ ਅੰਤ ਕਾਲ ਜੋ ਲੜਕੇ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸ਼ੂਕਰ ਜੋਨ ਵਲ ਵਲ ਉਤਰੈ। ਅੰਤ ਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਬੇਸ਼ਵਾ ਜੋਨ ਵਲ ਵਲ ਉਤਰੈ। ਅੰਤ ਕਾਲ ਜੋ ਮੰਦਰ ਸਿਮਰੈ, ਘਰ ਨੂੰ ਸਿਮਰੇ, ਮੈਲ ਮਾੜੀਆਂ ਨੂੰ ਚੇਤੇ ਕਰੇ, ਮਹਾਰਾਜ ਕਹਿੰਦੇ ਐਸੀ ਚਿੰਤਾ ਮਹਿ ਜੇ ਮਰੈ। ਭਗਤ ਤਰਲੋਚਨ ਜੀ ਮਹਾਰਾਜ ਕਹਿੰਦੇ ਪ੍ਰੇਤ ਜੋਨ ਵਲ ਵਲ ਉਤਰੈ। ਪਰ ਉਥੇ ਨਾਲ ਹੀ ਕਹਿੰਦੇ ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਬਦਤ ਤਰਲੋਚਨ ਤੇ ਨਰ ਮੁਕਤਾ, ਪੀਤੰਬਰ ਵਾਕੇ ਹਿਰਦੈ ਬਸੈ। ਜੇ ਤੂੰ ਕਿਤੇ ਅੰਤ ਵੇਲੇ ਤੇਰੀ ਬਿਰਤੀ ਬ੍ਰਹਮਾਕਾਰ ਹੋ ਗਈ, ਤੇ ਬ੍ਰਹਮਾਕਾਰ ਤਾਂ ਹੀ ਹੋਊਗੀ ਨਾ ਜੇ ਜ਼ਿੰਦਗੀ ਵਿੱਚ ਜੋ ਕੀਤਾ ਹੋਊਗਾ। ਸਾਧ ਸੰਗਤ ਜੀ, ਇਸੇ ਕਰਕੇ ਇੱਕ ਵਾਰ ਜੇ ਮਨੁੱਖਾ ਦੇਹੀ ਛੁੱਟ ਗਈ ਤਾਂ ਕਹਿੰਦੇ ਫਿਰ ਦੁਬਾਰਾ ਨਹੀਂ ਮਿਲਦੀ। ਸਾਧ ਸੰਗਤ ਜੀ, ਜੇਕਰ ਬਿਰਤੀ ਬ੍ਰਹਮਾਕਾਰ ਹੋਊਗੀ ਤਾਂ ਉਹ ਅਗਲਾ ਜਨਮ ਹੋ ਸਕਦਾ ਆ, ਨਹੀਂ ਸਾਧ ਸੰਗਤ ਜੀ ਕਦੇ ਫਿਰ ਉਸ ਨੂੰ ਦੇਹ ਦੁਬਾਰੇ ਨਹੀਂ ਪ੍ਰਾਪਤ ਹੁੰਦੀ। ਫਿਰ ਉਹ ਸਾਧ ਸੰਗਤ ਜੀ ਜਿਹੜੀ ਭੋਗ ਜੂਨੀ ਭਾਵ ਜੂਨੀਆਂ ਨੇ ਉਹ ਫਿਰ ਭੋਗਦਾ ਹੈ। ਭੋਗ ਜੂਨੀਆਂ ਤੋਂ ਲੈ ਕੇ ਜੂਨਾਂ ਤੋਂ ਲੈ ਕੇ ਮਨੁੱਖਾ ਜਨਮ ਤੱਕ ਉਹ ਜਿੰਨਾ ਵਿੱਚ ਵਿਚਲਾ ਫਾਸਲਾ ਹੈ ਨਾ ਸਾਧ ਸੰਗਤ ਜੀ, ਉਹ ਫਿਰ ਮੁੱਦਤਾਂ ਲੰਘ ਜਾਂਦੀਆਂ ਨੇ, ਕਈ ਸਾਲ ਲੰਘ ਜਾਂਦੇ ਨੇ, ਕਈ ਕਰੋੜਾਂ ਸਾਲ ਲੰਘ ਜਾਂਦੇ ਨੇ। ਬਹੁਤ ਸਜਾਏ ਪਾਇਆ ਦੇਸ਼ ਲੰਮੇ, ਮਹਾਰਾਜ ਕਹਿੰਦੇ ਬੜਾ ਲੰਮਾ ਸਮਾਂ ਬੀਤ ਜਾਂਦਾ, ਫਿਰ ਮਨੁੱਖਾ ਜਨਮ ਦੀ ਪ੍ਰਾਪਤੀ ਨਹੀਂ ਹੁੰਦੀ। ਤਾਂ ਕਰਕੇ ਗੁਰੂਦੇਵ ਕਹਿੰਦੇ ਹੁਣ ਵਾਹਿਗੁਰੂ ਪਰਮੇਸ਼ਰ ਦਾ ਭਜਨ ਕਰ ਲੈ, ਬਾਣੀ ਪੜ੍ਹ ਲੈ, ਸਤ ਸੰਗਤ ਕਰ ਲੈ, ਮਾੜਾ ਮੋਟਾ ਧਿਆਨ ਦੇ ਲੈ ਇੱਧਰ ਨੂੰ ਵੀ। ਮਹਾਰਾਜ ਕਹਿੰਦੇ ਤੇਰਾ ਪਾਰ ਉਤਾਰਾ ਹੋ ਜਾਊਗਾ, ਤੈਨੂੰ ਆਉਣਾ ਨਾ ਪਊਗਾ ਦੁਆਰਾ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋਊ ਕਹਾਵੈ। ਮੁਕਤ ਹੋ ਜਾਵੇਂਗਾ ਗੁਰ ਪ੍ਰਸਾਦ, ਪਰਮ ਪਦ ਪਾਇਆ, ਪਰਮ ਪਦ ਵੀ ਮਿਲ ਜੂਗੀ ਤੈਨੂੰ। ਮਹਾਰਾਜ ਕਹਿੰਦੇ ਸਾਧ ਸੰਗਤ ਜੀ, ਪਰ ਕਿੱਥੇ ਘਰਾਂ 'ਚ ਹੀ ਬੜੇ ਫਿਰਦੇ ਆ, ਧੰਦਿਆਂ 'ਚ ਹੀ ਲੱਗੇ ਹੋਏ ਆ, ਕਦੇ ਗੁਰੂ ਯਾਦ ਨਹੀਂ ਕੀਤਾ। ਸਤ ਸੰਗਤ ਦੇ ਵਿੱਚ ਆ ਕੇ ਮਹਾਰਾਜ ਨੇ ਸਪਸ਼ਟ ਆਖਿਆ, ਮਹਾਰਾਜ ਕਹਿੰਦੇ ਸਤ ਸੰਗਤ ਮਿਲੇ ਸੋ ਤਰਿਆ। ਉਹ ਤਰ ਜਾਂਦੇ ਨੇ ਸੰਗਤ ਕਰਨ ਵਾਲੇ, ਪਰ ਧਿਆਨ ਹੀ ਨਹੀਂ ਦਿੱਤਾ ਸਾਧ ਸੰਗਤ ਜੀ ਇੱਧਰ ਨੂੰ। ਸਾਰੀ ਦਿਹਾੜੀ ਘਰਾਂ 'ਚ ਹੀ ਬੜੇ ਰਹਿੰਦੇ ਆ, ਮੁੰਡੇ ਕੁੜੀ ਕੋਲ ਹੀ ਬੈਠੇ ਰਹਿੰਦੇ ਆ। ਸਾਧ ਸੰਗਤ ਜੀ ਧੀਆਂ ਪੁੱਤਰਾਂ ਕੋਲ ਹੀ ਬੈਠੇ ਰਹਿੰਦੇ ਆ, ਕੋਈ ਘਰ ਵਾਲੀ ਕੋਈ ਬੈਠਾ, ਕੋਈ ਮਾਤਾ ਪਿਤਾ ਕੋਲੇ ਬੈਠਾ, ਕੋਈ ਕਿਹੜੇ ਕੰਮ ਕਰ ਬੈਠਾ। ਰੱਬ ਕੋਲ ਬੈਠਣ ਦਾ ਸਮਾਂ ਕਿਤੇ ਕੱਢਿਆ ਹੈ? ਕਿਤੇ ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿੱਚ ਜੁੜ ਕੇ ਬੈਠੇ ਆ ਵੀ ਮਹਾਰਾਜ ਕੋਲ ਵੀ ਕਿਤੇ ਚਲੇ ਜਾਈਏ। ਸਾਧ ਸੰਗਤ ਜੀ ਸਾਰਿਆਂ ਕੋਲ ਬੈਠਣ ਦਾ ਸਮਾਂ ਹੈ, ਬੈਠਦੇ ਆ। ਮੈਂ ਵੀ ਬਹਿਨਾ, ਮੈਂ ਕਿਹੜਾ ਝੂਠ ਬੋਲਦਾ, ਮੈਂ ਮਾਂ ਪਿਓ ਕੋਲ ਜਾਣਾ, ਬਹਿਨਾ ਉੱਥੇ ਜਾ ਕੇ। ਸਾਧ ਸੰਗਤ ਜੀ ਇਹ ਮੈਂ ਸੰਸਾਰ ਦੀ ਗੱਲ ਕਰਦਾ, ਬਹਿਨੇ ਆ ਨਾ ਆਪਾਂ ਸਾਰੇ, ਤੇ ਗੁਰੂ ਕੋਲ ਉਹ ਕੌਣ ਬੈਠੂਗਾ? ਸਾਧ ਸੰਗਤ ਜੀ ਮਹਾਰਾਜ ਕਹਿੰਦੇ ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਜੇ ਤੂੰ ਉਧਰ ਬੈਠਣਾ ਜ਼ਰੂਰੀ ਸਮਝਦਾ ਏ, ਅਕਾਲ ਪੁਰਖ ਕੋਲ ਵੀ ਬੈਠਿਆ ਕਰ, ਸਤ ਸੰਗਤ ਕਰਿਆ ਕਰ। ਸੱਚ ਕਹਿੰਦੇ ਐ ਮਹਾਰਾਜ ਪਾਰ ਹੋ ਜਾਏਗਾ।
ਇੱਕ ਵਾਰ ਤੇਰਾ ਛੁੱਟ ਗਿਆ ਨਾ ਜਨਮ, ਫਿਰ ਇਹ ਚੱਕਰ ਵਿੱਚ ਬੜਾ ਸਮਾਂ ਲੱਗ ਜਾਂਦਾ ਭਾਈ ਗੁਰਮੁਖੋ। ਫਿਰ ਕਬੀਰ ਸਾਹਿਬ ਜੀ ਕਹਿੰਦੇ ਨਾ ਲੱਭਣ ਦੇ ਬਰਾਬਰ ਹੈ, ਫਿਰ ਜਨਮ ਦੁਬਾਰਾ ਨਹੀਂ ਜੇ ਲੱਭਦਾ। ਇਸ ਕਰਕੇ ਫਿਰ ਕਰਮਾਂ ਅਨੁਸਾਰ ਸਾਧ ਸੰਗਤ ਜੀ ਪਸ਼ੂ ਦੇਹੀ ਵਿੱਚ ਵਾਸਾ ਹੁੰਦਾ ਆ, ਸਭ ਜੂਨੀਆਂ ਭੋਗਣੀਆਂ ਪੈਂਦੀਆਂ ਨੇ। ਫਿਰ ਕਿਤੇ ਜਾ ਕੇ ਜਿਹੜੇ ਕਹਿੰਦੇ ਕੋਈ ਨਹੀਂ ਭਜਨ ਕਰ ਲਵਾਂਗੇ, ਫਿਰ ਸਾਧ ਸੰਗਤ ਜਦੋਂ ਕਿਤੇ ਅਗਲਾ ਜਨਮ ਹੁੰਦਾ ਮਨੁੱਖਾ ਜਨਮ, ਫਿਰ ਸਿਮਰਤੀ ਯਾਦ ਨਹੀਂ ਰਹਿੰਦੀ, ਉਦੋਂ ਫਿਰ ਕੁਝ ਚੇਤੇ ਨਹੀਂ ਰਹਿੰਦਾ। ਕਈ ਕਹਿੰਦੇ ਕੀ ਪਤਾ ਪਿੱਛੇ ਕੀ ਕਰਕੇ ਆਏ, ਹਾਂ ਠੀਕ ਆ, ਫਿਰ ਯਾਦ ਨਹੀਂ ਰਹਿੰਦਾ ਕਿਉਂਕਿ ਭਜਨ ਦਾ ਪ੍ਰਤਾਪ ਹੀ ਨਹੀਂ ਉਹਨਾਂ ਦੇ ਕੋਲ, ਤਾਂ ਕਰਕੇ ਕੁਝ ਚੇਤੇ ਨਹੀਂ ਫਿਰ ਰਹਿੰਦਾ। ਸਾਧ ਸੰਗਤ ਜੀ ਇਸੇ ਕਰਕੇ ਕਬੀਰ ਸਾਹਿਬ ਜੀ ਕਹਿੰਦੇ ਹੁਣ ਤੈਨੂੰ ਮਨੁੱਖਾ ਜਨਮ ਮਿਲਿਆ, ਹੁਣ ਇਹਨੂੰ ਛੱਡਣਾ, ਹੁਣ ਧਿਆਨ ਰੱਖ ਲੈ, ਗੁਰੂ ਘਰ ਆ ਕੇ ਸੇਵਾ ਕਰ, ਸੰਗਤਾਂ ਦੇ ਬਰਤਨ ਜੋੜੇ ਝਾੜ ਸਾਧ ਸੰਗਤ ਜੀ ਮਾਂਜਿਆ ਕਰ, ਲੰਗਰਾਂ 'ਚ ਬਰਤਨ ਆ ਕੇ। ਮਹਾਰਾਜ ਕਹਿੰਦੇ ਪ੍ਰਤੱਖ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਸੇਵਾ ਕਰ ਤਾਂ ਤੇਰਾ ਪਾਰੋ ਤਾਰਾ ਹੋ ਜਾਏਗਾ। ਸਾਧ ਸੰਗਤ ਜੀ ਸਤ ਸੰਗਤ ਕਰਿਆ ਕਰ, ਬਾਣੀ ਪੜ੍ਹ, ਪਾਰੋ ਤਾਰਾ ਤੇਰਾ ਹੋ ਜਾਏਗਾ। ਇਉਂ ਕਬੀਰ ਜੀ ਦੱਸਦੇ ਹਨ। ਹੋਏ ਨਾ ਬਾਰ ਮਹਾਰਾਜ ਕਹਿੰਦੇ ਵਾਰ-ਵਾਰ ਤੈਨੂੰ ਇਹ ਜਿਹੜਾ ਜਨਮ ਹੈ ਨਹੀਂ ਮਿਲਣਾ। ਜਿਉਂ ਬਨ ਫਲ ਪਾਕੇ ਭੋਏ ਗਿਰਹਿ। ਮਹਾਰਾਜ ਕਹਿੰਦੇ ਜਿਵੇਂ ਬਨ, ਸਾਧ ਸੰਗਤ ਜੀ ਬਨ ਨਾਮ ਦਰਖਤ ਦਾ ਹੈ, ਜੰਗਲ ਦਾ ਹੈ। ਜਿਵੇਂ ਜੰਗਲ ਦੇ ਵਿੱਚ ਲੱਗੇ ਹੋਏ ਦਰਖਤਾਂ ਨੂੰ ਫਲ ਪੱਕ ਕੇ ਬਹੁਰ ਨਾ ਲੱਗ ਹੈ ਡਾ ਭੋਏ ਗਿਰਹਿ। ਮਹਾਰਾਜ ਕਹਿੰਦੇ ਪੱਕ ਕੇ ਭੋਏ ਨਾਮ ਜ਼ਮੀਨ ਦਾ ਹੈ, ਉਹ ਸਾਧ ਸੰਗਤ ਜੀ ਧਰਤੀ ਤੇ ਡਿੱਗ ਪੈਂਦੇ ਨੇ, ਗਿਰ ਜਾਂਦੇ ਐ। ਬਹੁਰ ਨਾ ਲਾਗੇ ਡਾਰ, ਫਿਰ ਸਾਧ ਸੰਗਤ ਜੀ ਦੁਬਾਰਾ ਨਹੀਂ ਲੱਗਦੇ। ਇੱਥੇ ਜੇ ਕੋਈ ਸ਼ੰਕਾ ਕਰੇ ਜੀ ਅੱਜ ਤੇ ਵਿਗਿਆਨਕ ਯੁੱਗ ਹੈ ਵੀ ਹੁਣ ਤਾਂ ਲੱਗ ਜਾਣਗੇ, ਕਬੀਰ ਜੀ ਪੱਕੇ ਫਲ ਦੀ ਗੱਲ ਕਰਦੇ, ਕੱਚੇ ਲੱਗ ਜਾਂਦੇ ਐ। ਵਿਗਿਆਨਕ ਇੰਨਾ ਯੁੱਗ ਅੱਗੇ ਲੰਘ ਚੁੱਕਾ ਏ ਸਾਧ ਸੰਗਤ ਜੀ, ਜੇ ਕਿਤੇ ਕੱਚਾ ਫਲ ਟੁੱਟ ਜਾਵੇ ਨਾ, ਵਿਗਿਆਨਕ ਤਰੀਕੇ ਨਾਲ ਉਸ ਨੂੰ ਫਿਰ ਤਾਂ ਦਰਖਤ ਦੇ ਨਾਲ ਜੋੜ ਕੇ ਨਾ ਸਾਧ ਸੰਗਤ ਜੀ ਉਸ ਨੂੰ ਪਕਾ ਦਿੱਤਾ ਜਾਂਦਾ ਫਲ ਨੂੰ। ਪਰ ਕਬੀਰ ਸਾਹਿਬ ਜੀ ਇੱਥੇ ਪੱਕੇ ਫਲ ਦੀ ਗੱਲ ਕਰਦੇ ਐ, ਕਿਉਂਕਿ ਮਹਾਰਾਜ ਕਬੀਰ ਸਾਹਿਬ ਜੀ ਤ੍ਰੈ ਕਾਲ ਦਰਸ਼ੀ ਹੈ। ਪਤਾ ਵੀ ਅੱਗੇ ਮੂਰਖੀ ਜੰਮਣੇ ਆ, ਸ਼ੰਕਾ ਕਰੀ ਜਾਣ ਕੇ ਗੁਰਬਾਣੀ ਤੇ। ਗੁਰਬਾਣੀ 3 ਕਾਲ ਸੱਚੀ ਹੈ, ਸੱਚ 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 ਸਭ ਕੀਨਾ, ਕੋਟ ਮਦੇ ਕਿਨੇ ਮਿਰਲੇ ਚੀਨਾ। ਭਲਾ 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 ਤੇਰਾ ਰੂਪ ਅਤ ਸੁੰਦਰ ਆਪਾ, ਨਿਰਮਲ 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 ਤੇਰੀ ਬਾਣੀ। ਸਾਧ ਸੰਗਤ ਜੀ ਮਹਾਰਾਜ ਦੀ ਬਾਣੀ ਤਾਂ 3 ਕਾਲ ਸੱਚ ਹੈ, ਆਦਿ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਜੇ ਕੋਈ ਆਖੇ ਜੀ ਤੇ ਕੱਚੇ ਫਲ ਟੁੱਟ ਕੇ, ਤੇ ਅੱਜ ਦਾ ਵਿਗਿਆਨਕ ਜਿਹੜਾ ਯੁੱਗ ਹੈ, ਵਿਗਿਆਨਕ ਯੁੱਗ, ਸਾਧ ਸੰਗਤ ਜੀ ਕਲਮਾਂ ਲਾਉਣੇ ਆ ਨਾ ਆਪਾਂ, ਤੇ ਵੇਖੋ ਹੋ ਜਾਂਦੀਆਂ ਨੇ। ਤੇ ਸਾਧ ਸੰਗਤ ਜੀ ਕਈ ਤਰੀਕਿਆਂ ਨਾਲ ਕੱਚਾ ਫਲ ਦੁਆਰਾ ਦਰਖਤ ਨਾਲ ਜੋੜ ਕੇ ਉਹਨੂੰ ਪਕਾਇਆ ਜਾਂਦਾ, ਪੱਕ ਜਾਂਦਾ। ਪਰ ਕਬੀਰ ਸਾਹਿਬ ਜੀ ਇੱਥੇ ਪੱਕੇ ਫਲ ਦੀ ਗੱਲ ਕਰਦੇ ਆ। ਜਦੋਂ ਟਾਹਣੀ ਦਾ ਰਸ ਸੁੱਕ ਜਾਵੇ ਨਾ, ਟਾਹਣੀ ਦਾ ਰਸ ਜਦੋਂ ਸਾਧ ਸੰਗਤ ਜੀ ਫਲ ਵਿੱਚ ਆ ਜਾਵੇ, ਉਦੋਂ ਫਿਰ ਕੀ ਹੁੰਦੀ ਹੈ ਕਿ ਟਾਹਣੀ ਦਾ ਰਸ ਸੁੱਕ ਜਾਂਦਾ ਆ, ਫਲ ਪੱਕ ਜਾਂਦਾ ਆ। ਤੇ ਜਿਵੇਂ ਭਗਤ ਰਵਿਦਾਸ ਜੀ ਨੇ ਵੀ ਬਾਣੀ ਚ ਆਖਿਆ, ਮਹਾਰਾਜ ਕਹਿੰਦੇ ਫਲ ਕਾਰਨ ਫੂਲੀ ਬਨ ਰਾਏ, ਫਲ ਲਾਗਾ ਤਬ ਫੂਲ ਬੁਲਾਏ। ਫਲ ਨਿਕਲਣ ਤੋਂ ਪਹਿਲਾਂ, ਫਲ ਲੱਗਣ ਤੋਂ ਪਹਿਲਾਂ ਫੁੱਲ ਪੈਦਾ ਹੁੰਦੇ ਹੈ। ਫਲ ਕਾਰਨ ਫੂਲੀ ਬਨ ਰਾਏ, ਫਲ ਲਾਗਾ ਤਬ ਫੂਲ ਬੁਲਾਏ। ਦੇਖੋ ਆ ਬ੍ਰਹਮ ਦਾ ਗਿਆਨ ਮਹਾਰਾਜ ਦੇ ਰਹੇ ਨੇ। ਸੱਚੇ ਪਾਤਸ਼ਾਹ ਕਹਿੰਦੇ ਜਿਉਂ ਬਨ ਫਲ ਪਾਕੇ ਭੋਏ ਗਿਰਹਿ। ਮਹਾਰਾਜ ਕਹਿੰਦੇ ਪੱਕਾ ਫਲ ਜਦੋਂ ਡਿੱਗ ਜਾਂਦਾ ਨਾ, ਉਦੋਂ ਫਿਰ ਬਹੁਰ ਨਾ ਲਾਗੇ ਡਾਰ, ਦੁਬਾਰਾ ਨਹੀਂ ਲੱਗਦਾ। ਜਿਉਂ ਬਨ ਫਲ ਪਾਕੇ ਭੋਏ ਗਿਰਹਿ। ਹਾਂ ਹੁਣ ਥੋੜਾ ਧਿਆਨ ਦਿਓ। ਸੰਸਾਰ ਰੂਪੀ ਜੰਗਲ ਦੇ ਵਿੱਚ ਮਨੁੱਖਾ ਦੇਹ ਰੂਪੀ ਇਹ ਸਾਧ ਸੰਗਤ ਜੀ ਇਹਨੂੰ ਫਲ ਲੱਗਿਆ ਹੋਇਆ, ਬਿਰਧ ਅਵਸਥਾ ਆ ਗਈ ਹੈ। ਜਦੋਂ ਸਾਧ ਸੰਗਤ ਜੀ ਸੰਸਾਰ ਰੂਪੀ ਜੰਗਲ ਨੂੰ ਕਾਹਦਾ ਫਲ ਲੱਗਿਆ? ਮਨੁੱਖਾ ਜਨਮ ਦੇਹੀ ਦਾ ਇਹ ਫਲ ਲੱਗਿਆ ਹੋਇਆ। ਜਦੋਂ ਬਿਰਧ ਅਵਸਥਾ ਆ ਜਾਂਦੀ ਤਾਂ ਫਲ ਪੱਕ ਜਾਂਦਾ, ਪੱਕੀ ਵੱਢਣ ਹਾਰ। ਮਹਾਰਾਜ ਕਹਿੰਦੇ ਜਦੋਂ ਬਿਰਧ ਅਵਸਥਾ ਆ ਜਾਂਦੀ ਏ, ਉਮਰ ਪੂਰੀ ਹੋਣ ਤੇ, ਪ੍ਰਾਲਬਧ ਪੂਰੀ ਹੋਣ ਤੇ ਸਾਧ ਸੰਗਤ ਜੀ ਇਹ ਨਾਸ਼ ਹੋ ਜਾਂਦਾ, ਭਾਵ ਕਿ ਜੀਵ ਨਾਸ਼ ਹੋ ਜਾਂਦਾ ਏ। ਸੱਚੇ ਪਾਤਸ਼ਾਹ ਤਾਂ ਹੀ ਤੇ ਕਹਿੰਦੇ ਫਰੀਦਾ ਕਾਲੀ ਜਿੰਨੀ ਨਾ ਰਾਵਿਆ ਧੌਲੀ ਰਾਵੇ ਕੋਏ। ਜੇ ਕਿਤੇ ਹੁਣ ਤੇਰੇ ਕਾਲੇ ਕੇਸ ਨੇ, ਹੁਣ ਹਰੀ ਨਹੀਂ ਨਾ ਯਾਦ ਆਇਆ,
ਜੇ ਕਿਤੇ ਚਿੱਟੇ ਆ ਜਾਣ ਤਾਂ ਵੀ ਚੇਤੇ ਕਰ ਲੈ, ਤਾਂ ਵੀ ਤੇਰੇ ਤੇ ਕਿਰਪਾ ਹੋ ਜਾਏਗੀ। ਅਜਹੂ ਕਛ ਬਿਗੜਿਓ ਨਹੀਂ ਜੋ ਪ੍ਰਭ ਗੁਣ ਗਾਵੇ। ਹਜੀ ਵੀ ਤੇਰਾ ਕੁਝ ਨਹੀਂ ਵਿਗੜਿਆ, ਜਿੰਨੇ ਕੁ ਸਵਾਸ ਹੁਣ ਤੇਰੇ ਰਹਿੰਦੇ ਐ, ਹੁਣ ਵੀ ਚੇਤੇ ਕਰ ਲੈ, ਹੁਣ ਵੀ ਗੁਰੂ ਘਰ ਆ ਕੇ ਸਤ ਸੰਗਤ ਸੇਵਾ ਕਰ ਲੈ, ਬਾਣੀ ਪੜ੍ਹ ਲੈ, ਘਰ ਬਹਿ ਕੇ ਨਾਮ ਦਾ ਅਭਿਆਸ ਕਰ ਲੈ। ਮਹਾਰਾਜ ਕਹਿੰਦੇ ਜਦੋਂ ਤੈਨੂੰ ਇਹ ਬਿਰਧ ਅਵਸਥਾ ਹੋ ਗਈ, ਤੂੰ ਦੁਨੀਆ ਤੋਂ ਚਲਿਆ ਜਾਵੇਂਗਾ, ਬਹੁਰ ਨਾ ਲੱਗ ਹੈ ਡਾਰ। ਫਿਰ ਪਰਿਵਾਰ ਸੰਬੰਧੀ ਰੂਪੀ ਟਾਹਣੀਆਂ ਦੇ ਨਾਲ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਇਹ ਜਿਹੜਾ ਤੇਰਾ ਇਹ ਜਨਮ ਹੈ ਨਾ, ਫਿਰ ਤੈਨੂੰ ਦੁਬਾਰਾ ਨਹੀਂ ਮਿਲਣਾ, ਦੁਬਾਰਾ ਨਹੀਂ ਲੱਗੇਗਾ। ਇਉਂ ਦੱਸਦੇ ਹਨ। ਕਬੀਰਾ ਤੂੰ ਹੀ ਕਬੀਰ ਤੂੰ। ਸਾਧ ਸੰਗਤ ਜੀ, ਭਗਤ ਕਬੀਰ ਸਾਹਿਬ ਜੀ ਕਾਂਸ਼ੀ ਵਿੱਚ ਜਦੋਂ ਸਾਧ ਸੰਗਤ ਜੀ ਬੈਠੇ ਸਨ ਨਾ, ਉਸ ਵੇਲੇ ਕੋਈ ਪ੍ਰੇਮੀ ਸਾਧ ਸੰਗਤ ਜੀ ਭਗਤ ਜੀ ਦੇ ਪਾਸ ਉਪਦੇਸ਼ ਲੈਣ ਲਈ ਆਇਆ। ਭਗਤ ਕਬੀਰ ਜੀ ਦਾ ਘਰ ਪੁੱਛਦਾ ਸੀ ਸਾਧ ਸੰਗਤ ਜੀ। ਜਦੋਂ ਭਗਤ ਕਬੀਰ ਸਾਹਿਬ ਦਾ ਘਰ ਪੁੱਛਦਾ ਹੋਇਆ, ਕਬੀਰ ਸਾਹਿਬ ਜੀ ਮਹਾਰਾਜ ਦੇ ਪਾਸ ਆਇਆ। ਇਹ ਸਾਧ ਸੰਗਤ ਜੀ ਕਬੀਰ ਸਾਹਿਬ ਨੂੰ ਜਾਣਦਾ ਨਹੀਂ ਸੀ, ਪਰ ਕਿਸੇ ਮਹਾਤਮਾ ਨੇ ਘੱਲਿਆ ਸੀ। ਮਹਾਤਮਾ ਕਹਿਣ ਲੱਗੇ ਅੱਜ ਦੇ ਵੇਲੇ ਤਾਂ ਪੂਰਨ ਬ੍ਰਹਮ ਗਿਆਨੀ ਭਗਤ ਕਬੀਰ ਜੀ ਹੈ, ਤੂੰ ਉਹਨਾਂ ਦੇ ਕੋਲ ਚਲ ਜਾ। ਇਹ ਭਾਏ ਕੋਈ ਸਤ ਸੰਗੀ ਪ੍ਰੇਮੀ ਨਾ, ਪ੍ਰੇਮ ਕਰਨ ਵਾਲਾ। ਭਗਤ ਜੀ ਦਾ ਘਰ ਪੁੱਛਦਾ ਹੋਇਆ ਆ ਗਿਆ। ਜਦੋਂ ਘਰ ਪੁੱਛਦਾ ਹੋਇਆ ਤੇ ਆ ਗਿਆ, ਪਰ ਕਬੀਰ ਸਾਹਿਬ ਦੀ ਪਹਿਚਾਣ ਨਹੀਂ ਸੀ ਇਹਨੂੰ। ਇਹ ਕਹਿਣ ਲੱਗਿਆ, ਭਗਤ ਕਬੀਰ ਸਾਹਿਬ ਜੀ ਨੂੰ ਕਹਿੰਦਾ ਮਹਾਰਾਜ ਜੀ ਤੁਸੀਂ ਕਬੀਰ ਹੋ। ਕਬੀਰ ਸਾਹਿਬ ਜੀ ਸਾਧ ਸੰਗਤ ਜੀ ਬ੍ਰਹਮ ਗਿਆਨ ਦੀ ਦ੍ਰਿਸ਼ਟੀ ਦੁਆਰਾ ਆਖਦੇ ਹਨ, ਕਬੀਰਾ ਤੂੰ ਹੀ ਕਬੀਰ ਤੂੰ। ਮਹਾਰਾਜ ਕਹਿੰਦੇ ਭਾਈ ਜਦੋਂ ਉਹ ਸਾਨੂੰ ਪ੍ਰੇਮੀ ਸਤ ਸੰਗੀ ਨੇ ਆਖਿਆ ਵੀ ਕਬੀਰ ਸਾਹਿਬ ਜੀ ਤੁਸੀਂ ਕਬੀਰ ਹੋ, ਤਾਂ ਆਖਣ ਲੱਗੇ ਨੇ ਤੇਰੋ ਨਾਉ ਕਬੀਰ। ਮਹਾਰਾਜ ਕਹਿੰਦੇ ਕਬੀਰ ਤਾਂ ਤੂੰ ਵੀ ਹੈ, ਕਿਉਂਕਿ ਕਬੀਰ ਨਾਮ ਵੱਡੇ ਦਾ ਹੈ। ਸਾਧ ਸੰਗਤ ਜੀ ਕਬੀਰ ਵੱਡੇ ਨੂੰ ਕਹਿੰਦੇ ਹੈ। ਅਰਬੀ ਭਾਸ਼ਾ ਦੇ ਵਿੱਚ ਕਬੀਰ ਨਾਮ ਵੱਡੇ ਦਾ ਹੈ। ਸਾਧ ਸੰਗਤ ਜੀ ਅਰਬੀ ਭਾਸ਼ਾ ਦੇ ਵਿੱਚ ਕਬੀਰ ਨਾਮ ਵੱਡੇ ਦਾ। ਮਹਾਰਾਜ ਕਹਿੰਦੇ ਤੂੰ ਵੀ ਵੱਡਾ ਆ, ਤੇਰੇ ਵਿੱਚ ਵਾਹਿਗੁਰੂ ਦੀ ਜੋਤ ਹੈ, ਤੇਰੇ ਵਿੱਚ ਵਾਹਿਗੁਰੂ ਦੀ ਚੇਤਨ ਸੱਤਾ ਆ, ਤੂੰ ਵੀ ਵੱਡਾ ਆ। ਇਸ ਕਰਕੇ ਮਹਾਰਾਜ ਕਹਿੰਦੇ ਮੈਂ ਕਬੀਰ ਨਹੀਂ ਆ। ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੇ ਦ੍ਰਿਸ਼ਟ ਅੰਮ੍ਰਿਤ ਬਰਸੀ। ਇਹ ਬ੍ਰਹਮ ਗਿਆਨ ਦੀ ਦ੍ਰਿਸ਼ਟੀ ਦੁਆਰਾ ਕਹਿੰਦੇ ਹੈ। ਮਹਾਰਾਜ ਕਬੀਰ ਜੀ ਮੁਸਕਰਾ ਕੇ ਕਹਿਣ ਲੱਗੇ ਭਾਈ ਕਬੀਰ ਤਾਂ ਤੂੰ ਵੀ ਆ, ਕਿਉਂਕਿ ਤੇਰੇ ਵਿੱਚ ਵੀ ਵਾਹਿਗੁਰੂ ਦੀ ਜੋਤ ਹੈ। ਤਾਂ ਹੀ ਮਹਾਰਾਜ ਨੇ ਆਖਿਆ ਨਾ ਕਿ ਘਟ ਘਟ ਮੈਂ ਹਰਜੂ ਬਸੈ, ਸੰਤਨ ਕਹਿਓ ਪੁਕਾਰ। ਸੰਤਾਂ ਨਹੀਂ ਆਖਿਆ, ਕਿਉਂਕਿ ਸੰਤ ਉਸ ਲੈਵਲ ਤੇ ਪਹੁੰਚ ਗਏ, ਉਸ ਮੰਜ਼ਲ ਤੇ ਪਹੁੰਚ ਗਏ। ਤਾਂ ਕਰਕੇ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਘਟ ਘਟ ਮੈਂ ਹਰਜੂ ਬਸੈ, ਸਭਨੀ ਘਟੀ ਸੋ ਬਸੈ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਮਹਾਰਾਜ ਕਹਿੰਦੇ ਇਸ ਕਰਕੇ ਭਾਈ ਸਾਰੀਆਂ ਘਟਾਂ ਦੇ ਵਿੱਚ ਉਹ ਆਪ ਹੀ ਰਾਮ ਵਸਦਾ ਆ, ਬੋਲਦਾ ਆ। ਕਬੀਰ ਸਾਹਿਬ ਨੂੰ ਪੁੱਛਿਆ ਪ੍ਰੇਮੀ ਨੇ, ਮਹਾਰਾਜ ਜੀ ਆਪ ਜੀ ਕਬੀਰ ਸਾਹਿਬ ਹੋ? ਕਬੀਰ ਸਾਹਿਬ ਕਹਿੰਦੇ ਤੇਰੋ ਨਾਉ ਕਬੀਰ। ਭਾਈ ਤੇਰਾ ਨਾਮ ਵੀ ਕਬੀਰ ਹੀ ਹੈ ਨਾ, ਤੂੰ ਵੀ ਵਾਹਿਗੁਰੂ ਦੀ ਚੇਤਨ ਸੱਤਾ ਹੋਣ ਕਰਕੇ ਵੱਡਾ ਹੈ। ਰਾਮ ਰਤਨ ਤਬ ਪਾਈਐ। ਸਾਧ ਸੰਗਤ ਜੀ ਜਦੋਂ ਭਗਤ ਕਬੀਰ ਸਾਹਿਬ ਜੀ ਨੂੰ ਇਉਂ ਆਖਿਆ ਤਾਂ ਆਖਣ ਲੱਗੇ ਹੇ ਭਾਈ ਸਤ ਸੰਗੀ, ਹੇ ਪ੍ਰੇਮੀ ਜਨ ਤੂੰ ਕੀ ਕਰਨ ਆਇਆ? ਮੈਂ ਹੀ ਕਬੀਰ ਹਾਂ। ਕਬੀਰ ਸਾਹਿਬ ਕਹਿੰਦੇ ਇਹ ਫਿਰ ਕਬੀਰ ਸਾਹਿਬ ਜੀ ਨੂੰ ਆਖਣ ਲੱਗਿਆ ਰਾਮ ਰਤਨ ਤਬ ਪਾਈਐ। ਮਹਾਰਾਜ ਕਹਿੰਦੇ ਤੇਰਾ ਕਾਰਜ ਕੀ ਹੈ? ਤੂੰ ਮੇਰਾ ਨਾਮ ਲੈ ਕੇ ਆਖਿਆ ਵੀ ਕਬੀਰ ਸਾਹਿਬ ਤੂੰ ਹੀ ਹੈ, ਤੁਸੀਂ ਹੋ? ਮਹਾਰਾਜ ਜੀ ਕਬੀਰ ਜੀ। ਮਹਾਰਾਜ ਕਹਿੰਦੇ ਮੈਂ ਹੀ ਹਾਂ, ਦੱਸ ਕੀ ਕਾਰਜ ਹੈ ਤੇਰਾ? ਤਾਂ ਉਹ ਕਹਿਣ ਲੱਗਿਆ ਮਹਾਰਾਜ ਮੈਨੂੰ ਆਪ ਪਰਮੇਸ਼ਰ ਦਾ ਨਾਮ ਚਾਹੀਦਾ ਆ, ਮੈਨੂੰ ਕਿਸੇ ਮਹਾਤਮਾ ਨੇ ਘੱਲਿਆ। ਕਹਿਣ ਲੱਗੇ ਇਸ ਕਲਯੁਗ ਦੇ ਸਮੇਂ 'ਚ ਪੂਰਨ ਬ੍ਰਹਮ ਗਿਆਨੀ ਕਾਲ ਪੁਰਖ ਦੇ ਸਰੂਪ ਤਾਂ ਕਬੀਰ ਸਾਹਿਬ ਹੀ ਹੈ, ਉਹ ਤੈਨੂੰ ਨਾਮਦਾਨ ਦੇ ਸਕਦੇ ਹੈ। ਇਸੇ ਕਰਕੇ ਮੈਨੂੰ ਨਾਮਦਾਨ ਚਾਹੀਦਾ, ਕਿਰਪਾ ਕਰੋ। ਰਾਮ ਰਤਨ ਤਬ ਪਾਈਐ। ਤਬ ਪਾਈਐ, ਰਾਮ ਰਤਨ। ਕਬੀਰ ਸਾਹਿਬ ਕਹਿੰਦੇ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਨਾਮ ਰੂਪੀ ਰਤਨ ਹੈ, ਰਾਮ ਰਤਨ। ਰਾਮ ਜੋ ਵਾਹਿਗੁਰੂ ਰਮਿਆ ਹੋਇਆ ਰਤਨਾ ਦੇ ਬਰਾਬਰ ਅਮੋਲਕ ਹੈ। ਜਿਵੇਂ ਗੁਰਬਾਣੀ ਚਾਹੁੰਦਾ ਨਾ, ਮਹਾਰਾਜ ਦਾ ਬਚਨ ਹੈ ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੋਆ ਸਮਾਓ। ਸ਼ਬਦ ਸੇਤੀ ਮਨ ਮਿਲਿਆ, ਸੱਚੈ ਲਾਇਆ ਭਾਓ, ਆਪੇ ਹੀਰਾ ਰਤਨ ਆਪੇ ਜਿਸਨੂੰ ਦੇ 부ਝਾਏ।
ਜੇ ਕੋਈ ਪੂਰਨ ਬ੍ਰਹਮ ਗਿਆਨੀ ਅਕਾਲ ਪੁਰਖ ਵਾਹਿਗੁਰੂ ਆਪ ਸਮਝਾ ਦੇਵੇ, ਕਹਿੰਦਾ ਜੀ ਮੈਨੂੰ ਨਾਮ ਚਾਹੀਦਾ। ਮਹਾਰਾਜ ਕਬੀਰ ਸਾਹਿਬ ਕਹਿੰਦੇ ਹਨ, ਰਾਮ ਰਤਨ ਤਬ ਪਾਈਐ। ਉਹ ਭਾਈ ਰਾਮ ਰਤਨ ਵਾਹਿਗੁਰੂ ਪਰਮੇਸ਼ਰ ਦਾ ਬ੍ਰਹਮ ਗਿਆਨ ਰੂਪੀ ਰਤਨ ਨਾਮ ਰਤਨ ਤਬ ਪਾਈਐ ਤਾਂ ਪਾਵੇਂਗਾ। ਜੋ ਪਹਿਲੇ ਤਜੈ ਸਰੀਰ। ਹਾਂ, ਜੇ ਤੂੰ ਆਪਦੇ ਪਹਿਲੇ ਸਰੀਰ ਨੂੰ ਛੱਡ ਦੇ। ਹੁਣ ਪਹਿਲਾ ਸਰੀਰ ਕਿਹੜਾ ਛੱਡਣਾ ਹੈ? ਅਭਿਮਾਨ ਨੂੰ ਛੱਡ ਦਵੇਂ। ਮਹਾਰਾਜ ਕਹਿੰਦੇ ਇਹ ਵਿਕਾਰਾਂ ਨੂੰ ਛੱਡ ਦਵੇਂ, ਦੇਹੰਗਤਾ ਨੂੰ ਛੱਡ ਦਵੇਂ, ਤਾਂ ਆਖਣ ਲੱਗੇ ਨੇ ਤਾਂ ਤੈਨੂੰ ਰਾਮ ਰਤਨ ਮਿਲੇਗਾ। ਸੱਚ ਬਾਤ ਹੈ। ਅੱਜ ਵੀ ਜਦੋਂ ਅੰਮ੍ਰਿਤ ਛਕਦੇ ਆ ਨਾ ਗੁਰਮੁਖੋ, ਤਾਂ ਉਸ ਵੇਲੇ ਸਾਧ ਸੰਗਤ ਜੀ ਆਖਦੇ ਹੈ ਕਿ ਪੰਜ ਪਿਆਰੇ ਪੁੱਛਦੇ ਹੈ ਤੂੰ ਅੰਮ੍ਰਿਤ ਛਕਣ ਲੱਗਿਆ ਏ? ਸੱਚਮੁੱਚ ਅੰਮ੍ਰਿਤ ਛਕਣ ਲੱਗਿਆ ਏ? ਮਨ ਕਰਕੇ ਅੰਮ੍ਰਿਤ ਛਕਣ ਲੱਗਿਆ? ਤਾਂ ਉਸ ਵੇਲੇ ਕਹਿਣਾ ਪੈਂਦਾ ਮਹਾਰਾਜ ਮੈਂ ਮਨ ਕਰਕੇ ਹੀ ਅੰਮ੍ਰਿਤ ਛਕਣ ਲੱਗਿਆ। ਤਾਂ ਕਹਿੰਦੀ ਠੀਕ ਹੈ, ਅੱਜ ਤੋਂ ਬਾਅਦ ਤੇਰਾ ਤਨ ਤੇ ਮਨ ਹੁਣ ਗੁਰੂਦੇਵ ਦਾ ਹੋ ਗਿਆ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵਾਹਿਗੁਰੂ ਕਲਗੀਧਰ ਜੀ ਦਾ ਹੋ ਗਿਆ। ਇਉਂ ਸਾਧ ਸੰਗਤ ਜੀ ਪੰਜ ਪਿਆਰੇ ਕਹਿੰਦੇ ਐ, ਕਹਿੰਦੇ ਤਾਂ ਛਕੀ ਜੇ ਤੂੰ ਇਹ ਤਨ ਤੇ ਮਨ ਗੁਰੂ ਨੂੰ ਦਵੇਂ, ਤਨ ਤੇ ਮਨ ਮਹਾਰਾਜ ਨੂੰ ਅਰਪਣ ਕਰੇ, ਤਾਂ ਹੀ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਤਾਂ ਕਰਕੇ ਸਾਧ ਸੰਗਤ ਜੀ ਨਾਮ ਮਿਲਦਾ ਹੀ ਉਦੋਂ ਹੈ। ਸਾਧ ਸੰਗਤ ਜੀ ਕਬੀਰ ਜੀ ਦੇ ਕੋਲ ਇਸ ਕਰਕੇ ਸ਼ਾਹੂਕਾਰ ਦਾ ਲੜਕਾ ਵੀ ਆਇਆ ਸੀ। ਉਹ ਵੀ ਕਹਿੰਦਾ ਸੀ ਥਾਲ ਭਰ ਲਿਆ ਸੋਨਾ ਚਾਂਦੀ ਹੀਰੇ ਜਵਾਹਰਾਂ ਦਾ। ਕਹਿੰਦੇ ਮਹਾਰਾਜ ਇਹਦੇ ਬਦਲੇ ਮੈਨੂੰ ਨਾਮ ਦੇ ਦਿਓ। ਕਬੀਰ ਸਾਹਿਬ ਕਹਿੰਦੇ ਕੰਚਨ ਸੋ ਪਾਈਐ ਨਹੀਂ ਤੋਲ, ਮਨ ਦੇ ਰਾਮ ਦੀਆ ਹੈ ਮੋਲ। ਇਹਦਾ ਨਾਮ ਦਾ ਮੁੱਲ ਕੀ ਹੈ? ਮਨ। ਮਨ ਹੀ ਮੁੱਲ ਹੈ ਇਹਦਾ। ਮਹਾਰਾਜ ਕਹਿੰਦੇ ਆ ਹੀਰੇ ਚਾਂਦੀ ਚੱਕੀ ਫਿਰਦਾ ਬੇਟੇ, ਇਹਦੇ ਕਰਕੇ ਨਾਮ ਨਹੀਂ ਜੇ ਮਿਲਦਾ। ਉਹ ਤੇ ਭਾਈ ਜੋ ਪਹਿਲੇ ਤਜੈ ਸਰੀਰ, ਜਿਹੜਾ ਪਹਿਲਾ ਸਰੀਰ ਛੱਡ ਦਵੇਂ ਤੂੰ, ਤਜੈ ਨਾਮ ਛੱਡਣ ਦਾ ਹੁੰਦਾ ਆ। ਜੇ ਤੂੰ ਮਹਾਰਾਜ ਕਹਿੰਦੇ ਛੱਡ ਦਵੇਂ ਦੇਹ ਅਭਿਮਾਨ ਹੰਗਤਾ ਛੱਡ ਦੇ, ਤਾਂ ਤੈਨੂੰ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਹੈ ਉਹ ਰਾਮ ਰਤਨ ਤੈਨੂੰ ਪ੍ਰਾਪਤ ਹੋ ਜਾਏਗਾ। ਕਬੀਰਾ ਤੂੰ ਹੀ ਕਬੀਰ ਤੂੰ। ਹਾਂ, ਹੁਣ ਇੱਥੇ ਸਾਧ ਸੰਗਤ ਜੀ ਵਾਹਿਗੁਰੂ ਨੂੰ ਸੰਬੋਧਨ ਕਰਕੇ ਇੱਥੇ ਬਚਨ ਕਰਦੇ ਮਹਾਰਾਜ। ਕਹਿੰਦੇ ਕਬੀਰਾ ਤੂੰ ਹੀ ਕਬੀਰ ਤੂੰ, ਵਾਹਿਗੁਰੂ ਤੂੰ ਬਹੁਤ ਵੱਡਾ ਹੈ। ਇੱਥੇ 99 ਅਰਥ ਕਰਦੇ, ਦੂਜਾ ਅਰਥ ਇਹ ਦੂਜਾ ਅਰਥ ਹੈ ਮਹਾਰਾਜ ਆਪ ਬੜੇ ਵੱਡੇ ਹੋ, ਕਬੀਰ ਤੂੰ, ਤੇਰੋ ਨਾਉ ਕਬੀਰ। ਮੈਨੂੰ ਲੋਕ ਕਬੀਰ ਕਹਿੰਦੇ ਰਹਿੰਦੇ ਹੋ, ਕਬੀਰ ਆ ਗਿਆ ਕਬੀਰ ਆ ਗਿਆ, ਅਸਲ ਵਿੱਚ ਤਾਂ ਤੂੰ ਕਬੀਰ ਹੈ। ਆਪਣੀ ਨਿਰਮਾਣਤਾ ਦਿਖਾਉਂਦੇ ਐ ਮਹਾਰਾਜ, ਆਪਣੀ ਨਿਮਰਤਾ ਦੱਸਦੇ ਹੋ, ਬਚਨ ਕਰਦੇ ਐ ਮਹਾਰਾਜ ਮੈਂ ਕਿੱਥੇ ਕਬੀਰ ਆ, ਕਬੀਰ ਤਾਂ ਤੂੰ ਐ, ਤੂੰ ਵੱਡਾ ਹੈ ਸਾਰਿਆਂ ਤੋਂ। ਇਸੇ ਕਰਕੇ ਤੇਰੋ ਨਾਉ ਕਬੀਰ। ਮਹਾਰਾਜ ਆਪ ਹੈ ਕਾਲ ਪੁਰਖ ਵਾਹਿਗੁਰੂ ਜੀ, ਹੈ ਨਿਰੰਕਾਰ ਜੀ, ਆਪ ਜੀ ਕਬੀਰ ਸਾਹਿਬ ਹੋ। ਰਾਮ ਰਤਨ ਤਬ ਪਾਈਐ। ਮਹਾਰਾਜ ਵਾਹਿਗੁਰੂ ਜੀ ਆਪ ਜੀ ਦਾ ਨਾਮ ਤੇ ਉਦੋਂ ਪਾਈਦਾ ਜੋ ਪਹਿਲੇ ਤਜੈ ਸਰੀਰ। ਜਦੋਂ ਕੋਈ ਆਪਣਾ ਪਹਿਲਾ ਸਰੀਰ ਛੱਡ ਦਵੇ। ਸਾਧ ਸੰਗਤ ਜੀ ਜਿਹੜਾ ਸਾਧ ਸੰਗਤ ਜੀ ਪਹਿਲਾ ਸਰੀਰ ਦਾ ਅਭਿਮਾਨ ਛੱਡੇ, ਦੇਹੰਗਤਾ ਛੱਡੇ, ਅੰਮ੍ਰਿਤ ਛਕਿਆ, ਬਾਣੀ ਪੜ੍ਹਨੀ, ਸੇਵਾ ਕਰਨੀ ਹੈ, ਪਹਿਲਾਂ ਲੋਕ ਲਾਜ ਕੁੱਲ ਲਾਜ ਛੱਡੇ। ਲੋਕ ਕੀ ਕਹਿਣਗੇ ਛੱਡੇ ਪਹਿਲਾਂ ਇਹ, ਫਿਰ ਘਰਦਿਆਂ ਦੀ ਲਾਜ ਛੱਡੇ, ਲੋਕ ਲਾਜ, ਵੇਦ ਲਾਜ, ਕੁੱਲ ਲਾਜ ਛੱਡੇ, ਫਿਰ ਕਿਤੇ ਗੁਰੂ ਸਾਹਿਬ ਦਾ ਹੋਇਆ ਜਾਂਦਾ ਆਪ ਗਵਾਈਐ ਤਾਂ ਸੋਹ ਪਾਈਐ। ਮਹਾਰਾਜ ਕਹਿੰਦੇ ਤਾਂ ਕਰਕੇ ਵਾਹਿਗੁਰੂ ਪਾਉਂਦਾ। ਜੇ ਤੂੰ ਚਤਰਾਈਆਂ ਚੰਚਲਤਾਈ ਕਰਦਾ ਰਹੇ ਫਿਰ ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ, ਚਤਰਾਈ ਨਾ ਪਾਇਆ ਕਿਨੇ, ਤੂੰ ਸੁਣ ਮਨ ਮੇਰਿਆ। ਮਹਾਰਾਜ ਕਹਿੰਦੇ ਇਹ ਮਾਇਆ ਮੋਹਣੀ ਜਨ ਏਦ ਭਰਮ ਭੁਲਾਇਆ। ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈ ਆ, ਕੁਰਬਾਨ ਕੀਤਾ ਤਿਸੈ ਵਿਟੋ ਜਨ ਮੋਹ ਮਿੱਠਾ ਲਾਇਆ। ਸੱਚੇ ਪਾਤਸ਼ਾਹ ਜੀ ਕਹਿੰਦੇ ਚਤਰਾਈਆਂ ਇਹ ਚਲਾਕੀਆਂ ਕਰਕੇ ਤੂੰ ਵਾਹਿਗੁਰੂ ਨਹੀਂ ਪਾ ਸਕੇਗਾ। ਇਹ ਤੇ ਬੇਦ ਲਾਜ ਕੁਲ ਲਾਜ ਤਿਆਗ ਕੇ ਹੀ, ਤਾਂ ਹੀ ਤੇ ਧੰਨ ਗੁਰੂ ਅਮਰਦਾਸ ਪਿਤਾ ਜੀ ਨੂੰ ਆਖਿਆ ਸੀ ਨਾ, ਤਾਨਾ ਮਾਰੇ ਸੀ ਜੁਲਾਹੇ ਤੇ ਜੁਲਾਹੀ ਨੇ। ਜਦੋਂ ਮਹਾਰਾਜ ਦਾ ਚਰਨ ਵੱਜਿਆ ਸੀ ਖੱਡੀ 'ਚ ਜਾ ਕੇ, ਕਹਿੰਦੇ ਕੁੜਮ ਦਾ ਪਾਣੀ ਭਰਦਾ ਫਿਰਦਾ, ਰੋਟੀ ਖਾਣ ਦਾ ਮਾਰਾ। ਸਾਧ ਸੰਗਤ ਜੀ ਬਚਨ ਕੀਤੇ ਸੀ, ਬਚਨ ਸੁਣ ਲਿਆ ਮਹਾਰਾਜ ਨੇ, ਕ੍ਰੋਧ ਨਹੀਂ ਕੀਤਾ, ਗੁੱਸਾ ਨਹੀਂ ਕੀਤਾ, ਮਹਾਰਾਜ ਨਾਲ ਪ੍ਰੇਮ ਹੀ ਕੀਤਾ ਬਸ। ਤਾਂ ਕਿਤੇ ਤੀਜੇ ਥਾਵੇਂ ਤੇ ਗੁਰੂ ਅਮਰਦਾਸ ਪਿਤਾ ਬੈਠੇ, ਤਾਂ ਕਿਤੇ ਸਾਧ ਸੰਗਤ ਜੀ ਗੁਰਤਾ ਗੱਦੀ ਦੇ ਮਾਲਕ ਹੋਏ।
ਇਹ ਸਾਧ ਸੰਗਤ ਜੀ ਕਰਨਾ ਹੀ ਪੈਂਦਾ ਹੈ। ਮੁਰਦਾ ਹੋਏ ਮੁਰੀਦ ਹੀ ਉਹ ਹੈ ਜਿਹੜਾ ਮਰ ਗਿਆ ਭਾਈ, ਜੋ ਪਹਿਲੇ ਤਜੈ ਸਰੀਰ, ਜਿਹੜਾ ਸਾਧ ਸੰਗਤ ਜੀ ਦੇਹ ਬਿਮਾਨ ਤੋਂ ਉੱਪਰ ਉੱਠ ਗਿਆ, ਦੇਹ ਹੰਗਤਾ ਤੋਂ ਸਰੀਰ ਤੋਂ ਉੱਪਰ ਉੱਠ ਗਿਆ, ਉਹੀ ਵਾਹਿਗੁਰੂ ਦਾ ਉਦੋਂ ਨਾਮ ਚੱਲਣ ਲੱਗੂ। ਕਹਿੰਦੇ ਜੀ ਨਾਮ ਨਹੀਂ ਚੱਲਦਾ, ਨਾਮ 'ਚੋਂ ਰਸ ਨਹੀਂ ਆਉਂਦਾ। ਪਹਿਲਾਂ ਹੰਗਤਾ ਤੇ ਛੱਡ, ਮਾਨ ਛੱਡ ਦੇ ਗੁਣਾਂ ਦਾ, ਮਾਨ ਨਾ ਕਰ ਕਿਸੇ ਵੀ ਗੁਣ ਦਾ। ਮਹਾਰਾਜ ਸਭ ਗੁਣ ਤੇਰੇ ਮੈਂ ਨਾਹੀ ਕੋਏ, ਆਪ ਹੀ ਤਾਂ ਬਾਣੀ ਦੱਸਦੀ। ਵਾ ਪੜ੍ਹਦੇ ਨਹੀਂ ਧਿਆਨ ਨਾਲ, ਪੱਤਰੀ ਲਾਦੇ ਆ ਬਸ। ਕਿੰਨੇ ਕਰ ਲਏ? ਮੈਂ ਜੀ 5 ਕਰ ਲਏ, ਰੋਜ਼ 5 ਕਰ। ਅੱਛਾ ਹੋ ਤੂੰ ਕਿੰਨੇ ਕਰ ਲਏ ਬਈ? ਮੈਂ ਜੀ 11 ਕਰ ਲਏ। ਠੀਕ ਹੈ ਬਈ, ਕਰੋ 11, ਚੰਗੀ ਬਾਤ ਹੈ। 11 ਛੱਡੋ 15 ਕਰੋ, ਧਿਆਨ ਨਾਲ ਪੜ੍ਹੋ। ਕਹਿੰਦੇ ਕੀ ਹੈ ਮਹਾਰਾਜ? ਸਭ ਗੁਣ ਤੇਰੇ ਮੈਂ ਨਾਹੀ ਕੋਏ। ਮਹਾਰਾਜ ਸਾਰੀ ਗੁਣ ਤੇਰੇ ਹੈ, ਮੈਂ ਤਾਂ ਕੁਝ ਨਹੀਂ ਹੈ, ਮੈਂ ਤਾਂ ਕੁਝ ਵੀ ਨਹੀਂ ਹੈ ਮਹਾਰਾਜ। ਸਭ ਗੁਣ ਆਪ ਜੀ ਨੇ, ਇਹ ਗੁਰੂ ਨਾਨਕ ਸਾਹਿਬ ਜੀ, ਉਹ ਹੈ ਅਸਲ ਵਿੱਚ ਪੜ੍ਹਨਾ। ਸਾਧ ਸੰਗਤ ਜੀ ਜਦੋਂ ਪੜ੍ਹ ਕੇ ਬੁੱਝਾਂਗੇ, ਸਮਝਾਂਗੇ, ਫਿਰ ਜਿੰਨੇ ਮਰਜ਼ੀ ਪਾਠ ਕਰ ਲੈ, ਉਹ ਤੇਰੇ ਅੰਦਰ ਘਰ ਕਰਨਗੇ ਤੇਰੇ ਅੰਦਰ। ਇਹ ਨਾ ਹੋਵੇ ਹਾਥੀ ਨਾਲ ਆ ਤੇ ਮੁੜ ਕੇ ਆ ਕੇ ਫਿਰ ਸਵਾਹ 'ਚ ਵੜ ਗਿਆ। ਸਾਧ ਸੰਗਤ ਜੀ ਇਹ ਨਾ ਹੋਵੇ, ਇਹ ਕਾਰਜ ਨਹੀਂ ਕਰਨਾ ਚਾਹੀਦਾ। ਨਾਮ ਰਾਮ ਰਤਨ ਤਬ ਪਾਈ ਹੈ। ਗੁਰੂ ਸਾਹਿਬ ਦਾ ਰਾਮ ਰਤਨ ਉਦੋਂ ਹੀ ਮਿਲਦਾ ਆ ਜਦੋਂ ਸਾਧ ਸੰਗਤ ਜੀ ਦੇਹ ਬਿਮਾਨ ਹੰਗਤਾ ਛੱਡ ਦੇਵੇ ਜੀਵ, ਉਦੋਂ ਫਿਰ ਨਾਮ ਚੱਲਣ ਲੱਗ ਜਾਂਦਾ। ਗੁਣਾਂ ਦਾ ਮਾਨ ਛੱਡ ਦੇ, ਹੰਕਾਰ ਛੱਡ ਦੇ, ਸਭ ਕੁਝ ਗੁਰੂ ਸਾਹਿਬ ਨੂੰ ਹੀ ਅਰਪਣ ਕਰ ਦੇਵੇ। ਦੇਖੋ ਉਦਾਂ ਹੀ ਨਾਮ, ਅੱਜ ਵੀ ਨਾਮ ਚੱਲਣ ਲੱਗ ਜਾਏਗਾ। ਕਿਵੇਂ? ਜਦੋਂ ਆਹ ਕੰਮ ਕਰ ਲਿਆ। ਜੋ ਪਹਿਲੇ ਤੇ ਸਰੀਰ, ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹੈ, ਜਦੋਂ ਭਾਈ ਸਰੀਰ ਅਭਿਮਾਨ ਛੱਡ ਦਿੱਤਾ, ਉਦੋਂ ਵਾਹਿਗੁਰੂ ਪਰਮੇਸ਼ਰ ਦਾ ਨਾਮ ਮਿਲ ਜਾਂਦਾ, ਨਾਮ ਚੱਲਣ ਲੱਗ ਜਾਂਦਾ। ਜੋ ਦੁਨੀਆ ਤੋਂ ਬਿਰਤੀ ਉੱਪਰ ਉੱਠ ਜਾਵੇ। ਕਬੀਰ ਝੰਖ ਨਾ ਝੰਖੀਐ। ਝੰਖ ਨਾਮ ਹੈ ਬੋਲਣ ਦਾ, ਝੰਖੀ ਹੈ ਬੋਲਣਾ। ਇੱਕ ਕੋਈ ਆਦਮੀ ਸੀ ਸਾਧ ਸੰਗਤ ਜੀ, ਇਹ ਕਬੀਰ ਜੀ ਨੂੰ ਕਹਿੰਦਾ, ਮਹਾਰਾਜ ਜਿਹੜੇ ਵਿਸ਼ੇ ਹੈ ਨਾ ਬੜੇ ਸਵਾਦ ਲੱਗਦੇ ਐ, ਇਹ ਬਕਵਾਸ ਕਰਦੇ ਆ। ਅਸੀਂ ਕਬੀਰ ਸਾਹਿਬ ਜੀ ਉਹਦੀ ਗੱਲ ਨੂੰ ਸੁਣ ਕੇ ਆਖਣ ਲੱਗੇ ਹਨ, ਕਬੀਰ ਝੰਖ ਨਾ ਝੰਖੀਐ। ਮਹਾਰਾਜ ਭਗਤ ਕਬੀਰ ਸਾਹਿਬ ਕਹਿੰਦੇ, ਹੇ ਜੀਵ ਤੂੰ ਕਹਿਣਾ ਹੈ ਕਿ ਵਿਸ਼ੇ ਨੇ, ਪਦਾਰਥ ਹੈ, ਇਹ ਦੁਨੀਆ ਦੇ ਪਦਾਰਥ ਨੇ, ਖਾਣ ਬੜਾ ਹੀ ਸੁੱਖ ਦਿੰਦੇ ਐ, ਬੜਾ ਹੀ ਆਨੰਦ ਆਉਂਦਾ ਇਹਦੇ ਵਿੱਚ, ਤੂੰ ਝੰਖੀ ਐ, ਐਵੇਂ ਬਕਵਾਸ ਹੀ ਕਰਦਾ ਆ। ਮਹਾਰਾਜ ਕਹਿੰਦੇ ਐ, ਕਿਉਂਕਿ ਤੂੰ ਕਿੱਥੇ ਵਾਹਿਗੁਰੂ ਦੇ ਅੰਮ੍ਰਿਤ ਨਾਮ ਨੂੰ ਜਾਣੇ। ਜੇ ਤੂੰ ਜਾਣੇ ਤਾਂ ਤੈਨੂੰ ਵਾਹਿਗੁਰੂ ਦੇ ਜਿੱਥੇ ਨਾਮ ਦਾ ਸਵਾਦ ਆ ਗਿਆ, ਉੱਥੇ ਤੈਨੂੰ ਵਿਸ਼ੇ ਵਿਕਾਰਾਂ ਦੇ, ਦੁਨੀਆ ਦੇ ਪਦਾਰਥਾਂ ਦੇ ਜਿਹੜੇ ਇਹ ਰਸ ਨੇ, ਤੈਨੂੰ ਵਿਸ਼ੇ ਰੂਪੀ ਤੂੰ ਇਹ ਦੁਨੀਆ ਤੇ ਆ ਕੇ ਬਕਵਾਸ ਹੀ ਕਰਨੇ ਆ। ਮਹਾਰਾਜ ਕਹਿੰਦੇ ਤੈਨੂੰ ਪਤਾ ਲੱਗ ਜਾਵੇ, ਜੇ ਤੂੰ ਵਾਹਿਗੁਰੂ ਦੇ ਨਾਮ ਦੇ ਵਿੱਚ ਤੇਰੀ ਸੁਰਤੀ ਲੱਗੇ, ਤੈਨੂੰ ਰਸ ਆਵੇ। ਮਹਾਰਾਜ ਕਹਿੰਦੇ ਝੰਖ ਨਾ ਝੰਖੀ ਹੈ, ਮੈਂ ਬਕਵਾਸ ਹੀ ਕਰਦਾ ਆ। ਕਬੀਰ ਝੰਖ ਨਾ ਝੰਖੀ ਹੈ, ਇਹ ਦੂਜਾ ਅਰਥ ਕਰਕੇ ਦੱਸਦੇ ਆ। ਮਹਾਰਾਜ ਕਹਿੰਦੇ ਭਾਈ ਜਿਹੜਾ ਤੂੰ ਐਵੇਂ ਬਕਵਾਸ ਕਰਦਾ ਰਹਿਣਾ, ਮੈਂ ਕਰ ਰਿਹਾ, ਸੱਚੇ ਪਾਤਸ਼ਾਹ ਜੀ ਦੱਸਦੇ ਹਨ, ਤੁਮਰੋ ਕਹਿਓ ਨਾ ਹੋਏ। ਹਾਂ, ਤੇਰੇ ਕਹਿਣ ਕਰਕੇ ਨਹੀਂ ਕੁਝ ਹੋ ਸਕਦਾ। ਕਬੀਰ ਝੰਖ ਨਾ ਝੰਖੀ ਹੈ। ਮਹਾਰਾਜ ਕਹਿੰਦੇ ਐਵੇਂ ਬਕਵਾਸ ਕਰੀ ਜਾਨਾ, ਬਕਣਾ ਕਰਦਾ ਹੈ ਕਿ ਮੇਰਾ ਕੀਤਾ ਸਾਰਾ ਕੁਝ ਹੋ ਰਿਹਾ, ਮੇਰੇ ਕਰਕੇ ਹੀ ਸਾਰਾ ਕੁਝ ਹੋ ਰਿਹਾ। ਗੁਰੂ ਦੇਵ ਕਹਿੰਦੇ ਨਹੀਂ, ਤੁਮਰੋ ਕਹਿਓ ਨਾ ਕੋਏ, ਤੇਰਾ ਕਹਿਆ ਭਾਈ ਕੁਝ ਨਹੀਂ ਹੋ ਸਕਦਾ। ਨਿਮਰਤਾ ਰੱਖ, ਕਰਮ ਕਰੀਮ ਜੋ ਕਰ ਰਹੇ। ਉਹ ਵਾਹਿਗੁਰੂ ਕਰੀਮ ਕਿਰਪਾਲੂ ਹਰੀ ਨਿਰੰਕਾਰ ਜੋ ਕਰਮ ਕਰ ਰਿਹਾ ਦੁਨੀਆ ਤੇ, ਆਪਣੀ ਸਾਧ ਗੁਪਤ ਰੂਪ ਹੋ ਕੇ, ਜੋ ਆਪਣੇ ਕਰਤੱਵ, ਜੋ ਆਪਣੇ ਹੁਕਮ, ਜੋ ਆਪਣਾ ਭਾਣਾ ਵਰਤਾ ਰਿਹਾ, ਮੇਟ ਨਾ ਸਕੈ ਕੋਏ। ਮਹਾਰਾਜ ਕਬੀਰ ਸਾਹਿਬ ਜੀ ਕਹਿੰਦੇ ਭਾਈ ਉਹਨੂੰ ਕੋਈ ਮੇਟ ਨਹੀਂ ਸਕਦਾ। ਇਸ ਕਰਕੇ ਜੋ ਵਾਹਿਗੁਰੂ ਕਰ ਰਿਹਾ ਉਹੀ ਕੁਝ ਹੋ ਰਿਹਾ। ਜੋ ਤਿਸ ਭਾਵੈ ਸੋਈ ਹੋਗ। ਸੱਚੇ ਪਾਤਸ਼ਾਹ ਮਹਾਰਾਜ ਦਾ ਬਚਨ ਵੀ ਆਉਂਦਾ ਸਾਧ ਸੰਗਤ ਜੀ ਗੁਰਬਾਣੀ ਦੇ ਅੰਦਰ, ਸਤਿਗੁਰੂ ਜੀ ਜੋ ਆਪ ਜੀ ਕਰਨਾ, ਜੋ ਤਿਸ ਭਾਵੈ ਸੋਈ ਥੀਸੀ। ਮਹਾਰਾਜ ਦਾ ਬਚਨ ਵੀ ਹੈ। ਸਾਧ ਸੰਗਤ ਜੀ ਤੂੰ ਸਚਿਆਰ ਮੈਡਾ, ਤੂੰ ਅਕਾਲ ਪੁਰਖ ਵਾਹਿਗੁਰੂ ਸੱਚਾ ਹੈ, ਮੈਡਾ ਸਾਈਂ ਮਾਲਕ ਹੈ। ਅੱਛਾ, ਹੇ ਵਾਹਿਗੁਰੂ ਤੂੰ ਮਾਲਕ ਤਾਂ ਹੈ, ਤੇ ਹੋਣਾ ਉਹ ਹੈ ਜੋ ਤਿਸ ਭਾਵੈ ਸੋਈ ਥੀਸੀ। ਹੁਕਮ ਨਾ ਕਰਨਾ ਜਾਈ। ਮਹਾਰਾਜ ਉਹੀ ਹੋਵੇਗਾ ਜੋ ਆਪ ਜੀ ਨੂੰ ਪਾਉਂਦਾ ਹੈ। ਜੋ ਭਾਵੈ ਤੋ ਰਾਖ ਲੈ,
ਮਹਾਰਾਜ ਜਿਵੇਂ ਆਪ ਜੀ ਨੂੰ ਪਾਉਂਦਾ ਰੱਖ ਲੈ, ਸੱਚੇ ਪਾਤਸ਼ਾਹ ਜੀ ਉਹੀ ਹੋਵੇਗਾ ਜੋ ਆਪ ਜੀ ਕਰਨਾ ਚਾਹੁੰਦੇ ਹੋ। ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ, ਜੋ ਤਿਸ ਭਾਵੇ ਨਾਨਕਾ ਸਾਈ ਗੱਲ ਚੰਗੀ। ਉਹੀ ਹੁੰਦਾ ਏ ਦੁਨੀਆ ਤੇ ਜੋ ਗੁਰਦੇਵ ਚਾਹੁੰਦੇ ਨੇ ਸਾਧ ਸੰਗਤ ਜੀ। ਮਹਾਰਾਜ ਕਹਿੰਦੇ ਕਬੀਰ ਝੰਖ ਨਾ ਝੰਖੀ ਐ, ਐਵੇਂ ਬਕਵਾਸ ਨਾ ਮਾਰੀ ਜਾ, ਮੇਰਾ ਕਹਿਆ ਸਾਰਾ ਕੁਝ ਹੁੰਦਾ, ਮੇਰਾ ਕੀਤਾ ਸਾਰਾ ਕੁਝ ਹੁੰਦਾ। ਕਹਿੰਦਾ ਮੈਂ ਨਾ ਹੋਵਾਂ ਤੇ ਬਸ ਦੁਨੀਆ ਨਾ ਚੱਲੇ, ਪਿੰਡ ਨਾ ਚੱਲੇ, ਜਿਵੇਂ ਸਰਪੰਚ ਨਾ ਹੁੰਦਾ। ਮਹਾਰਾਜ ਇਹ ਕਹਿੰਦੇ ਵੀ ਏਡਾ ਹੰਕਾਰੀ ਹੋ ਗਿਆ। ਮਹਾਰਾਜ ਤੁਮਰੋ ਕਹਿਓ ਨਾ ਕੋਈ। ਮਹਾਰਾਜ ਕਹਿੰਦੇ ਤੇਰਾ ਕੀਤਾ ਸਾਰਾ ਕੁਝ ਨਹੀਂ ਹੁੰਦਾ। ਕਰਮ ਕਰੀਮ ਜੋ ਕਰ ਰਹੇ ਉਹ ਕਿਰਪਾਲੂ ਵਾਹਿਗੁਰੂ, ਜੋ ਕਰਮ ਕਰਦਾ ਉਹੀ ਹੁੰਦਾ। ਮੇਟ ਨਾ ਸਾਕੈ ਕੋਈ ਨਹੀਂ ਮਿਟਦਾ ਭਾਈ। ਕਬੀਰ ਝੰਖ ਨਾ ਝੰਖੀਐ। ਐਵੇਂ ਤੂੰ ਵਿਸ਼ਿਆਂ ਵਿੱਚ ਲੱਗਿਆ ਹੋਇਆਂ ਬੋਲਦਾ ਏ। ਗੁਰੂ ਸਾਹਿਬ ਕਹਿੰਦੇ ਤੁਮਰੋ ਕਹਿਓ ਨਾ ਕੋਈ, ਤੇਰੇ ਕਹਿਣ ਨਾਲ ਆਨੰਦ ਨਹੀਂ ਪ੍ਰਾਪਤ ਹੋਣ ਲੱਗਿਆ। ਸਤਿਗੁਰੂ ਜੀ ਕਹਿੰਦੇ ਕਰਮ ਕਰੀਮ ਜੋ ਕਰ ਰਹੇ, ਜੋ ਵਾਹਿਗੁਰੂ ਪਰਮੇਸ਼ਰ ਆਪਣਾ ਹੁਕਮ ਵਰਤਾ ਰਹੇ ਨੇ, ਉਹ ਹੁਕਮ ਨੂੰ ਬੁੱਝ ਲੈ। ਜਿਸ ਹੁਕਮ ਨੂੰ ਕੋਈ ਮੇਟ ਨਹੀਂ ਸਕਦਾ, ਮੇਟ ਨਾ ਸਕੈ ਕੋਈ। ਜਿਸ ਵਾਹਿਗੁਰੂ ਦੀ ਬਾਣੀ ਨਾਮ ਨੂੰ ਕੋਈ ਮੇਟ ਨਹੀਂ ਸਕਿਆ। ਇਹ ਅੱਖਰ ਖਿਰ ਜਾਹੇਂਗੇ ਉਹ ਅੱਖਰ ਇਨ ਮੈਂ ਨਾਹੇ। ਦੁਨੀਆ ਦੇ ਸਾਰੇ ਅੱਖਰ ਖਤਮ ਹੋ ਜਾਣਗੇ, ਦੋ ਅੱਖਰ ਨਹੀਂ ਖਿਰਨਗੇ। ਕਿਹੜੇ? ਕਹਿੰਦੇ ਜੀ ਰਾਮ ਦੇ ਅੱਖਰ, ਪਰਮੇਸ਼ਰ ਦੇ ਨਾਮ ਦੇ ਅੱਖਰ। ਜਿਵੇਂ ਆਉਂਦਾ ਨਾ ਬਾਣੀ 'ਚ, ਮਹਾਰਾਜ ਦਾ ਬਚਨ ਹੈ ਰਾਮ ਨਾਮ ਰਹਿਓ ਸਾਧੂ ਰਹਿਓ ਗੁਰ ਗੋਬਿੰਦ। ਮਹਾਰਾਜ ਦਾ ਨਾਮ ਰਹਿੰਦਾ, ਸਾਧੂ ਰਹਿੰਦੇ ਨੇ ਸਦਾ ਵਾਸਤੇ। ਇਸ ਕਰਕੇ ਸਭ ਅੱਖਰ ਖਿਰ ਜਾਣਗੇ ਭਾਈ। ਮਹਾਰਾਜ ਦੇ ਦੋ ਅੱਖਰ ਨਹੀਂ ਖਿਰਦੇ, ਇਹ ਨਹੀਂ ਖਤਮ ਹੁੰਦੇ। ਮਹਾਰਾਜ ਕਹਿੰਦੇ ਮੇਟ ਨਾ ਸਕੈ ਕੋਏ। ਉਹ ਵਾਹਿਗੁਰੂ ਦੇ ਨਾਮ ਗਿਆਨ ਨੂੰ ਕੋਈ ਮੇਟ ਨਹੀਂ ਸਕਦਾ। ਤੂੰ ਕਹਿਣਾ ਕਿ ਵਿਸ਼ੇ ਭੋਗ ਕੇ ਬਾਹਲਾ ਆਨੰਦ ਆਉਂਦਾ, ਤੇਰਾ ਕੀਤਾ ਕੀ ਹੋਣਾ ਏ? ਅਸਲ ਆਨੰਦ ਤੇ ਵਾਹਿਗੁਰੂ ਦੇ ਨਾਮ 'ਚ ਹੀ ਹੈ। ਕਬੀਰ ਕਸੌਟੀ ਰਾਮ ਕੀ। ਮਹਾਰਾਜ ਕਹਿੰਦੇ ਜਦੋਂ ਵਾਹਿਗੁਰੂ ਪਰਮੇਸ਼ਰ ਜੀ ਨਿਰੰਕਾਰ ਜੀ ਆਪਣੇ ਸਿੱਖ ਦੀ ਸੱਚੇ ਪਾਤਸ਼ਾਹ ਪਰਖ ਕਰਦੇ ਨੇ, ਕਸੌਟੀ ਤੇ ਲਾ ਕੇ ਵੇਖਦੇ ਹਨ। ਝੂਠਾ ਟਿਕੈ ਨਾ ਕੋਏ। ਹਾਂ, ਉਦੋਂ ਭਾਈ ਕੋਈ ਝੂਠਾ ਜਿਹੜਾ ਸਿੱਖ ਹੈ ਨਾ, ਦਿਖਾਵਾ ਕਰਨ ਵਾਲਾ ਪਖੰਡੀ, ਉਹ ਨਹੀਂ ਟਿਕਦਾ। ਟਿਕੂ ਕਿਹੜਾ? ਭਾਈ ਸਾਹਿਬ ਭਾਈ ਦਇਆ ਸਿੰਘ ਵਰਗਾ, ਜਿਹਨੇ ਸੀਸ ਦੇ ਦਿੱਤਾ, ਮਹਾਰਾਜ ਵੱਢ ਲੈ, ਕੱਟ ਦੇ ਸੀਸ ਮੇਰਾ। ਸਾਧ ਸੰਗਤ ਜੀ ਉਹ ਟਿਕਦੇ ਐ। ਸੰਮਣ ਮੂਸਣ ਵਰਗੇ ਪਿਓ ਪੋਤੀ ਟਿਕਦੇ ਐ, ਜਿਨ੍ਹਾਂ ਨੂੰ ਪਿਆਰ ਹੈ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ, ਉਹੀ ਟਿਕਦੇ ਆ ਭਾਈ। ਪੀਰ ਬੁੱਧੂ ਸ਼ਾਹ ਨੇ ਆਪਣੇ ਪੁੱਤਰ ਮਹਾਰਾਜ ਦੇ ਪਿੱਛੇ ਲਾ ਕੇ ਮਰਵਾ ਦਿੱਤੇ। ਧੰਨ ਗੁਰੂ ਕਲਗੀਆਂ ਵਾਲੇ ਸਤਿਗੁਰੂ ਜੀ ਦੇ ਸਾਧ ਸੰਗਤ ਜੀ ਉਹੀ ਗੁਰੂ ਸਾਹਿਬ ਦੀ ਕਸੌਟੀ ਨੂੰ ਸਹਿੰਦੇ ਐ, ਉਹੀ ਪਰਖ 'ਚ ਪੂਰੇ ਹੁੰਦੇ ਐ। ਕਿਉਂਕਿ ਪਰਖ 'ਚ ਪੂਰੇ ਹੋ ਕੇ ਹੀ ਮੰਜ਼ਲ ਮਿਲਦੀ ਹੈ। ਪਰਖ ਵਿੱਚੋਂ ਪੂਰੇ ਹੋ ਕੇ ਹੀ ਕੁਝ ਨਾ ਕੁਝ ਪ੍ਰਾਪਤ ਹੁੰਦਾ ਹੈ। ਜਦੋਂ ਗੁਰਦੇਵ ਆਪਣੇ ਸਿੱਖ ਦੀ ਪਰਖ ਕਰਦੇ ਹਨ। ਝੂਠਾ ਟਿਕੈ ਨਾ ਕੋਏ। ਮਹਾਰਾਜ ਕਹਿੰਦੇ ਝੂਠਾ ਬੰਦਾ ਨਹੀਂ ਟਿਕਦਾ, ਸੱਚਾ ਪਿਆਰ ਕਰਨ ਵਾਲਾ ਹੀ ਟਿਕੇਗਾ। ਜਿਹਦੇ ਅੰਦਰ ਪਿਆਰ ਹੈ ਗੁਰੂ ਜੀ ਦੇ ਵਾਸਤੇ। ਦੁਨੀਆ ਨੂੰ ਮਰਿਆ ਜਾਣਿਆ ਜੀ ਨੇ, ਦੁਨੀਆ ਨੂੰ ਜਾਣੇ ਤੇ ਮਰੀ ਹੋਈ ਹੈ ਦੁਨੀਆ ਮੇਰੇ ਲਈ। ਤਾਂ ਹੁਣ ਵਾਹਿਗੁਰੂ ਜਿਉਂਦਾ, ਨਾਮ ਹੀ ਜਿਉਂਦਾ, ਮੈਂ ਹੀ ਜਿਉਣਾ ਬਸ ਮਹਾਰਾਜ ਵਾਸਤੇ। ਉਹੀ ਭਾਈ ਗੁਰੂ ਸਾਹਿਬ ਦੀ ਪਰਖ ਵਿੱਚ ਪੂਰਾ ਹੁੰਦਾ। ਜਿਹੜਾ ਦੁਨੀਆ 'ਚ ਮੇਰੀ ਧੀ ਕੀ ਕਰੂਗੀ, ਮੁੰਡਾ ਕੀ ਕਰੂਗਾ, ਇਹ ਮਾਂ ਪਿਓ ਕੀ ਕਰਨਗੇ, ਮੇਰੇ ਭੈਣ ਭਰਾ ਕੀ, ਇੱਦਾਂ ਹੀ ਜਿਹੜਾ ਲੱਗਿਆ ਹੋਇਆ, ਮਿੱਤਰ ਦੋਸਤ ਕੀ ਕਰਨਗੇ, ਘਰ ਵਾਲੀ ਮੇਰੀ ਕੀ, ਇੱਦਾਂ ਹੀ ਲੱਗਿਆ ਹੋਇਆ ਨਾ ਜਿਹੜਾ, ਉਹ ਨਹੀਂ ਪਰਖ 'ਚ ਪੂਰਾ ਹੋ ਸਕਦਾ। ਦੱਸਦੇ ਹਨ ਰਾਮ ਕਸੌਟੀ ਸੋ ਸਹੈ। ਮਹਾਰਾਜ ਕਹਿੰਦੇ ਵਾਹਿਗੁਰੂ ਪਰਮੇਸ਼ਰ ਜੀ ਕਸੌਟੀ ਪ੍ਰੀਖਿਆ ਉਹੀ ਸਹਿੰਦਾ ਭਾਈ, ਉਹੀ ਪੂਰਾ ਹੁੰਦਾ ਹੈ, ਉਹੀ ਸਹਾਰਦਾ ਕਸਵੱਟੀ ਨਿਰੰਕਾਰ ਦੀ। ਜੋ ਮਰ ਜੀਵਾ ਹੋਏ। ਜਿਹੜਾ ਭਾਈ ਜੀਵਤ ਭਾਵ ਤੋਂ ਮਰਿਆ ਹੋਇਆ ਹੁੰਦਾ, ਜਿਹੜਾ ਮਰ ਜੀਵੜਾ ਹੈ। ਜਿਵੇਂ ਧੰਨ ਗੁਰੂ ਨਾਨਕ ਦੇਵ ਸਵਾਮੀ ਜੀ ਨੇ ਭਾਈ ਲਹਿਣਾ ਜੀ ਦੀ ਪਰਖ ਕੀਤੀ ਸੀ ਨਾ, ਭਾਈ ਲਹਿਣਾ ਹੀ ਪਰਖ 'ਚ ਪੂਰੇ ਹੋਏ ਸੀ। ਦੇਖੋ ਮਹਾਰਾਜ ਨੇ ਗੰਦੇ ਨਾਲੇ 'ਚ ਵਾੜ ਦਿੱਤਾ, ਕਹਿੰਦੇ ਲੋਟਾ ਕੱਢ ਕੇ ਲੈ ਕੇ ਆ। ਲੋਟਾ ਕੱਢ ਲਿਆ ਆਇਆ, ਸਾਹਿਬਜ਼ਾਦਿਆਂ ਨੂੰ ਆਖਿਆ ਲੋਟਾ, ਕਹਿੰਦੇ ਜੀ ਬਹੁਤ ਹੈ, ਘਰੇ ਕੋਈ ਨਹੀਂ, ਕੱਢ, ਹੋਰ ਬਹੁਤ ਬਥੇਰੇ ਹੈ, ਤੁਹਾਨੂੰ ਘਾਟ ਹੈ ਕਿਤੇ ਪਿਤਾ ਜੀ ਲੋਟਿਆਂ ਦੀ। ਮਹਾਰਾਜ ਕਹਿੰਦੇ ਉਹੀ ਚਾਹੀਦਾ। ਕੋਈ ਸਿੱਖ ਨਹੀਂ ਅੱਗੇ ਆਇਆ। ਭਾਈ ਲਹਿਣਾ ਜੀ ਨੇ ਕੱਪੜਿਆਂ ਦੀ ਵੀ ਉਹ ਨਹੀਂ ਕੀਤੀ। ਸਾਧ ਸੰਗਤ ਜੀ ਛਾਲ ਮਾਰੀ, ਨਾਲੇ 'ਚ ਕੱਢ ਲਿਆਏ। ਮਹਾਰਾਜ ਆ ਲਓ ਲੋਟਾ। ਉਹਨੇ ਕਸੌਟੀ ਵਾਹਿਗੁਰੂ ਦੀ ਪਰਖ 'ਚ ਪੂਰੇ ਹੋ ਗਏ। ਫਿਰ ਕੀ ਆਖਿਆ, ਜਾਓ ਕੱਪੜੇ ਧੋ ਕੇ ਲੈ ਕੇ ਆਓ। ਇਹ ਪੁੱਤਰ ਕਹਿਣ ਲੱਗੇ ਬਾਪੂ, ਸਤਿਗੁਰੂ ਜੀ ਪਿਤਾ ਜੀ ਬੁੱਢੇ ਹੋ ਗਏ ਹੋ ਤੁਸੀਂ। ਮਹਾਰਾਜ ਪਤਾ ਨਹੀਂ ਲੱਗ, 70 ਸਾਲ ਦੇ ਹੋ ਗਏ ਹੋ ਤੁਸੀਂ, ਨਹੀਂ ਪਤਾ ਲੱਗਦਾ ਤੁਹਾਨੂੰ। ਤੇ ਭਾਈ ਲਹਿਣਾ ਜੀ ਚੁੱਪ ਕਰਕੇ ਗਠੜੀ ਚੱਕੀ ਲੈ ਕੇ, ਮਹਾਰਾਜ ਤੁਸੀਂ ਆਖਿਆ ਦਿਨ ਹੈ ਤਾਂ ਦਿਨ ਹੀ ਹੈ। ਮਹਾਰਾਜ ਕੀ ਔਕਾਤ ਹੈ ਸੂਰਜ ਦੀ, ਮਹਾਰਾਜ
ਭੈ ਵਿੱਚ ਸੂਰਜ ਭੈ ਵਿੱਚ ਤਾਂ ਉਹ ਤੇਰੇ ਤੇ ਭੈ ਵਿੱਚ ਹੈ ਗੁਰੂ ਨਾਨਕ ਮਹਾਰਾਜ ਜੀ, ਉਹ ਤੇ ਤੁਹਾਡੇ ਭੈ ਵਿੱਚ ਹੈ। ਦੇਖੋ ਭਾਈ ਐਵੇਂ ਕਿਤੇ ਗੁਰੂ ਅੰਗਦ ਸਾਹਿਬ ਨੇ ਅੰਗ ਲਾ ਲਿਆ ਮਹਾਰਾਜ ਨੇ, ਮੱਥਾ ਟੇਕਿਆ ਗੁਰਤਾ ਗੱਦੀ ਦੇਣ ਵੇਲੇ ਉਹਨਾਂ ਨੂੰ, ਆਪਣਾ ਸੀਸ ਨਵਾਇਆ ਗੁਰੂ ਨਾਨਕ ਸਾਹਿਬ ਨੇ, ਸੀਸ ਤਿਲਕ ਲਾਇਆ, ਪ੍ਰਕਰਮਾ ਕੀਤੀਆਂ ਤੇ ਸਾਧ ਸੰਗਤ ਗੁਰਤਾ ਗੱਦੀ ਦੇਤੀ ਮਹਾਰਾਜ ਨੇ। ਤਾਂ ਦਿੱਤੀ ਗੁਰਤਾ ਗੱਦੀ, ਕਸੌਟੀ ਚੋਂ ਪੂਰੇ ਹੋਏ। ਸਾਧ ਸੰਗਤ ਜੀ ਕਹਿੰਦੇ ਬਾਪੂ ਜੀ, ਪਿਤਾ ਜੀ, ਮਹਾਰਾਜ ਜੀ ਤੁਸੀਂ ਜੇ ਕਹਿੰਦੇ ਹੋ ਦਿਨ ਹੈ, ਮਹਾਰਾਜ ਚੰਦਰਮੇ ਦੀ ਸੂਰਜ ਦੀ ਔਕਾਤ ਨਹੀਂ ਹੈ, ਸੱਚੇ ਪਾਤਸ਼ਾਹ ਦੇਣੀ ਹੈ। ਫਿਰ ਜਦੋਂ ਜਾ ਕੇ ਵੇਖਿਆ ਦਿਨ ਸੀ, ਸਾਧ ਸੰਗਤ ਜੀ ਕੱਪੜੇ ਧੋ ਲਿਆਏ। ਬਾਬਾ ਸ਼੍ਰੀ ਚੰਦ ਜੀ ਮਹਾਰਾਜ ਤੇ ਪੂਰੇ ਨਾ ਉਤਰੇ, ਹੋਰ ਕੋਈ ਸਿੱਖ ਪੂਰਾ ਨਾ ਉਤਰਿਆ। ਕਹਿੰਦੇ ਮੁਰਦਾ ਖਾ ਲਓ। ਮਹਾਰਾਜ ਕਿੱਧਰੋਂ ਖਾਵਾਂ? ਇਉਂ ਸਾਧ ਸੰਗਤ ਜੀ ਪਰਖਾਂ 'ਚੋਂ ਪੂਰੇ ਹੋ ਗਏ। ਇੱਕ ਵਾਰ ਕੀ ਹੋਇਆ, ਮਹਾਰਾਜ ਨੇ ਭੇਖ ਧਾਰ ਲਿਆ, 2 ਕੁੱਤੇ ਮਹਾਰਾਜ ਨੇ ਆਪਣੇ ਦੋਵਾਂ ਹੱਥਾਂ 'ਚ ਲੈ ਲਏ, ਇੱਕ ਹੱਥ ਵਿੱਚ ਸੋਟਾ ਲੈ ਲਿਆ, ਜਿਹੜਾ ਵੀ ਮੱਥਾ ਟੇਕਣ ਮਹਾਰਾਜ ਮੋਰਾਂ 'ਚ ਮਾਰਿਆ ਕਰਨ। ਸਭ ਭੱਜ ਗਏ। ਭਾਈ ਲਹਿਣਾ ਜੀ ਖੜੇ ਰਹੇ। ਮਹਾਰਾਜ ਨੇ 2 ਮਾਰੀਆਂ ਮੋਰਾਂ ਤੇ ਰੱਖ ਕੇ ਸਾਧ ਸੰਗਤ ਜੀ ਗੁਰੂ ਸਾਹਿਬ ਦੀ ਚੋਟ ਸਹਿੰਦੇ ਰਹੇ। ਬਸ ਉਹ ਦਿਨ ਆਖਰੀ ਪ੍ਰੀਖਿਆ ਸੀ। ਦੂਜੇ ਦਿਨ ਗੁਰਦੇਵ ਕਹਿੰਦੇ ਮੈਂ ਗੁਰਤਾ ਗੱਦੀ ਦੇ ਕੇ ਜੋਤੀ ਜੋਤ ਸਮਾਵਾਂਗਾ। ਇਹ ਸਾਧ ਸੰਗਤ ਜੀ ਮਹਾਰਾਜ ਦੱਸਦੇ ਐ, ਕਿਤੇ ਰੱਬ ਦੀ ਅਸੀਂ ਘਰੋਂ ਨਹੀਂ ਉਤਰਦੇ, ਕਿਤੇ ਆਉਂਦੇ ਸਾਧ ਸੰਗਤ ਜੀ ਮਹਾਰਾਜ ਦੇ ਦਰ ਤੇ ਨਿਤਨੇਮ ਨਹੀਂ ਸਾਡਾ ਤੇ ਪੂਰਾ, ਸਤਸੰਗਤ ਕਿਤੇ ਪੂਰੀ ਨਹੀਂ ਕਰਦੇ, ਸੇਵਾ ਕਿਤੇ ਪੂਰੀ ਨਹੀਂ ਕਰਦੇ। ਸਾਧ ਸੰਗਤ ਜੀ ਇਹ ਸਾਡੀ ਕਿਤੇ ਗੱਲ ਥੋੜੇ ਪ੍ਰੇਮ ਵਾਲਿਆਂ ਦੀ ਗੱਲ ਹੈ। ਸਾਧ ਸੰਗਤ ਜੀ ਇਉਂ ਮਹਾਰਾਜ ਦੱਸਦੇ ਹਨ, ਜੋ ਮਰ ਜੀਵਾ ਹੋਏ, ਜਿਹੜੇ ਮਰ ਜੀਵੜੇ ਨੇ, ਜਿਉਂਦੇ ਮਰੇ ਹੋਏ ਨੇ, ਉਹੀ ਸਾਧ ਸੰਗਤ ਜੀ ਵਾਹਿਗੁਰੂ ਦੀ ਦਰਗਾਹ ਤੇ ਪ੍ਰਵਾਨ ਹੁੰਦੇ ਨੇ, ਉਹੀ ਰੱਬ ਦੀ ਕਸੌਟੀ ਨੂੰ ਸਹਿੰਦੇ ਨੇ। ਭੁੱਲ ਚੁੱਕ ਦੀ ਖਿਮਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਥਾ ਕਰਦੇ ਆ, ਭਗਤ ਜੀ ਦੀ ਕਥਾ ਕਰਦੇ ਆ, ਅਨੇਕਾਂ ਪ੍ਰਕਾਰਾਂ ਦੀਆਂ ਗਲਤੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਨੇ। ਸਤਿਗੁਰੂ ਜੀ ਦਾਸ ਨੂੰ ਬਖਸ਼ ਲੈਣਗੇ, ਆਪ ਗੁਰ ਸੰਗਤਾਂ ਨੇ ਬਖਸ਼ ਲੈਣਾ। ਭਾਈ ਇਸੇ ਤਰ੍ਹਾਂ ਹਰ ਰੋਜ਼ ਆ ਕੇ ਅੰਮ੍ਰਿਤਮਈ ਕਥਾ ਨੂੰ ਸੁਣ ਕੇ ਲਾਹੇ ਪ੍ਰਾਪਤ ਕਰਨੇ ਹੈ। ਸਤਿਗੁਰੂ ਜੀ ਕਿਰਪਾ ਕਰਨ। ਸੱਚੇ ਪਾਤਸ਼ਾਹ ਜੀ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭਾ ਪਹਿ ਮੇਲੇ। ਭਗਤ ਜੀ ਦਾ ਸ਼ਲੋਕ ਪੜ੍ਹ ਕੇ ਸਮਾਪਤੀ ਕਰੀਏ। ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੈ ਨਾ ਕੋਏ, ਰਾਮ ਕਸੌਟੀ ਸੋ ਸਹੈ, ਜੋ ਮਰ ਜੀਵਾ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।